ਤੇ ਹੁਣ ਮੈਂ ਦੱਸ ਦਿਆਂ ਜੀ ਅੱਜ ਦੇ ਸਪੀਕਰ ਬਾਰੇ। ਬਹੁਤ ਸਾਰਿਆਂ ਨੇ ਮੈਨੂੰ ਦੱਸਿਆ ਹੈ ਕਿ ਹੀ ਇਜ਼ ਐਨ ਐਕਸੀਲੈਂਟ ਸਪੀਕਰ ਤੇ ਬਹੁਤ ਸਾਰੇ ਤੁਹਾਡੇ ਚੋਂ ਉਹਨਾਂ ਨੂੰ ਆਲਰੇਡੀ ਜਾਣਦੇ ਆ। ਉਹਨਾਂ ਦਾ ਨਾਮ ਹੈਗਾ ਸਰਦਾਰ ਵੀਰ ਭੁਪਿੰਦਰ ਸਿੰਘ ਜੀ ਐਂਡ ਹੀ ਇਜ਼ ਰੈਜ਼ੀਡੈਂਟ ਆਫ ਵਾਈਟ ਪਲੇਸ ਨਿਊਯਾਰਕ ਏਰੀਆ, ਵੈਸਟਚੈਸਟਰ ਕਾਊਂਟੀ 'ਚ ਰਹਿੰਦੇ ਆ ਉਹ। ਐਕਚੁਅਲੀ ਆਈ ਕੇਮ ਟੂ ਨੋ ਆਫ ਹਿਮ ਥਰੂ ਵਨ ਆਫ ਮਾਈ ਫਰੈਂਡ ਡਾਕਟਰ ਅਵਤਾਰ ਸਿੰਘ, ਜਿਹੜੇ ਕਿ ਉੱਥੇ ਰਹਿੰਦੇ ਆ, ਹੂ ਹੈਜ਼ ਬੀਨ ਮਾਈ ਚਾਈਲਡਹੁੱਡ ਫਰੈਂਡ ਸਿੰਸ ਵੀ ਵਰ in high school. Sardar Veer Bhupinder Singh ji, by profession, he was a civil engineer, but above then, more than that, he is actually what is being stated as an erudite humanitarian. ਇਹਨਾਂ ਦਾ 30 ਸਾਲ ਦਾ ਐਕਸਪੀਰੀਅੰਸ ਹੈ ਜੀ ਰਿਸਰਚ ਤੇ ਕੰਟੈਂਪਲੇਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਟੱਡੀਜ਼ ਬਾਰੇ। ਇਹਨਾਂ ਦੀ ਇੱਕ ਫਾਊਂਡੇਸ਼ਨ ਹੈਗੀ NGO ਜਿਹਦਾ ਨਾਂ ਹੈਗਾ ਜੀ ਦੀ ਲਿਵਿੰਗ ਟ੍ਰੀਅਰ। ਤੇ ਉਹਨਾਂ ਦੇ 2 ਆਬਜੈਕਟਿਵਸ ਹੈਗੇ ਜਿਹੜੀ ਉਹਨਾਂ ਦੀ ਇਹ ਫਾਊਂਡੇਸ਼ਨ ਹੈ। ਨੰਬਰ 1, ਪਰਸਨੈਲਿਟੀ ਡਿਵੈਲਪਮੈਂਟ ਥਰੂ ਸੈਲਫ ਇਵੈਲੂਏਸ਼ਨ ਐਂਡ ਹੈਲਪਿੰਗ ਨੀਡੀ ਲੈਸ ਪ੍ਰਿਵਿਲੇਜ ਵਿਦਆਊਟ ਡਿਸਟਿੰਕਸ਼ਨ, ਜਿਹੜਾ ਕਿ ਸਾਡਾ ਗੁਰਬਾਣੀ ਦਾ ਸਾਡੇ ਵਾਸਤੇ ਇੱਕ ਉਦੇਸ਼ ਹੈ, ਮੰਤਵ ਹੈ, ਜਿਹਨੂੰ ਆਪਾਂ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹਨਾਂ ਨੇ 1998 ਵਿੱਚ ਸੈਮੀਨਾਰ ਸ਼ੁਰੂ ਕੀਤੇ ਸੀ ਮਾਈਂਡ ਬੈਲੈਂਸਿੰਗ ਦੇ, through lectures, discourses, and one-to-one dialogue on school, colleges, universities, and interfaith national as well as international functions. He's an author also. He has written several books of common interest in English, Punjabi ਤੇ ਹਿੰਦੀ ਵਿੱਚ, ਜਿਹੜੇ ਕਿ ਤੁਹਾਨੂੰ ਉਹਨਾਂ ਦਾ ਮਟੀਰੀਅਲ ਉਹ ਪੈਨ ਡਰਾਈਵ ਤੇ ਵੀ ਮਿਲ ਜਾਂਦਾ ਹੈ, ਆਡੀਓ ਤੇ ਵੀ ਮਿਲ ਜਾਂਦਾ ਹੈ, CD, MPs, DVDs, YouTube ਤੇ Facebook ਤੇ। ਉਹ ਬਾਅਦ 'ਚ ਜੇਕਰ ਕਿਸੇ ਨੇ ਹੋਰ ਵੀ ਕੋਈ ਉਹਨਾਂ ਬਾਰੇ ਇਨਫੋਰਮੇਸ਼ਨ ਲੈਣੀ ਹੋਏਗੀ ਤੇ ਆਈ ਵਿਲ ਬੀ ਮੋਰ ਦੈਨ ਹੈਪੀ ਟੂ ਕਨੈਕਟ ਯੂ ਟੂ ਹਿਮ। ਤੇ ਡਿਫਰੈਂਟ ਜਿਹੜੀਆਂ TV ਚੈਨਲਸ ਹੈਗੀਆਂ ਜਿਵੇਂ ਆਸਥਾ, ਤਾਰਾ, ਜ਼ੀ ਪੰਜਾਬੀ, ਚੜ੍ਹਦੀ ਕਲਾ ਟਾਈਮਸ ਐਟਸੈਟਰਾ ਵਿੱਚ ਵੀ ਉਹਨਾਂ ਦੇ ਪ੍ਰੋਗਰਾਮ ਆਉਂਦੇ ਰਹਿੰਦੇ ਆ। 2020 'ਚ ਉਹਨਾਂ ਨੇ ਵੀਕਲੀ ਜ਼ੂਮ ਸੈਸ਼ਨ ਤੇ ਲਾਈਵ ਵੈਬੀਨਾਰ ਸ਼ੁਰੂ ਕੀਤੇ ਸੀ ਥਰੂ ਲਿਵਿੰਗ ਟ੍ਰੇਅਰ, ਤੇ ਜਿਹਦੇ ਵਿੱਚ ਕਿ ਹੋਰ ਵੀ ਬਹੁਤ ਸਾਰੇ ਸੈਮੀਨਾਰ ਤੁਹਾਡੇ ਇੰਟਰਸਟ ਦੇ ਹੋਣਗੇ। ਤੇ ਇਹ ਜਦੋਂ COVID-19 ਹੋਇਆ ਸੀ ਉਹਦੇ ਵਿੱਚ ਇਹਨਾਂ ਨੇ ਫੂਡ, ਅਸੈਂਸ਼ੀਅਲ, ਫਾਈਨੈਂਸ਼ੀਅਲ ਹੈਲਪ ਤੇ ਆਕਸੀਜਨ ਦੇ ਲੰਗਰ ਵਗੈਰਾ ਵੀ ਲਗਾਏ ਸੀਗੇ। ਸੋ ਇਹ ਹੈ ਇਹਨਾਂ ਦੀ ਛੋਟੀ ਜੀ ਜਿਹੜੀ ਮੈਂ ਡਿਸਕ੍ਰਿਪਸ਼ਨ ਰਿਡਿਊਸ ਕਰਕੇ ਤੁਹਾਨੂੰ ਦਿੱਤੀ ਹੈ। ਹੀ ਇਜ਼ ਏ ਮਲਟਾਈ, ਬਹੁਤ ਪਾਸਿਆਂ ਵੱਲ ਇਹਨਾਂ ਦਾ ਧਿਆਨ ਹੈ। ਹੀ ਇਜ਼ ਏ ਮਲਟਾਈ ਫੇਸਿਟਡ ਪਰਸਨੈਲਿਟੀ। ਤੇ ਆਪਾਂ ਇਹਨਾਂ ਦੇ ਬਾਰੇ ਕੋਈ ਹੋਰ ਗੱਲ ਕਰਨੀ ਹੋਵੇ ਤਾਂ ਬਾਅਦ 'ਚ ਕਰ ਲਾਂਗੇ। ਅੱਜ ਜਿਹੜਾ ਇਹਨਾਂ ਦਾ ਮੁੱਦਾ ਹੈਗਾ ਉਹ ਬਹੁਤ ਜ਼ਿਆਦਾ ਹੀ ਇੰਟਰਸਟਿੰਗ ਹੈ। ਜਦੋਂ ਇਹਨਾਂ ਨੇ ਮੈਨੂੰ ਦੱਸਿਆ ਕਿ ਇਹ ਰਜ਼ਾ ਤੇ ਹਿਊਮਨ ਬਾਰੇ ਡਿਸਕਸ ਕਰਨਾ ਚਾਹੁੰਦੇ ਨੇ, ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਆਈ ਫੈਲਟ ਵਾਟ ਕੁਡ ਬੀ ਬੈਟਰ ਦੈਨ ਵਾਟ ਹੀ ਇਜ਼ ਗੋਇੰਗ ਟੂ ਟਾਕ। ਸੋ ਰਜ਼ਾ ਨਾਲ ਇੱਕ ਮਿਕਤਾ ਇਹਨਾਂ ਦਾ ਜਿਹੜਾ ਟੌਪਿਕ ਹੈ, ਜਿਹਨੂੰ ਆਪਾਂ ਟਰਾਂਸਲੇਟ ਕਰਕੇ ਕਹਿ ਰਹੇ ਹਾਂ ਵਨਨੈਸ ਵਿਦ ਦੀ ਡਿਵਾਈਨ ਲਾ, ਕਾਸਮਿਕ ਲਾ ਹੈ ਜਿਹੜਾ, ਉਹਦੇ ਨਾਲ ਵਨਨੈਸ ਕਿਵੇਂ ਕ੍ਰੀਏਟ ਕੀਤੀ ਜਾ ਸਕਦੀ ਹੈ। ਸਰਦਾਰ ਭੁਪਿੰਦਰ ਸਿੰਘ ਜੀ, ਵੈਲਕਮ, ਥੈਂਕ ਯੂ ਵਾਂਸ ਅਗੇਨ। ਤੇ ਤੁਸੀਂ ਹੁਣ ਆਪਣਾ ਪ੍ਰੋਗਰਾਮ ਸ਼ੁਰੂ ਕਰ ਲਓ ਜੀ। ਲਓ ਜੀ, ਆਪਾਂ ਸੁਣੀਏ ਸਰਦਾਰ ਵੀਰ ਭੁਪਿੰਦਰ ਸਿੰਘ ਜੀ ਨੂੰ ਨਿਊਯਾਰਕ ਤੋਂ। ਡਾਕਟਰ ਜਸਵੰਤ ਸਿੰਘ ਜੀ ਔਰ ਆਪ ਜੀ ਦੇ ਇਸ ਪਲੇਟਫਾਰਮ ਤੇ ਸਾਰੇ ਆਏ ਸੱਜਣਾ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਵਾਰੀ ਸਾਡੇ ਪ੍ਰੋਗਰਾਮਾਂ 'ਚ ਹੋਰ ਮਜ਼ਹਬਾਂ ਦੇ ਸੱਜਣ ਵੀ ਆਏ ਹੁੰਦੇ ਨੇ, ਇਸ ਕਰਕੇ ਮੈਂ ਨਮਸਕਾਰ ਔਰ ਅਸਲਾਮ ਅਲੈਕਮ ਵੀ ਬੁਲਾਉਂਦਾ, ਤੇ ਕਿਉਂਕਿ ਦਿਸ ਪ੍ਰੋਗਰਾਮ ਇਜ਼ ਕਾਮਨ ਫॉर ਆਲ। ਤੇ ਡਾਕਟਰ ਓਂਕਾਰ ਸਿੰਘ ਜੀ, ਡਾਕਟਰ ਕੁਲਬੀਰ ਸਿੰਘ ਜੀ ਔਰ ਗਿਆਨੀ ਹਰਭਜਨ ਸਿੰਘ ਜੀ ਦਾ ਧੰਨਵਾਦੀ ਹਾਂ। ਉਹਨਾਂ ਨੇ ਬਾਣੀ ਦੇ ਰਾਹੀਂ ਇਸ ਦਾ ਸਟਾਰਟ ਕੀਤਾ ਹੈ। ਤੇ ਡਾਕਟਰ ਅਵਤਾਰ ਸਿੰਘ ਜੀ ਦਾ ਧੰਨਵਾਦੀ ਹਾਂ, ਜਿਨ੍ਹਾਂ ਦੇ ਥਰੂ ਮੇਰੇ ਤੇਜੀ ਵੀਰ ਜੀ, ਤੇਜੀ ਪਸਰੀ ਚ ਆਪਣੇ ਆਪ ਨੂੰ ਦੱਸਦੇ ਨੇ ਉਹਨਾਂ ਦਾ ਨਾਂ, ਉਹਨਾਂ ਦੇ ਥਰੂ ਤੁਹਾਡੇ ਨਾਲ ਮੁਲਾਕਾਤ ਹੋਈ ਹੈ। ਤੇ ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦੀ ਹਾਂ। ਤੇ ਤੁਸੀਂ ਮੇਰੇ ਵਾਸਤੇ, ਮੇਰੀ ਤਾਰੀਫ ਵਾਸਤੇ ਬਹੁਤ ਕੁਝ ਬੋਲ ਦਿੱਤਾ, ਮੈਂ ਉਸ ਲਾਇਕ ਨਹੀਂ ਹਾਂ, ਪਰ ਮੈਂ ਆਪਣੇ ਆਪ ਨੂੰ ਆਈ ਫੀਲ ਆਨਰਡ ਕਿ ਤੁਹਾਡੇ ਇਸ ਪਲੇਟਫਾਰਮ ਤੇ ਮੈਨੂੰ ਚਾਂਸ ਮਿਲਿਆ ਸ਼ੇਅਰਿੰਗ ਦਾ। ਤੇ ਤੁਸੀਂ ਸਾਰੇ ਬਹੁਤ ਪੜ੍ਹੇ ਲਿਖੇ ਸਿਆਣੇ ਸੱਜਣ ਹੋ ਔਰ ਸਾਰੇ ਗੁਰਬਾਣੀ ਨਾਲ ਜੁੜੇ ਹੋਏ ਹੋ। ਤੇ ਮੈਂ ਆਪਣੀ ਸ਼ੇਅਰਿੰਗ
ਕਰਨ ਦਾ ਚਾਂਸ ਇੱਥੇ ਪ੍ਰਾਪਤ ਕਰਕੇ ਆਪਣੇ ਆਪ ਨੂੰ ਵਡਭਾਗਾ ਸਮਝ ਰਿਹਾ। ਥੈਂਕ ਯੂ ਡਾਕਟਰ ਜਸਵੰਤ ਸਿੰਘ ਜੀ। आई होप कि मेरी आवाज ठीक आ रही है। हाँ जी, थोड़ी जी और ऊंची हो जाए वॉल्यूम हेल्प होएगी, पर चलो ठीक है, कोई नुक्स नहीं है बिल्कुल ही। अच्छा अच्छा, मैं थोड़ा नेड़े भी हो जाना। हाँ जी, हाँ जी, जी दैट वुड बी नाइस, राइट। हाँ जी, डॉक्टर साहब ਸਾਡਾ ਅੱਜ ਦੇ ਟੌਪਿਕ ਦਾ ਨਾਂ ਹੈ ਅਸੀਂ ਇਹ ਜਿਹੜੀ ਰਜ਼ਾ ਨਾਲ ਇਕਮਿਕਤਾ ਕਿਵੇਂ ਪ੍ਰਾਪਤ ਕਰਨੀ ਹੈ, ਵਨਨੈਸ ਵਿਦ ਦ ਡਿਵਾਈਨ ਲਾਅ। ਤੇ ਇਹਦੇ ਵਾਸਤੇ ਅਸੀਂ ਬਾਣੀ ਚੋਂ ਮੈਸੇਜ ਸਮਝਣ ਦਾ ਯਤਨ ਕਰਾਂਗੇ। ਸੋ ਸਭ ਤੋਂ ਪਹਿਲਾਂ ਕਿ ਮੈਂ ਬਾਣੀ ਦੇ ਕੋਈ ਕੋਟੇਸ਼ਨਸ ਜਾਂ ਟਰਮਸ ਨੂੰ ਰੱਖਾਂ, ਮੈਂ ਆਪਣੀ ਇੱਕ ਅਸਮਰਥਤਾ ਬਿਆਨ ਕਰਦਾ ਜੋ ਮੇਰੇ ਨਾਲ ਵਾਪਰੀ। ਕਿ ਇੱਥੇ ਅਸੀਂ ਚਾਰੋਂ ਭੈਣ ਭਰਾ ਰਹਿੰਦੇ ਹਾਂ, ਤਾਂ ਮੇਰੇ ਐਲਡੈਸਟ ਸਿਸਟਰ ਨੇ ਅਜੀਤ ਭੈਣ ਜੀ, ਉਹਨਾਂ ਦਾ ਗ੍ਰੈਂਡਸਨ, ਉਹਦਾ ਨਾਂ ਹੈ ਸ਼ਾਨੀ। ਮੈਂ ਭੈਣ ਜੀ ਕੋਲ ਗਿਆ, ਇੱਕ ਦਿਨ ਦੀ ਗੱਲ ਹੈ, ਤਾਂ ਉਹਨੂੰ ਸ਼ਾਨੀ ਨੂੰ ਮੈਂ ਕਿਹਾ, ਸ਼ਾਨੀ ਦੇ ਸਾਹਮਣੇ ਭੈਣ ਜੀ ਨੂੰ ਮੈਂ ਕਿਹਾ, ਇੱਥੇ ਤੁਸੀਂ ਇਹ ਵਾਲਨਟ ਔਰ ਇਹ ਬਦਾਮ ਨਾ ਰੱਖਿਆ ਕਰੋ, ਮਾਊਸ ਅੰਦਰ ਆ ਜਾਂਦਾ ਔਰ ਉਹ ਖਾ ਲੈਂਦਾ ਹੈ। ਸਾਡੇ ਘਰ ਨਾ ਥੋੜਾ ਜਿਹਾ ਡੋਰ ਓਪਨ ਰਹਿ ਗਿਆ ਸੀ, ਤਾਂ ਉੱਥੋਂ ਮਾਊਸ ਅੰਦਰ ਆ ਗਿਆ। ਤੇ ਉਹ ਸ਼ਾਨੀ ਬੱਚਾ ਜਿਹੜਾ ਹੈ ਉਹ ਹੱਸਣ ਲੱਗ ਪਿਆ। ਤਾਂ ਮੈਨੂੰ ਕਹਿੰਦਾ, ਅੰਕਲ ਵਾਟ ਯੂ ਸੇਇੰਗ, ਮਾਊਸ ਕੈਨ ਨਾਟ ਵਾਕ, ਮਾਊਸ ਕੈਨ ਨਾਟ ਕਮ ਫਰੋਮ ਦ ਡੋਰ। ਤਾਂ ਮੈਂ ਥੋੜਾ ਉਹਦੇ ਵੱਲ ਅੱਖਾਂ 'ਚ ਅੱਖਾਂ ਪਾ ਕੇ ਪਿਆਰ ਨਾਲ ਉਹਨੂੰ ਪੁੱਛਿਆ, ਵਾਈ ਯੂ ਆਰ ਸੇਇੰਗ ਦਿਸ। ਉਹਨੇ ਆਪਣੇ ਕੰਪਿਊਟਰ ਦੇ ਅੱਗੇ ਨਾ ਮਾਊਸ ਪਿਆ ਸੀ, ਉਹਦੇ ਤੇ ਹੱਥ ਰੱਖ ਕੇ ਮੈਨੂੰ ਕਹਿੰਦਾ, ਦਿਸ ਇਜ਼ ਮਾਊਸ, ਇਟ ਕੈਨ ਨਾਟ ਈਟ ਵਾਲਨਟਸ ਐਂਡ ਆਲਮੰਡਸ, ਇਟ ਕੈਨ ਕਮ ਥਰੂ ਦ ਡੋਰ। ਤਾਂ ਮੈਂ ਸੋਚਿਆ, ਓ ਮਾਈ ਗॉड, ਇਹ ਬੱਚਾ ਮਾਊਸ ਲਫ਼ਜ਼ ਜੋ ਐਕਚੁਅਲ ਮਾਊਸ ਹੈ ਉਹਦੇ ਬਾਰੇ, ਜਿਹਨੂੰ ਰੈਟ ਜਾਂ ਮਾਈਸ ਕਹਿੰਦੇ ਨੇ, ਚੂਹਾ ਕਹਿੰਦੇ ਨੇ, ਇਹ ਉਹਦੇ ਬਾਰੇ ਤਾਂ ਨਹੀਂ ਜਾਣਦਾ। ਪਰ ਕਿਉਂਕਿ ਅੱਜ ਨਿੱਕਾ ਨਿੱਕਾ ਬੱਚਾ ਕੰਪਿਊਟਰ ਬਾਰੇ ਜਾਣਦਾ ਹੈ, ਤਾਂ ਇਹਨੇ ਮੈਨੂੰ ਮਾਊਸ ਬਾਰੇ ਇੰਝ ਕਿਹਾ। ਮੈਂ ਉਹਦੀ ਇਸ ਜਿਹੜੀ ਗੱਲ ਕਰਨ ਦਾ ਢੰਗ ਸੀ ਨਾ, ਉਹਨੂੰ ਇਹ ਸਮਝਣ ਦਾ ਯਤਨ ਕੀਤਾ ਕਿ ਇਹਨਾਂ ਬੱਚਿਆਂ ਨਾਲ ਇਸੀ ਲੈਂਗੁਏਜ ਵਿੱਚ ਗੱਲ ਕਰਨੀ ਚਾਹੀਦੀ ਹੈ। ਬਾਈ ਚਾਂਸ ਨੈਕਸਟ ਵੀਕ ਅਸੀਂ ਆਪਣੀ ਯੰਗਰ ਸਿਸਟਰ ਵੱਲ ਚਲੇ ਗਏ। ਉਹਦਾ ਗ੍ਰੈਂਡਸਨ ਸ਼ਾਨੀ ਦਾ ਹਾਣ ਹੈ, ਤੇ ਉਹ ਦੋਨੋਂ ਇਕੱਠੇ ਖੇਡਦੇ ਨੇ। ਤੇ ਉੱਥੇ ਮੈਂ ਆਪਣੀ ਸਿਸਟਰ ਨੂੰ ਇੱਕ ਸ਼ਬਦ ਦਿਖਾਉਣ ਵਾਸਤੇ ਆਪਣਾ ਲੈਪਟਾਪ ਖੋਲਿਆ। ਲੈਪਟਾਪ ਦੀ ਬੈਕ ਤੇ ਐਪਲ ਬਣਿਆ ਹੋਇਆ ਸੀ। ਤਾਂ ਉਹ ਮੇਰੀ ਸਿਸਟਰ ਦਾ ਜਿਹੜਾ ਗ੍ਰੈਂਡਸਨ ਹੈ, ਉਹਦਾ ਨਾਮ ਮੇਹਰ ਹੈ। ਕਹਿੰਦਾ, ਅੰਕਲ ਯੂ ਵਾਂਟ ਟੂ ਈਟ ਐਪਲ। ਤਾਂ ਮੈਂ ਸੋਚਿਆ ਇਹ ਬੱਚੇ ਦੋਨੋਂ ਦੋਸਤ ਨੇ ਤੇ ਇਹ ਲੈਂਗੁਏਜ ਯੂਜ਼ ਕਰਦੇ ਨੇ। ਤਾਂ ਮੈਂ ਆਪਣੇ ਕੰਪਿਊਟਰ ਦੀ ਬੈਕ ਤੇ ਜਿੱਥੋਂ ਐਪਲ ਨਜ਼ਰ ਆ ਰਿਹਾ ਸੀ, ਮੈਂ ਉਹਨੂੰ ਕਿਹਾ, ਆਈ ਕੈਨ ਨਾਟ ਈਟ ਦਿਸ ਐਪਲ। ਕਹਿੰਦਾ, ਵਾਟ ਡੂ ਯੂ ਮੀਨ, ਆਈ ਐਮ ਨਾਟ ਟਾਕਿੰਗ ਅਬਾਊਟ ਦਿਸ ਐਪਲ। ਮੈਂ ਫਿਰ ਬੜਾ ਹੈਰਾਨ ਹੋਇਆ। ਮੈਂ ਬੜੇ ਧਿਆਨ ਨਾਲ ਉਹਦੇ ਵੱਲ ਦੇਖ ਕੇ ਕਹਿਣ ਲੱਗਾ, ਹਾਊ ਕਮ ਆਈ ਕੈਨ ਈਟ ਦਿਸ ਐਪਲ ਔਨ ਦਿਸ ਲੈਪਟਾਪ। ਉਹ ਨਾ ਓਰੀਜਨਲ ਐਪਲ ਚੁੱਕ ਲਿਆ, ਲਾਲ ਕਲਰ ਦਾ। ਕਹਿੰਦਾ, ਦਿਸ ਇਜ਼ ਐਪਲ ਅੰਕਲ, ਡੋਂਟ ਯੂ ਨੋ। ਤਾਂ ਉਹਨੇ ਜਿਸ ਤਰੀਕੇ ਨਾਲ ਮੈਨੂੰ ਨਾ ਪੁੱਛਿਆ, ਯੂ ਡੋਂਟ ਨੋ, ਕਿ ਇਹ ਐਪਲ ਹੁੰਦਾ ਹੈ। ਤੇ ਮੈਂ ਕਨਫਿਊਜ਼ ਹੋ ਗਿਆ ਕਿ ਇਹਨਾਂ ਬੱਚਿਆਂ ਨਾਲ ਮੈਨੂੰ ਕੰਪਿਊਟਰ ਲੈਂਗੁਏਜ ਯੂਜ਼ ਕਰਨੀ ਹੈ ਜਾਂ ਓਰੀਜਨਲ ਜੋ ਚੀਜ਼ ਹੁੰਦੀ ਹੈ ਉਹ ਯੂਜ਼ ਕਰਨੀ ਹੈ। ਇਹ ਜਿਹੜੀ ਸੱਚੀ ਵਾਪਰੀ ਘਟਨਾ ਮੈਂ ਸਾਂਝ ਕੀਤੀ ਹੈ ਨਾ ਤੁਹਾਡੇ ਸਾਰਿਆਂ ਨਾਲ। ਇੰਜ ਮੈਂ ਅੱਜ ਆਪਣਾ ਟੌਪਿਕ ਸ਼ੁਰੂ ਕਰਨਾ ਚਾਹੁੰਦਾ ਕਿ ਸਾਡੇ ਕੋਲ ਨਾ ਬੜੀ ਵੱਡਮੁੱਲੀ ਚੀਜ਼ ਹੈ, ਇਹ ਬਾਣੀ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਬਾਣੀ ਦਰਜ ਹੈ। ਇਹ ਸਾਨੂੰ ਵਿਜ਼ਡਮ ਸਿਖਾਉਂਦੀ ਹੈ। ਇਹਦੀ ਲੈਂਗੁਏਜ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਨਿੱਕਾ ਬੱਚਾ
ਕੰਪਿਊਟਰ ਦੀ ਲੈਂਗੁਏਜ ਜਾਣਦਾ ਹੈ, ਪਰ ਕੀ ਅਸੀਂ ਗੁਰਬਾਣੀ ਦੀ ਲੈਂਗੁਏਜ, ਜਿਸ ਤਰ੍ਹਾਂ ਉਹਨਾਂ ਨੇ ਮੇਰੇ ਨਾਲ ਮਾਊਸ ਔਰ ਐਪਲ ਦੀਆਂ ਟਰਮਸ ਨੂੰ ਯੂਜ਼ ਕਰਨ ਵੇਲੇ ਗੱਲਾਂ ਕੀਤੀਆਂ, ਨਿੱਕੇ ਨਿੱਕੇ ਬੱਚਿਆਂ ਨੇ, ਹਾਰਡਲੀ 6 to 8 years old, ਤਾਂ ਮੈਂ ਸੋਚ ਰਿਹਾ ਸੀ ਕਿ ਬਾਣੀ ਦੀਆਂ ਟਰਮਸ ਅੱਜ ਮੈਂ ਤੁਹਾਡੇ ਨਾਲ ਸਾਂਝ ਕਰਕੇ ਪੁੱਛਦਾ ਹਾਂ, ਜੇ ਅਸੀਂ ਬਾਣੀ ਦੀਆਂ ਟਰਮਸ ਬਾਣੀ ਚੋਂ ਸਮਝਾਂਗੇ ਤਾਂ ਸਾਨੂੰ ਬਹੁਤ ਲਾਹਾ ਪ੍ਰਾਪਤ ਹੋ ਸਕਦਾ ਹੈ। ਫੋਰ ਐਗਜ਼ਾਮਪਲ, ਥੋੜੇ ਜਿਹੇ ਸਖਤ ਲਫ਼ਜ਼ ਨੇ, ਥੋੜੇ ਜਿਹੇ ਸਾਡੇ ਵਾਸਤੇ ਹਾਰਡ ਲਫ਼ਜ਼ ਨੇ, ਉਹ ਅਸੀਂ ਬਾਣੀ ਚੋਂ ਅੱਜ ਪਿਕਅਪ ਕਰਕੇ ਦੇਖਦੇ ਹਾਂ। ਫਰਜ਼ ਕਰੋ ਬਾਣੀ ਚ ਲਫ਼ਜ਼ ਆਏਗਾ ਠੱਗ। ਅਸੀਂ ਸ਼ਬਦ ਪੜਿਆ, ਰਾਜ ਮਾਲ ਰੂਪ ਜ਼ਾਤ ਜੋਬਨ ਪੰਜੇ ਠੱਗ। ਠੱਗ ਲਫ਼ਜ਼ ਤੇ ਬੜਾ ਨੋਸ਼ਨ ਵਿੱਚ ਬੜਾ ਅਜੀਬ ਕਿਸਮ ਨਾਲ ਨੋਨ ਹੈ। ਰਾਜ ਮਾਲ ਰੂਪ ਜ਼ਾਤ ਜੋਬਨ ਪੰਜੇ ਠੱਗ, ਇੰਨੀ ਠੱਗੀ ਜਗ ਠੱਗਿਆ, ਕਿਨੇ ਨਾ ਰੱਖੀ ਲਾਜ। ਹੁਣ ਗੁਰੂ ਸਾਹਿਬ ਕਹਿੰਦੇ ਨੇ ਇਹ ਜਿਹੜੇ ਠੱਗ ਨੇ ਇਹ ਠੱਗਦੇ ਨੇ। ਹੁਣ ਠੱਗ ਦੀ ਲੈਂਗੁਏਜ ਨੂੰ ਯੂਜ਼ ਕਰਕੇ ਗੁਰੂ ਸਾਹਿਬ ਬਾਣੀ ਚ ਕਹਿੰਦੇ ਨੇ ਇਹਨਾਂ ਠੱਗਨ ਠੱਗ ਸੇ ਜੇ ਗੁਰ ਕੀ ਪੈਰੀ ਪਾਏ, ਉਹ ਅਸਲੀ ਠੱਗ ਹੁੰਦਾ ਹੈ ਜਿਹੜਾ ਇਹਨਾਂ ਠੱਗਾਂ ਨੂੰ ਠੱਗ ਲਵੇ। ਉਹ ਮਾਈ ਗੁੱਡਨੈਸ, ਕਿਆ ਬਾਤ ਹੈ। ਗੁਰੂ ਸਾਹਿਬ ਦਾ ਵੋਕੈਬਲਰੀ ਨੂੰ, ਜਿਹੜੀ ਨੋਸ਼ਨ ਵਿੱਚ ਨੋਨ ਹੈ, ਉਹਨੂੰ ਯੂਜ਼ ਕਰਨ ਦਾ। ਕਈ ਇੰਗਲਿਸ਼ ਵਾਲੇ ਇਸ ਨੂੰ ਕਹਿੰਦੇ ਨੇ ਸਪੀਕਿੰਗ ਇਨ ਵਰਨੈਕੂਲਰ, ਰਾਈਟਿੰਗ ਇਨ ਵਰਨੈਕੂਲਰ, ਕਈ ਇਸ ਨੂੰ ਮੈਟਾਫਰਸ ਯੂਜ਼ ਕਰਨਾ ਕਹਿੰਦੇ ਨੇ, ਕਈ ਇਹਨੂੰ ਪੈਰਾਬਲਸ ਤੇ ਯੂਜ਼। ਮੈਨੂੰ ਇੰਗਲਿਸ਼ ਦੇ ਇਤਨੇ ਲਫ਼ਜ਼ ਨਹੀਂ ਸਾਂਝ ਕਰਨੇ ਆਣਗੇ, ਲੇਕਿਨ ਪੰਜਾਬੀ ਚ ਅਸੀਂ ਇਸ ਨੂੰ, ਮੈਂ ਆਪਣੇ ਨਾਨੀ ਜੀ ਕੋਲੋਂ ਸਮਝਿਆ ਸੀ ਅੱਜ ਤੋਂ 40-45 ਸਾਲ ਪਹਿਲਾਂ। ਸ਼ੀ ਯੂਜ਼ ਟੂ ਟੈਲ ਮੀ ਕਿ ਜਦੋਂ ਗੁਰੂ ਸਾਹਿਬ ਕਿਸੇ ਪ੍ਰਚਲਿਤ ਅੱਖਰ ਨੂੰ, ਵਰਡ ਨੂੰ, ਟਰਮ ਨੂੰ, ਫਰੇਜ਼ ਨੂੰ, ਈਡੀਅਮ ਨੂੰ, ਜਾਂ ਇਤਿਹਾਸ ਦੇ ਕਿਸੇ ਲਫ਼ਜ਼ ਨੂੰ ਵਰਤਦੇ ਨੇ ਔਰ ਫਿਰ ਉਹਦੇ ਵਿੱਚ ਮੀਨਿੰਗ ਆਪਣੇ ਰੱਖਦੇ ਨੇ, ਇਸ ਤਰੀਕੇ ਦੀ ਕਨਵਰਸੇਸ਼ਨ ਨੂੰ ਕਹਿੰਦੇ ਨੇ ਪ੍ਰੌਡਾਵਾਦ। ਜੋ ਵਰਡਸ, ਜੋ ਅੱਖਰ, ਜੋ ਟਰਮਸ ਆਲਰੇਡੀ ਪ੍ਰਚਲਿਤ ਹਨ ਨੋਸ਼ਨ ਵਿੱਚ ਜਾਂ ਵਰਲਡ ਵਾਈਡ ਲੋਕਾਂ ਦੀ ਰੋਜ਼ਮਰਾ ਦੀ ਜ਼ਬਾਨ ਤੇ ਪ੍ਰਚਲਿਤ ਹਨ। ਅੱਛਾ, ਗੁਰੂ ਸਾਹਿਬ ਹੁਣ ਠੱਗ ਲਫ਼ਜ਼ ਵਰਤ ਕੇ ਬੜੀ ਪੋਜ਼ਿਟਿਵ ਸੈਂਸ ਵਿੱਚ ਕਹਿੰਦੇ ਨੇ ਰਾਜ ਮਾਲ ਰੂਪ ਜ਼ਾਤ ਜੋਬਨ ਪੰਜੇ ਠੱਗ, ਇੰਨੀ ਠੱਗੀ ਜਗ ਠੱਗਿਆ ਕਿਨੇ ਨਾ ਰੱਖੀ ਲੱਜ, ਇਹਨਾਂ ਠੱਗਨ ਠੱਗ ਸੇ ਜੇ ਗੁਰ ਕੀ ਪੈਰੀ ਪਾਏ, ਨਾਨਕ ਕਰਮਾ ਬਾਰੇ ਔਰ ਕੀਤੇ ਮੁੱਠੇ ਜਾਏ। ਅੱਛਾ, ਜਿਹੜੇ ਇਹਨਾਂ ਨੂੰ ਠੱਗ ਲੈਂਦੇ ਨੇ ਉਹ ਅਸਲੀ ਠੱਗ ਹੁੰਦੇ ਨੇ। ਵਾਓ, ਕਿਆ ਪੋਜ਼ਿਟਿਵ ਸੈਂਸ ਹੈ। ਇੱਕ ਨੈਗੇਟਿਵ ਇਤਨਾ, ਇੱਕ ਦੁਨੀਆ ਵਿੱਚ, ਸਮਾਜ ਵਿੱਚ ਇੱਕ ਇਤਨਾ ਲਫ਼ਜ਼ ਨੋਨ ਜਿਹੜਾ ਨੈਗੇਟਿਵ ਸੈਂਸ ਵਿੱਚ ਵਰਤਿਆ ਜਾਂਦਾ, ਗੁਰੂ ਸਾਹਿਬ ਨੇ ਕਿਸ ਤਰ੍ਹਾਂ ਵਰਤਿਆ। ਕਬੀਰ ਸਾਹਿਬ ਕਹਿੰਦੇ ਨੇ ਕੂਟਨ ਸੋਏ ਜੋ ਮਨ ਕੋ ਕੂਟੈ, ਮਨ ਕੂਟੈ ਤੋ ਜਮਤੇ ਛੂਟੈ। ਹੁਣ ਕੂਟਨ ਲਫ਼ਜ਼ ਨੂੰ ਸਿੰਪਲ ਲੈਂਗੁਏਜ ਵਿੱਚ ਦਲਾਲ ਕਹਿੰਦੇ ਨੇ। ਹੋਰ ਇਹਦੇ ਅਨੇਕਾਂ ਪੰਜਾਬੀ, ਹਿੰਦੀ, ਇੰਗਲਿਸ਼ ਦੇ ਲਫ਼ਜ਼ ਨੇ, ਮੈਂ ਸਿੰਪਲ ਲੈਂਗੁਏਜ ਯੂਜ਼ ਕਰ ਰਿਹਾ। ਦਲਾਲ, ਕੂਟਨ ਸੋਏ ਜੋ ਮਨ ਕੋ ਕੂਟੈ, ਮਨ ਕੂਟੈ ਤੋ ਜਮਤੇ ਛੂਟੈ, ਕੁੱਟ ਕੁੱਟ ਮਨ ਕਸਵੱਟੀ ਲਾਵੇ, ਸੋ ਕੂਟਨ ਮੁਕਤ ਬੋ ਪਾਵੇ। ਲੋ ਜੀ, ਹੁਣ ਕੂਟਨ ਲਫ਼ਜ਼ ਦੁਨੀਆ ਕਿਹਨੂੰ ਕਹਿੰਦੇ ਸੀ, ਤਾਂ ਗੁਰੂ ਸਾਹਿਬ ਕਹਿੰਦੇ ਨੇ ਕੂਟਨ ਕਿਸੇ ਕਹੋ ਸੰਸਾਰ। ਇਹ ਦੁਨੀਆ ਦੇ ਲੋਕੋ, ਤੁਸੀਂ ਕਿਹਨੂੰ ਕੂਟਨ ਕਹਿੰਦੇ ਹੋ, ਦਲਾਲ ਕਹਿੰਦੇ ਹੋ। ਮੈਂ ਤੇ ਸਮਝਦਾ ਇਹ ਕੂਟਨ ਦੇ ਪਿੱਛੇ ਮੈਂ ਜਿਹੜਾ ਟੰਗ ਵਰਤਿਆ, ਸਗਲ ਬੋਲਣ ਕੇ ਮਾਹੀ ਵਿਚਾਰ। ਇਟ ਡਿਪੈਂਡਸ ਕਿ ਬੋਲਣ ਵਾਲੇ ਦੀ ਉਸ ਟਰਮ ਨੂੰ, ਉਸ ਅੱਖਰ ਨੂੰ ਯੂਜ਼ ਕਰਨ ਦੇ ਪਿੱਛੇ ਉਹ ਫਰੇਜ਼ ਜਾਂ ਉਹ ਮੈਟਾਫਰ
हिस्टोरिकल या मिथिहासक कोई भी लफज यूज करन पिछे ਉਹਦਾ ਮੰਤਵ ਕੀ ਹੈ, ਉਹਦਾ ਏਮ ਕੀ ਹੈ। ਸੋ ਇਹਦਾ ਮਤਲਬ ਜਦੋਂ ਮੈਂ ਗੁਰੂ ਸਾਹਿਬ ਦੀ ਗੱਲ, ਗੁਰੂ ਸਾਹਿਬ ਦੀ ਬਾਣੀ ਚੋਂ ਜਿਹਨੂੰ ਸੈਲਫ ਐਕਸਪਲੇਨੇਟਰੀ ਕਹਿੰਦੇ ਨੇ, ਉਹਨੂੰ ਸਿੱਖਾਂਗਾ ਗੁਰੂ ਸਾਹਿਬ ਕੋਲ। ਇੱਕ ਇਤਨਾ ਖਤਰਨਾਕ ਲਫ਼ਜ਼ ਠੱਗ, ਇੱਕ ਆਮ ਤੌਰ ਤੇ ਯੂਜ਼ ਕੀਤਾ ਹੋਇਆ ਦਲਾਲ ਲਫ਼ਜ਼ ਕੂਟਨ, ਉਸ ਸ਼ਬਦ ਦੇ ਅੰਦਰ ਕਬੀਰ ਸਾਹਿਬ ਕਹਿੰਦੇ ਨੇ ਕੂਟਨ ਕਿਸੇ ਕਹੋ ਸੰਸਾਰ ਸਗਲ ਬੁਲਨ ਕੇ ਮਾਏ ਵਿਚਾਰ। ਸਾਰੇ ਸ਼ਬਦ ਅੰਦਰ ਨਾਚਨ, ਬਾਜ਼ਾਰੀ, ਤਸਕਰ ਜੈਸੇ ਲਫ਼ਜ਼ ਗੁਰੂ ਸਾਹਿਬ ਕਬੀਰ ਸਾਹਿਬ ਦੀ ਰਚਨਾ ਤੋਂ ਵਰਤ ਕੇ ਉਹਨਾਂ ਦੇ ਅਰਥ ਆਪਣੇ ਰੱਖਦੇ ਨੇ। ਅੱਛਾ ਗੁਰੂ ਸਾਹਿਬ, ਜੇ ਤੁਹਾਡੇ ਵਾਲੇ ਲਫ਼ਜ਼ਾਂ ਨੂੰ ਲੈਂਦੇ ਆ, ਔਰ ਮੈਨੂੰ ਜਿਹੜੇ ਨੋਸ਼ਨ ਵਿੱਚ ਲਫ਼ਜ਼ ਪਤਾ ਨੇ, ਮੇਰੇ ਨੋਸ਼ਨ ਦੇ ਮੁਤਾਬਕ ਤੇ ਇੱਕ ਲਫ਼ਜ਼ ਅੰਨਾ ਹੁੰਦਾ ਹੈ, ਤੁਸੀਂ ਕਹਿੰਦੇ ਹੋ ਹਮ ਅੰਧਲੇ ਅੰਧ ਵਿਖੇ ਵਿਖਰਾਤੇ, ਮੈਨੂੰ ਤੇ ਇਹਨਾਂ ਅੱਖਾਂ ਨਾਲ ਸਾਫ਼ ਨਜ਼ਰ ਆਉਂਦਾ ਹੈ, ਤੁਸੀਂ ਕਿਵੇਂ ਕਹਿੰਦੇ ਹੋ ਹਮ ਅੰਧਲੇ ਅੰਧ ਵਿਖੇ ਵਿਖਰਾਤੇ। ਅੱਛਾ ਗੁਰੂ ਸਾਹਿਬ, ਫਿਰ ਮੈਨੂੰ ਤੁਸੀਂ ਦੱਸ ਦਿਓ ਤੁਸੀਂ ਅੰਨਾ ਫਿਰ ਕਿਹਨੂੰ ਕਹਿੰਦੇ ਹੋ? ਤਾਂ ਬਾਣੀ ਚ ਕਹਿੰਦੇ ਨੇ ਅੰਧਾ ਸੋਏ ਜੇ ਅੰਧ ਕਮਾਵੇ। ਵਾਹਿਗੁਰੂ, ਗੁਰੂ ਸਾਹਿਬ ਹੁਣ ਅੰਨੇ ਦੀ ਡੈਫੀਨੇਸ਼ਨ ਦੇਣ ਲੱਗੇ ਨੇ। ਮੈਂ ਤੇ ਸੋਚਦਾ ਸੀ ਅੰਨਾ ਉਹਨੂੰ ਕਹਿੰਦੇ ਨੇ ਜਿਹਦੇ ਕੋਲ ਅੱਖਾਂ ਨਹੀਂ ਹੁੰਦੀਆਂ। ਗੁਰੂ ਸਾਹਿਬ ਕਹਿੰਦੇ ਨੇ ਅੰਨੇ ਸੀ ਨਾ ਅੱਖੀਆਂ ਜਿਨ ਮੁਖ ਲੋਏ ਨਾ ਹੈ, ਉਹਨਾਂ ਨੂੰ ਅੰਨਾ ਨਹੀਂ ਕਹਿੰਦੇ ਨੇ ਜਿਨ੍ਹਾਂ ਦੀਆਂ ਅੱਖਾਂ ਨਹੀਂ ਹੁੰਦੀਆਂ। ਅੱਛਾ ਗੁਰੂ ਸਾਹਿਬ, ਫਿਰ ਤੁਹਾਡੀ ਬੋਲੀ ਚ ਕਿਹਨੂੰ ਕਹਿੰਦੇ ਨੇ? ਗੁਰੂ ਸਾਹਿਬ ਕਹਿੰਦੇ ਨੇ ਅੰਨੇ ਸੇ ਨਾ ਅੱਖੀਆਂ ਜਿਨ ਮੁਖ ਲੋਏ ਨਾ ਹੈ, ਅੰਨੇ ਸੇ ਹੀ ਨਾਨਕਾ ਖਸਮੋ ਕੁੱਥੇ ਜਾਏ। ਦੋਜ਼ ਹੂ ਵਾਂਡਰ ਅਵੇ ਫਰੋਮ ਦਾ ਟਰੁਥ, ਜੋ ਸੱਚ ਤੋਂ ਦੂਰ ਜਾਂਦੇ ਨੇ ਉਹ ਅੰਨੇ ਹੁੰਦੇ ਨੇ। ਕਿਆ ਬਾਤ ਹੈ ਗੁਰੂ ਸਾਹਿਬ, ਤੁਹਾਡਾ ਇਹ ਢੰਗ ਪ੍ਰੌਢਾਵਾਦ ਦਾ, ਇਹ ਵਰਨੈਕੂਲਰ ਦੇ ਢੰਗ ਨੂੰ ਯੂਜ਼ ਕਰਨ ਦਾ, ਮੈਨੂੰ ਤੁਹਾਡੀ ਬੋਲੀ ਸਿੱਖਣੀ ਪਏਗੀ। ਤਾਂ ਤੁਸੀਂ ਮੈਨੂੰ ਅੰਨਾ ਸਮਝਾ ਰਹੇ ਹੋ, ਅੰਧਾ ਸੋਏ ਜੇ ਅੰਧ ਕਮਾਵੇ। ਅੱਛਾ, ਜੇ ਮੈਂ ਅਗਿਆਨਤਾ ਵਸ ਮੰਦੇ ਖਿਆਲ ਕਮਾਉਂਦਾ ਹਾਂ, ਈਵਲ ਥਾਟਸ ਕਮਾਉਂਦਾ ਹਾਂ, ਤਾਂ ਮੈਂ ਅੰਨਾ ਹਾਂ। ਗੁਰੂ ਸਾਹਿਬ ਕਹਿੰਦੇ ਹਾਂ, ਅੰਧਾ ਸੋਏ ਜੇ ਅੰਧ ਕਮਾਵੇ, ਤਿਸ ਹਿਰਦੈ ਸੇ ਲੋਚਨ ਨਾਈ। ਵਾਹਿਗੁਰੂ, ਲੋਚਨ ਤੇ ਅੱਖਾਂ ਨੂੰ ਕਹਿੰਦੇ ਨੇ, ਹਿਰਦੇ ਦੇ ਲੋਚਨ ਕਿਹੜੇ ਹੁੰਦੇ ਨੇ? ਇਹਦਾ ਮਤਲਬ ਮੇਰੇ ਕੋਲ ਇਹ ਵਾਲੀ ਵੋਕੈਬਲਰੀ ਨਹੀਂ ਹੈ ਗੁਰੂ ਸਾਹਿਬ ਦੀ ਬਾਣੀ ਚੋਂ। ਮੈਨੂੰ ਇਸ ਵੋਕੈਬਲਰੀ ਦੀਆਂ ਟਰਮ ਸਮਝਣੀਆਂ ਪੈਣਗੀਆਂ। ਸਾਧ ਸੰਗਤ ਜੀ, ਅੱਗੇ ਵਧਣ ਤੋਂ ਪਹਿਲਾਂ ਮੈਂ ਡਾਕਟਰ ਜਸਵੰਤ ਸਿੰਘ ਜੀ ਤੁਹਾਡੇ ਕੋਲ ਪੁੱਛਣਾ ਚਾਹੁੰਦਾ, ਜੇ ਮੈਂ ਗੁਰੂ ਸਾਹਿਬ ਜੀ ਦੀ ਬੋਲੀ, ਗੁਰੂ ਸਾਹਿਬ ਜੀ ਦੀਆਂ ਟਰਮਸ ਦੇ ਪਿੱਛੇ ਉਹਨਾਂ ਦੇ ਮੰਤਵ ਨੂੰ ਬਾਣੀ ਚੋਂ ਜਦੋਂ ਮੈਂ ਅਰਥ ਸਮਝਾਂਗਾ, ਕੀ ਮੇਰਾ ਡਾਕਟਰ ਸਾਹਿਬ ਮੇਰੀ ਚਤਰਾਈ ਹੋਏਗੀ? ਚਤਰਾਈ ਤੇ ਨਹੀਂ ਕਹਿ ਸਕਦੇ, ਤੁਸੀਂ ਕੋਸ਼ਿਸ਼ ਕਰ ਰਹੇ ਹੋ ਗੁਰਬਾਣੀ ਨੂੰ ਸਮਝਣ ਦੀ ਜੀ। ਥੈਂਕ ਯੂ। ਕੀ ਹੈ ਮੇਰੇ ਪੜ੍ਹੇ ਲਿਖੇ, ਮੇਰੇ ਦੁਨਿਆਵੀ ਪੜ੍ਹਾਈ ਦੀਆਂ ਡਿਗਰੀਆਂ ਦੀ, ਮੇਰੀ ਸਿਆਣਪ ਦੀ, ਮੇਰੀ ਪੜ੍ਹਾਈ ਦੀ ਇੰਟੈਲੈਕਟ ਹੋਵੇਗਾ? ਨਹੀਂ, ਗੁਰੂ ਦੇ ਘਰ 'ਚ ਤਾਂ ਉਹ ਤੁਹਾਡੀ ਜਿਹੜੀ ਦੁਨਿਆਵੀ ਇੰਟੈਲੈਕਟ ਆ ਉਹਦਾ ਕੋਈ ਮਤਲਬ ਨਹੀਂ ਹੈ ਜੀ। ਥੈਂਕ ਯੂ ਡਾਕਟਰ ਸਾਹਿਬ, ਤੁਸੀਂ ਮੇਰੀ ਬੜੀ ਹੈਲਪ ਕਰ ਰਹੇ ਹੋ ਮੈਨੂੰ ਅੱਗੇ ਟੁਰਨ ਵਾਸਤੇ। ਇਹਦਾ ਮਤਲਬ ਇਹ ਹੋ ਗਿਆ, ਮੈਨੂੰ ਗੁਰੂ ਸਾਹਿਬ ਜੀ ਦੀ ਬੋਲੀ ਚੋਂ ਗੁਰੂ ਸਾਹਿਬ ਜੀ ਦੀ ਟਰਮਸ ਯੂਜ਼ ਕਰਨ ਦੇ ਪਿੱਛੇ ਉਹਨਾਂ ਦਾ ਮੰਤਵ ਸਮਝਾਂਗਾ ਜਦੋਂ ਮੈਂ, ਤਾਂ ਇਹ ਤਾਂ ਮੇਰਾ ਸਿੰਪਲੀ ਸਮਰਪਣ ਹੋਏਗਾ, ਇਹ ਤਾਂ ਮੇਰਾ ਸਿੱਖਣਾ ਹੋਏਗਾ। ਐਮ ਆਈ ਰਾਈਟ? ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਇਹਦਾ ਮਤਲਬ ਜਦੋਂ ਮੈਂ ਗੁਰੂ ਸਾਹਿਬ ਜੀ ਦੀ ਬੋਲੀ ਚੋਂ ਅੰਨਾ ਸਮਝ ਰਿਹਾ, ਗੁਰੂ ਸਾਹਿਬ ਦੀ ਬੋਲੀ ਚੋਂ ਕੂਟਨ ਸਮਝ ਰਿਹਾ, ਗੁਰੂ ਸਾਹਿਬ ਦੀ ਬੋਲੀ ਚੋਂ ਠੱਗ ਸਮਝ ਰਿਹਾ, ਤਾਂ ਜਦੋਂ ਇਹ ਲਫ਼ਜ਼ ਮੈਂ ਸਮਝ ਰਿਹਾ, ਤਾਂ ਇਹ ਸਮਝਣ ਵੇਲੇ ਜਿਹੜੇ ਅਰਥ ਨਿਕਲ ਕੇ ਆਣਗੇ ਨਾ, ਉਹ ਮੇਰੀ ਇੰਟਰਪ੍ਰੀਟੇਸ਼ਨ ਨਹੀਂ ਹੋਏਗੀ, ਉਹ ਮੇਰੀ ਟ੍ਰਾਂਸਲੇਸ਼ਨ ਨਹੀਂ ਹੋਏਗੀ, ਉਹ ਭੁਪਿੰਦਰ ਸਿੰਘ ਦੀ ਇੰਪੋਜ਼ਡ ਓਪੀਨੀਅਨ ਨਹੀਂ ਹੋਏਗੀ। ਡਾਕਟਰ ਸਾਹਿਬ, ਮੈਂ ਬੜੀ ਨਮਰਤਾ ਨਾਲ ਕਹਿ ਰਿਹਾ, ਬਾਣੀ ਚੋਂ ਬਾਣੀ ਦੇ ਅਰਥ ਲੱਭਣਾ, ਭਾਵੇਂ ਕੋਈ ਪੜਿਆ ਹੋਇਆ ਹੈ, ਭਾਵੇਂ ਨਹੀਂ ਪੜਿਆ ਹੋਇਆ, ਭਾਵੇਂ ਉਹ ਡਾਕਟਰ ਇੰਜੀਨੀਅਰ ਹੈ, ਭਾਵੇਂ ਉਹਨੂੰ ਗ੍ਰਾਮਰ ਇੰਜੀਨੀਅਰਿੰਗ ਤੋਂ ਲੈ ਕੇ ਦੁਨੀਆ ਦੀ ਕੋਈ ਪੜ੍ਹਾਈ ਆਂਦੀ ਹੈ ਜਾਂ ਨਹੀਂ ਆਂਦੀ ਹੈ, ਜੇ ਉਹ ਬਾਣੀ ਚੋਂ ਬਾਣੀ ਦੇ ਅਰਥਾਂ ਨੂੰ ਸਮਝਦਾ ਹੈ, ਔਰ ਬਾਣੀ ਉਹਦੀ ਆਪ ਸੈਲਫ ਐਕਸਪਲੇਨੇਟਰੀ ਗੱਲ ਕਰਦੀ ਹੈ,
ਤਾਂ ਇਹ ਟ੍ਰਾਂਸਲੇਸ਼ਨ ਨੂੰ ਅਸੀਂ ਇਹ ਨਹੀਂ ਸਮਝਾਂਗੇ ਕਿ ਇਹ ਮੇਰੀ ਬੋਲੀ ਹੋਈ ਟ੍ਰਾਂਸਲੇਸ਼ਨ ਹੈ ਜਾਂ ਇਹ ਮੇਰਾ ਇੰਟੈਲੈਕਟ ਹੈ ਜਾਂ ਇਹ ਭੁਪਿੰਦਰ ਸਿੰਘ ਦੇ ਵੱਲੋਂ ਇੰਟਰਪ੍ਰੀਟੇਸ਼ਨ ਹੈ। ਠੀਕ ਹੈ ਜੀ, ਥੈਂਕ ਯੂ। ਇਹਦਾ ਮਤਲਬ ਮੈਨੂੰ ਗੁਰੂ ਸਾਹਿਬ ਜੀ ਦੀ ਬਾਣੀ ਦੀ ਬੋਲੀ ਸਮਝਣੀ ਪਏਗੀ ਨਾ। ਮੈਂ ਨੋਸ਼ਨ ਵਾਲੇ ਅਰਥ ਕਰਦਾ ਰਹਿ ਜਾਂਦਾ ਸੀ। ਮੈਂ ਬਾਰ-ਬਾਰ ਮੈਂ ਬੋਲਾਂਗਾ, ਮੈਂ ਤੁਹਾਡੇ ਚੋਂ ਕਿਸੇ ਨੂੰ ਕੁਝ ਵੀ ਨਹੀਂ ਕਹਿ ਰਿਹਾ। ਮੈਂ ਮਤਲਬ ਅਸੀਂ, ਮੈਂ ਨੋਸ਼ਨ ਵਾਲੇ ਅਰਥ ਕਰਦਾ ਰਹਿੰਦਾ ਸੀ। ਕੋਈ ਸਿਆਣਾ ਆਵੇ ਇਹਨਾਂ ਇਆਣਿਆਂ ਨੂੰ ਸਮਝਾ ਜਾਵੇ। ਗੁਰੂ ਸਾਹਿਬ ਨੇ ਮੈਨੂੰ ਕਿਹਾ, ਭੁਪਿੰਦਰ ਸਿੰਘ ਤੂੰ ਇਆਣਾ ਹੈ, ਤੂੰ ਉਮਰ ਕਰਕੇ ਨਿੱਕੇ ਬੱਚਿਆਂ ਨੂੰ ਇਆਣਾ ਕਹਿੰਦਾ ਰਹਿੰਦਾ ਹੈ। ਦੇਖ ਗੁਰ ਕੀ ਮਤ ਤੂੰ ਲੈ ਇਆਣੇ, ਭਗਤ ਬਿਨਾ ਬੋ ਡੂਬੇ ਸਿਆਣੇ। ਤੂੰ ਇਆਣਾ ਹੈ, ਤੂੰ ਆਪਣੇ ਆਪ ਨੂੰ 40 50 60 70 ਸਾਲ 80 ਸਾਲ ਦਾ ਬੜਾ ਗਿਆਨਵਾਨ ਸਮਝਣਾ ਹੈ। ਤੇਰੀ ਉਮਰ ਦੀ ਗੱਲ ਨਹੀਂ ਚੱਲ ਰਹੀ। ਜੇ ਗੁਰੂ ਦੀ ਮਤ ਨਹੀਂ ਲਈ ਤੇ ਗੁਰਮਤ ਦੀ ਡੈਫੀਨੇਸ਼ਨ ਨਿਕਲ ਕੇ ਆ ਰਹੀ ਹੈ। ਜੇ ਮੈਂ ਗੁਰੂ ਦੀ ਮਤ ਨਹੀਂ ਲਈ ਤੇ ਮੈਂ ਇਆਣਾ। ਮੈਂ ਸਮਝਦਾ ਸੀ ਮੈਨੂੰ ਮੈਨਰਸ ਬੜੇ ਆਉਂਦੇ ਨੇ, ਮੈਚਿੰਗ ਕੱਪੜੇ ਪਾਣੇ ਆਉਂਦੇ ਨੇ। ਦੁਨੀਆ ਵਿੱਚ ਮੈਨਰਸ ਦੇ ਨਾਲ ਸਟੀਲ ਦੀ ਚਮਚ ਛੁਰੀ ਕਾਂਟੇ ਨਾਲ ਖਾਣਾ ਆਉਂਦਾ, ਟੇਬਲ ਤੇ ਬੈਠਣਾ ਆਉਂਦਾ ਹੈ, ਪਾਰਟੀ ਵਿੱਚ ਜਾਣਾ ਆਉਂਦਾ ਹੈ। ਮੈਂ ਆਪਣੇ ਆਪ ਨੂੰ ਸਿਆਣਾ ਸਮਝਦਾ ਸੀ। ਗੁਰੂ ਸਾਹਿਬ ਕਹਿੰਦੇ ਨਹੀਂ, ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗਾ ਜਿਸ ਮੀਠਾ ਜੀ। ਗੁਰੂ ਸਾਹਿਬ ਤੁਹਾਡੀ ਇਆਣੇ ਦੀ ਡੈਫੀਨੇਸ਼ਨ ਅਲੱਗ ਹੈ, ਤੁਹਾਡੀ ਸਿਆਣੇ ਦੀ ਡੈਫੀਨੇਸ਼ਨ ਅਲੱਗ ਹੈ। ਅੱਛਾ, ਫਿਰ ਮੈਂ ਤੇ ਅੰਤਕਾਲ ਸਮਝਦਾ ਸੀ ਵੀ ਜਦੋਂ ਮਰ ਜਾਂਦੇ ਨੇ ਉਹਨੂੰ ਕਹਿੰਦੇ ਨੇ ਤੁਸੀਂ ਮੈਨੂੰ ਫਿਰ ਅੰਤਕਾਲ ਦੀ ਡੈਫੀਨੇਸ਼ਨ ਵੀ ਸਮਝਾ ਦਿਓ। ਤੇ ਗੁਰੂ ਸਾਹਿਬ ਕਹਿੰਦੇ ਨੇ ਆਖਾਂ ਜੀਵਾਂ ਵਿਸਰੇ ਮਰ ਜਾਉਂ, ਇਹਨੂੰ ਅੰਤਕਾਲ ਕਹਿੰਦੇ ਨੇ। ਗੁਰੂ ਸਾਹਿਬ ਮੈਂ ਤੇ ਸਮਝਦਾ ਸੀ ਜਦੋਂ ਹਾਰਟ ਬੀਟ ਰੁਕ ਜਾਂਦੀ ਹੈ, ਡਾਕਟਰ ਕਹਿੰਦਾ ਬੰਦਾ ਮਰ ਗਿਆ, ਉਹਨੂੰ ਅੰਤਕਾਲ ਕਹਿੰਦੇ ਨੇ। ਤੁਸੀਂ ਅੰਤਕਾਲ ਕਿਹਨੂੰ ਕਹਿੰਦੇ ਹੋ ਗੁਰੂ ਸਾਹਿਬ? ਗੁਰੂ ਸਾਹਿਬ ਕਹਿੰਦੇ ਨੇ ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਤਿਤ ਵੇਲਾ ਮਰ ਜਾਏ ਜੀਓ ਮੇਰਾ। ਅੱਛਾ, ਉਸ ਵੇਲੇ ਮਰ ਜਾਂਦੇ ਨੇ। ਮੈਂ ਤੇ ਟ੍ਰਾਂਸਲੇਸ਼ਨਸ ਕਰਨ ਵੇਲੇ ਜਾਂ ਤੁਹਾਡੀਆਂ ਪੰਕਤੀਆਂ ਨੂੰ ਜਾਂ ਕੀਰਤਨ ਚੋਂ ਸੁਣਨ ਵੇਲੇ ਪਾਠ ਵਿੱਚ ਮੈਂ ਤੇ ਅੰਤਕਾਲ ਦਾ ਮੈਨਾ ਸਰੀਰਕ ਡੈਥ ਸਮਝਦਾ ਸੀ। ਫਿਰ ਤੁਸੀਂ ਗੁਰੂ ਸਾਹਿਬ, ਅੱਛਾ ਫਿਰ ਤੁਸੀਂ ਮ੍ਰਿਤਕ ਕਿਹਨੂੰ ਕਹਿੰਦੇ ਹੋ? ਗੁਰੂ ਸਾਹਿਬ ਕਹਿੰਦੇ ਦੇਖ ਭੁਪਿੰਦਰ ਸਿੰਘ, ਜੇ ਤੂੰ ਮੇਰੇ ਕੋਲ ਪੁੱਛੇਗਾ ਤੇ ਮੈਂ ਕਹਾਂਗਾ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਬੜਾ ਸਿਆਣਾ ਚਤਰ ਸਿਆਣਾ ਗਿਆਨਵਾਨ ਬੋਲਣ ਵਾਲਾ ਤੂੰ ਆਪਣੇ ਆਪ ਨੂੰ ਸਮਝਣਾ ਹੈ। ਅੱਜ ਸੁੰਦਰ ਕੁਲੀਨ ਚਤਰ, ਬੜੇ ਉੱਚੇ ਕੁਲ ਦਾ ਸਮਝਣਾ। ਮੁਖ ਗਿਆਨੀ ਧਨਵੰਤ, ਮੂੰਹ ਨਾਲ ਬੜੇ ਗਿਆਨਵਾਨ ਗੱਲਾਂ ਕਰਨਾ ਹੈ। ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਵਾਹਿਗੁਰੂ। ਗੁਰੂ ਸਾਹਿਬ ਮੈਂ ਤੇ ਅੰਤਕਾਲ ਜਾਂ ਮ੍ਰਿਤਕ ਸਰੀਰਕ ਸਮਝਦਾ ਸੀ। ਅੱਛਾ, ਤੁਸੀਂ ਫਿਰ ਮੈਨੂੰ ਦੱਸ ਦਿਓ ਕਿ ਫਿਰ ਮ੍ਰਿਤਕ ਤੁਹਾਡੀ ਬੋਲੀ ਵਿੱਚ ਹੋਰ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ? ਗੁਰੂ ਸਾਹਿਬ ਕਹਿੰਦੇ ਨੇ ਸਤਿਗੁਰ ਜੀ ਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮ੍ਰਿਤਕ ਹੈ ਸੰਸਾਰ। ਲੋ ਜੀ, ਮੈਂ ਮਰਿਆ ਹੋਇਆ ਵਾਂ। ਅੱਛਾ, ਮੈਂ ਡੈਡ ਬੋਡੀ ਹਾਂ। ਗੁਰੂ ਸਾਹਿਬ ਮੈਂ ਤੇ ਆਪਣੇ ਆਪ ਨੂੰ ਮਾਨਸ ਸਮਝਦਾ ਸੀ। ਮੈਂ ਤੇ ਸੋਚਦਾ ਸੀ ਮੈਂ 84 ਲੱਖ ਜੂਨਾ ਕੱਟ ਕੇ, ਨੋਸ਼ਨ ਵਾਲੇ ਅਰਥ ਜੀ 84 ਲੱਖ ਜੂਨਾ ਕੱਟ ਕੇ ਸਾਨੂੰ ਮਨੁੱਖਾ ਦੇ ਮਾਨਸ ਜਨਮ ਮਿਲਿਆ। ਅਸੀਂ ਇਹਦਾ ਨਾਂ ਹਿਊਮਨ ਬੀਇੰਗ ਰੱਖਿਆ ਹੋਇਆ ਸੀ। ਗੁਰੂ ਸਾਹਿਬ ਕਹਿੰਦੇ ਮਤ ਜਾਣੋ ਜਗ ਜੀਂਦਾ ਦੂਜੇ ਭਾਏ ਮੁਯਾਸ, ਤੂੰ ਜੀਂਦਾ ਹੀ ਨਹੀਂ ਹੈ। ਅੱਛਾ ਗੁਰੂ ਸਾਹਿਬ, ਫਿਰ ਮੈਨੂੰ ਤੁਸੀਂ ਦੱਸੋ, ਤੁਸੀਂ ਫਿਰ ਮਾਨਸ ਕਿਹਨੂੰ ਕਹਿੰਦੇ ਹੋ? ਮੈਂ ਤੈਨੂੰ ਮਾਨਸ ਜੂਨ ਸਮਝਦਾ ਹਾਂ। ਤੁਹਾਡੀ ਬੋਲੀ ਵਿੱਚ ਫਿਰ ਮਾਨਸ ਜੂਨ ਕਿਹਨੂੰ ਕਹਿੰਦੇ ਨੇ? ਤਾਂ ਗੁਰੂ ਸਾਹਿਬ ਕਹਿੰਦੇ ਨੇ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਉਹ ਮਾਨਸ ਜੂਨ ਨਾ ਆਖੀਆਂ। ਗੁਰੂ ਸਾਹਿਬ ਮੈਂ ਤੇ ਅੰਦਰੋਂ ਮੇਰਾ ਸਾਰਾ ਬੇਸ ਹੀ ਹਿਲਦਾ ਜਾ ਰਿਹਾ। ਮਨੋ ਤੇ ਦੁਨਿਆਵੀ ਨੋਸ਼ਨ ਤੇ ਲੈਂਗੁਏਜ ਦੇ ਅਰਥ ਪਤਾ ਸਨ। ਦੁਨਿਆਵੀ ਨੋਸ਼ਨ ਅੰਦਰ ਜੋ ਟਰਮਸ ਯੂਜ਼ ਕੀਤੀਆਂ ਜਾਂਦੀਆਂ ਮੈਂ ਤੇ ਉਹਨਾਂ ਮੁਤਾਬਕ ਸਮਝਦਾ ਸੀ ਮੈਂ ਮਾਨਸ ਹਾਂ। ਤੁਸੀਂ ਕਹਿੰਦੇ ਹੋ ਕਿ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਉਹ ਮਾਨਸ ਜੂਨ ਨਾ ਆਖੀਆਂ। ਅੱਛਾ, ਫਿਰ ਮੈਨੂੰ ਤੁਸੀਂ ਕੀ ਕਹਿੰਦੇ ਹੋ ਗੁਰੂ ਸਾਹਿਬ?
गुरु साहब कहते ने ओए मानस जून ना आखियन पशु ढोर गंवार, तू बंदा है ही नहीं। तू जिन्हों जीवन समझदा ना, जीवन नहीं है। डॉक्टर साहब ਇਹ ਜਿਹੜੇ ਲਫ਼ਜ਼ ਮੈਂ ਵਰਤ ਰਿਹਾ ਨਾ, ਇਹ ਮੇਰਾ ਇੰਟੈਲੈਕਟ ਨਹੀਂ ਹੈ, ਇਹ ਮੇਰੀ ਓਪੀਨੀਅਨ ਨਹੀਂ ਹੈ, ਇਹ ਮੇਰਾ ਟ੍ਰਾਂਸਲੇਸ਼ਨ ਕਰਨ ਦਾ ਢੰਗ ਨਹੀਂ ਹੈ, ਇਹ ਬਾਣੀ ਦਾ ਸੈਲਫ ਐਕਸਪਲੇਨੇਟਰੀ ਮੈਸੇਜ ਦੇਣ ਦਾ ਵਰਨੈਕੂਲਰ ਹੀ ਪ੍ਰੋਡਾਵਾਦ ਵਿੱਚ ਇਤਨਾ ਸਿੰਪਲ ਕਾਮਨ ਮੈਨ ਦੀ ਲੈਂਗੁਏਜ ਨੂੰ ਜੇ ਉਹ ਖੇਤੀ ਕਰਦਾ ਤਾਂ ਉਹਨੂੰ ਨਾਮ ਵੀ ਸੰਤੋਖ ਸੁਹਾਗਾ ਕਹਿ ਦਿੰਦੇ ਨੇ, ਰੱਖ ਗਰੀਬੀ ਵੇਸ। जे वो व्यापार करता है सच व्यापार करो, व्यापारी दरगाह नहीं बैठे तुम्हारी कह देंगे ने। जेड़ी भी बोली किस तरीके नाल भी वरती जा सकती है, मैसेज गुरु साहब अपना रखते हैं। अच्छा इतने इतने सख्त लफज याना अंतकाल मृतक ठग स्कूटन बाजारी नाचन, तुसी ना लफ्जां दे इतने जबरदस्त मनु एलिवेट करन दे, मेरी इंट्रोस्पेक्शन वास्ते, मेरी पड़चोल करन वास्ते तुसी अपना टूल वरतदे हो, बड़ा सोहना, बड़े कमाल दे नाल तुसी मनु फर्स्ट पर्सन दी लैंग्वेज विच पढ़ना सिखांदे हो। अच्छा फिर गुरु साहब तुसी तुहाडी बोली विच दीवान किनू कहंदे ने? मेरी बोली ते दीवान कचहरी नू कहंदे ने। तां आम नोशन विच दुनिया ने लोकां ने मनु किहा होया है कि जदों मर जांदे आ ਉੱਪਰ ਕਿਧਰੇ ਰੱਬ ਜੀ ਦੇ ਘਰ ਜਾਂਦੇ ਆ ਤੇ ਉੱਥੇ ਦੀਵਾਨ ਕਚਹਿਰੀ ਹੋਏਗੀ, ਉੱਥੇ ਲੇਖਾ ਜੋਖਾ ਹੋਏਗਾ। ਅੱਛਾ ਗੁਰੂ ਸਾਹਿਬ ਫਿਰ ਤੁਹਾਡਾ ਤੁਸੀਂ ਦੀਵਾਨ ਕਿਹਨੂੰ ਕਹਿੰਦੇ ਹੋ? ਭੁਪਿੰਦਰ ਸਿੰਘ ਦੀ ਇੰਟਰਪ੍ਰੀਟੇਸ਼ਨ ਨਾਲ ਨਹੀਂ, ਗੁਰੂ ਸਾਹਿਬ ਤੁਸੀਂ ਦੱਸੋ ਨਾ ਤੁਸੀਂ ਦੀਵਾਨ ਕਿਹਨੂੰ ਕਹਿੰਦੇ ਹੋ? ਗੁਰੂ ਸਾਹਿਬ ਕਹਿੰਦੇ ਅੱਛਾ ਮਾਨਸ ਕੀਓ ਦੀਵਾਨੋ ਕੋਈ ਨਸਪਜ ਨਿਕਲੇ, ਮਾਨਸ ਕੀਓ ਦੀਵਾਨੋ कोई नसपज निकले। मानस की दीवानो का की मतलब है, जेड़ा तुसी असी ये धरती ते अपना सिस्टम चलाने वास्ते कोर्ट कचहरी बनाई हुई है ना, गुरु साहब उन्होंने कोट करके कहते ने मानस की दीवानो कोई नसपज निकले। हर का दीवान कोई किथे भज जाया। अच्छा हर का दीवान असी ते समझदे सी मरण तो बाद हुंदा हर का दीवान। गुरु साहब कहते ने सो ऐसा दीवान वसिया भगता का हिरदे। अच्छा हाँ ये मैं सुनिया सी भी बाणी कहती है जो ब्रह्मंडे सोई पिंडे जो खोजे सो पावे। बाणी कहती है भी रब तेरे अंदर वसदा, देयर इज गॉड विद इन यू, तेरे अंदर वसदा है। ते जे रब मेरे अंदर वसदा है ते मतलब सो ऐसा दीवान वसिया भगतां के हिरदा है, मतलब दरगाह मेरे अंदर है, दीवान मेरे अंदर है। गुरु साहब तुसी मैनू अपनी टर्म्स समझा रहे हो, मैं समझना चाहता नहीं हाँ। मैं दुनियावी ऐनक दे नाल समझदा रहंदा मृतक, दुनियावी ऐनक दे नाल मैं समझदा रहंदा कोई शरीरक मर जाएगा, उन्होंने अचानक रब जवा देगा। पर गुरु साहब तुहाडी बाणी च तुसी कहंदे हो मृतक को पायो तन सासा बिछड़े तान मिलाया। ਇਹਦਾ ਮਤਲਬ ਤੁਸੀਂ ਸਵਾਸ ਆਪਣੀ ਪਵਨ ਰੂਪੀ ਗੁਰੂ ਨੂੰ ਕਹਿੰਦੇ ਹੋ, ਤੁਹਾਡੀ ਵਿਜ਼ਡਮ ਨੂੰ ਤੁਸੀਂ ਸਵਾਸ ਕਹਿੰਦੇ ਹੋ। ਮੈਂ ਆਕਸੀਜਨ ਦੇ ਸਿਲੰਡਰ ਵਾਲੇ ਸਵਾਸ ਨੂੰ ਸਵਾਸ ਸਮਝ ਰਿਹਾ ਸੀ, ਜਿਹੜਾ ਨੱਕ ਨਾਲ ਲੈਂਦੇ ਨੇ, ਜਿਹਦੇ ਨਾਲ ਹਾਰਟ ਚੱਲਦਾ ਹੈ। ਇਹਦਾ ਮਤਲਬ ਮੈਨੂੰ ਇਹ ਵਾਲੇ ਤੁਹਾਡੇ ਲਫ਼ਜ਼ਾਂ ਦੇ ਬਾਰੇ ਨਾ ਸਮਝਣਾ ਪਏਗਾ, ਮੈਨੂੰ ਆਪਣਾ ਪੜਿਆ ਅਨਪੜਿਆ ਕਰਨਾ ਪਏਗਾ, ਮੈਨੂੰ ਆਪਣਾ ਜੋ ਮੈਨੂੰ ਪਤਾ ਹੈ ਨਾ ਉਹਨੂੰ ਅਨਡੂ ਕਰਨਾ ਪਏਗਾ। ਹੁਣ ਦੇਖੋ ਅਸੀਂ ਸਾਰਿਆਂ ਨੇ ਦੁਨੀਆ ਵਿੱਚ ਸੁਣਿਆ ਹੋਇਆ ਇਹ ਦੁਨੀਆ ਵਿੱਚ ਜਿਤਨੇ ਧਨ ਪਦਾਰਥ ਨੇ, ਇਹ ਇਸਤਰੀ, ਇਹ ਪੈਸਾ, ਇਹ ਮਾਇਆ, ਇਹ ਸੋਨਾ, ਇਹ ਜੀ ਮਾਇਆ ਹੈ। ਇਹਨੂੰ ਹੱਥ ਨਾ ਲਾਓ, ਇਹਨੂੰ ਛੱਡ ਕੇ ਜੰਗਲਾਂ ਚਲੇ ਜਾਓ, ਰਿਨਾਊਂਸਿੰਗ ਕਰ ਦਿਓ। ਇਸਤਰੀ ਨੂੰ ਹੱਥ ਨਾ ਲਾਣਾ, ਬ੍ਰਹਮਚਾਰੀ ਹੋ ਜਾਓ, ਬ੍ਰਹਮ ਗਿਆਨੀ ਹੋ ਜਾਓ, ਸੈਲੀ ਬੇਸੀ ਵਿੱਚ ਰਹੋ। ਹੁਣ ਗੁਰੂ ਸਾਹਿਬ ਤੁਸੀਂ ਮੈਨੂੰ ਦੱਸੋ ਤੁਹਾਡੀ ਬੋਲੀ ਚ ਮਾਇਆ ਕਿਹਨੂੰ ਕਹਿੰਦੇ ਨੇ? गुरु साहब कहते ने माया नाम गर्भ जोन का। माया नाम गर्भ जोन का मतलब की होया फिर? अच्छा गुरु साहब ये माया मोह प्रीत है काम क्रोध अहंकार है, ये जम की सिरकारा है ना, ऊपर जम का दंड करारा। अच्छा ये भी कोई गर्भ होता है? हाँ
ਗੁਰੂ ਸਾਹਿਬ ਕਹਿੰਦੇ ਨੇ ਤੂੰ ਮਰਨ ਤੋਂ ਬਾਅਦ ਵਾਲਾ ਜੰਮ ਸਮਝਦਾ ਹੈ ਨਾ, ਜਦੋਂ ਤੂੰ ਇਹ ਕਾਮ ਕ੍ਰੋਧ ਲੋਭ ਹੰਕਾਰ ਨੂੰ ਮਿਸਯੂਜ਼ ਕਰਦਾ ਹੈ ਨਾ, ਇਹ ਤੇਰੇ ਵਾਸਤੇ ਹੁਣੇ ਹੀ ਜੰਮ ਨੇ। माया मोह प्रीत है, काम क्रोध अहंकार है, ये जम की सरकार है, इन्हां उपर जम का दंड करारा। ਇਹਦਾ ਮਤਲਬ ਗੁਰੂ ਸਾਹਿਬ ਜੀ ਦੀਆਂ ਗੱਲਾਂ ਨੂੰ ਜਦੋਂ ਅਸੀਂ ਗੁਰੂ ਸਾਹਿਬ ਦੀ ਲੈਂਗੁਏਜ ਤੋਂ, ਗੁਰੂ ਸਾਹਿਬ ਦੇ ਵਰਤੇ ਹੋਏ ਇੰਟਰਨਲ ਬਾਣੀ ਦੇ ਕੰਪਾਈਲੇਸ਼ਨ ਤੋਂ ਲੈ ਕੇ ਇੰਟਰਨਲ ਲੌਜਿਕ ਨੂੰ ਸਮਝਦੇ ਆ ਨਾ, ਤਾਂ ਸਾਨੂੰ ਬੜੀ ਗੁਰੂ ਸਾਹਿਬ ਜੀ ਦੀ ਗੱਲ ਦਾ ਦੇਸ਼ ਜਾਣ ਦਾ ਹੀ ਡਾਇਰੈਕਸ਼ਨ ਰਸਤਾ ਸਮਝ ਆਣਾ ਸ਼ੁਰੂ ਹੁੰਦਾ ਹੈ। ਜੇ ਮੈਂ ਮੰਦੇ ਖਿਆਲਾਂ ਵਿੱਚ ਰਹਿੰਦਾ ਨਾ, ਤਾਂ ਮੇਰੀ ਮੱਤ ਬਾਂਝ ਹੋ ਜਾਂਦੀ ਹੈ। ਇੱਕ ਇਸਤਰੀ ਨੂੰ ਬਾਂਝ ਹੋਣ ਬਾਰੇ, ਵਿਮਨ ਦੇ ਬਾਂਝ ਹੋਣ ਬਾਰੇ ਨਹੀਂ ਕਹਿੰਦੇ ਨੇ, ਕਹਿੰਦੇ ਨੇ ਜਿਨ੍ਹਾਂ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀ ਜ਼ਹਿਰ ਬਾਂਝਾ। ਉਹਦੀ ਬਾਇਓਲੋਜੀਕਲ ਮਾਤਾ ਜੀ, ਮਾਂ ਜੀ, ਮੰਮੀ ਜੀ ਨੂੰ ਬਾਂਝ ਕਰਨ ਬਾਰੇ ਗੱਲ ਨਹੀਂ ਚੱਲ ਰਹੀ, ਉਹਦੀ ਮੱਤ ਬਾਂਝ ਹੋ ਜਾਂਦੀ ਹੈ। ਸੋ ਇਹ ਜਿਹੜੇ ਲਫ਼ਜ਼ ਮੈਂ ਸਾਂਝ ਕਰ ਰਿਹਾ ਨਾ, ਇਹ ਲਫ਼ਜ਼ਾਂ ਨੂੰ ਨਾ ਸਮਝਣ ਵਾਸਤੇ ਸਾਨੂੰ ਬਾਣੀ ਵਿੱਚ ਉਤਰਨਾ ਪਏਗਾ। ਕਿਸੇ ਦੀ ਟ੍ਰਾਂਸਲੇਸ਼ਨ, ਕਿਸੇ ਦੀ ਇੰਟਰਪ੍ਰੀਟੇਸ਼ਨ, ਕਿਸੇ ਦੇ ਆਪਣੇ ਓਪੀਨੀਅਨਸ ਦੀ ਗੱਲ ਨਹੀਂ ਚੱਲ ਰਹੀ। ਸੋ ਅੱਜ ਅਸੀਂ ਨਾ ਬਾਣੀ ਚੋਂ ਅਸੀਂ ਸਮਝਾਂਗੇ ਵਿਵੇਕ ਬੁੱਧੀ। ਵਿਵੇਕ ਬੁੱਧੀ ਮੇਰੇ ਕੋਲ ਅੰਦਰ ਪ੍ਰਾਪਤ ਹੈ, ਦੁਨੀਆ ਦੇ ਹਰ ਮਨੁੱਖ ਦੇ ਕੋਲ ਅੰਦਰ ਪ੍ਰਾਪਤ ਹੈ। ਵਿਵੇਕ ਬੁੱਧੀ ਸਤਿਗੁਰ ਫਿਲਟਰ ਕਰਨ ਦੀ ਅਕਲ, ਜਦੋਂ ਕਿਤੇ ਅਸੀਂ ਸਕੂਲ, ਕਾਲਜ, ਯੂਨੀਵਰਸਿਟੀਜ਼ ਜਾਂ ਕਿਤੇ ਵੀ ਸੈਮੀਨਾਰਸ ਕਰਦੇ ਆ ਨਾ, ਤਾਂ ਅਸੀਂ, ਸਾਡੇ ਸੈਮੀਨਾਰਸ ਹੁੰਦੇ ਨੇ ਹਾਊ ਟੂ ਕੌਂਕਰ ਯੂਰ ਸੈਂਸਿਸ, ਸਾਡੇ ਸੈਮੀਨਾਰ ਹੁੰਦਾ ਹੈ ਮਨ ਕੀ ਹੈ, ਅਸੀਂ ਸੈਮੀਨਾਰ ਕੀਤਾ ਪੈਰਲਲ ਯੂਨੀਵਰਸ, ਇੱਕ ਤੇ ਬਾਹਰਲੀ ਯੂਨੀਵਰਸ ਹੈ ਜਿਹਦੇ ਬਾਰੇ ਅਸੀਂ ਸਾਰੇ ਗੱਲਾਂ ਕਰਦੇ ਹਾਂ। ਇੱਕ ਪੈਰਲਲ ਯੂਨੀਵਰਸ ਹੈ ਜਿਹੜੀ ਮੇਰੇ ਅੰਦਰ ਹੈ, ਕਾਇਆ ਅੰਦਰ ਖੰਡ ਮੰਡਲ ਪਤਾਲਾ ਮੇਰੇ ਅੰਦਰ ਵੀ ਹੈ, ਅਸੀਂ ਸਾਰਿਆਂ ਦੇ ਅੰਦਰ ਵੀ ਹੈ। ਜੇ ਮੇਰੇ ਅੰਦਰ ਰੱਬ ਜੀ ਰਹਿੰਦੇ ਨੇ, ਜੇ ਮੇਰੇ ਅੰਦਰ ਰੱਬ ਜੀ ਦੀ ਦਰਗਾਹ ਹੈ, ਜੇ ਮੇਰੇ ਅੰਦਰ ਰੱਬ ਜੀ ਦੀ ਦੀਵਾਨ ਕਚਹਿਰੀ ਲੱਗੀ ਹੋਈ ਹੈ, ਉਹਨੂੰ ਕਹਿੰਦੇ ਨੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਅਧੂਰ। ਉਹ ਧਰਮ ਦੀ ਤਰੱਕੜੀ ਨਾ ਮੇਰੇ ਅੰਦਰ ਹੁਣੇ ਲੱਗੀ ਹੋਈ ਹੈ। ਲੋਕੀ ਮਰਨ ਤੋਂ ਬਾਅਦ ਤਰੱਕੜੀ, ਮਰਨ ਤੋਂ ਬਾਅਦ ਕਚਹਿਰੀ ਦੇ ਲੇਖੇ ਜੋਖੇ ਦੀ ਗੱਲ ਕਹਿੰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਮੈਨੂੰ ਹੁਣੇ ਹੀ ਪੁੱਛਦੇ ਨੇ, ਮਨ ਐਸਾ ਲੇਖਾ ਤੂੰ ਕੀ ਪੜਿਆ, ਲੇਖਾ ਦੇਣਾ ਤੇਰੇ ਸਿਰ ਰਿਹਾ, ਤੇਰੇ ਕੋਲ ਵਿਵੇਕ ਬੁੱਧੀ ਹੈ, ਵਰਤਦਾ ਨਹੀਂ। ਅੱਛਾ ਗੁਰੂ ਸਾਹਿਬ, ਇਹਦਾ ਮਤਲਬ ਜਿਹੜੇ ਤੁਹਾਡੀ ਸਾਰੀ ਯੂਨੀਵਰਸ ਵਿੱਚ ਜਿਹੜੇ ਲਾਅ ਚੱਲਦੇ ਨੇ ਨਾ, ਉਹ ਜਿਹੜਾ ਤੁਹਾਡਾ ਇਸ ਸਾਰੀ ਯੂਨੀਵਰਸ ਵਿੱਚ ਇਨਐਵਿਟੇਬਲ, ਖਰਾ, ਸੱਚਾ, ਸਾਰੀ ਦੁਨੀਆ ਵਾਸਤੇ ਇੱਕ ਯੂਨੀਕ ਲਾਅ ਹੈ ਨਾ, ਉਹ ਯੂਨੀਕ ਲਾਅ ਦੀ ਕਾਰ ਮੇਰੇ ਤੇ ਵੀ ਚੱਲਦੀ ਹੈ ਨਾ। ਇੱਕ ਉਹ ਅੰਗ, ਮੇਰੇ ਅੰਗ ਅੰਗ ਰੋਮ ਰੋਮ ਤੇ ਉਹ ਕਾਰ ਚੱਲਦੀ ਹੈ ਤੁਹਾਡੀ, ਮੈਂ ਸਮਝਦਾ ਹੀ ਨਹੀਂ। ਮੈਂ ਉਸ ਕਾਰ ਨੂੰ, ਜੇ ਤੁਹਾਡੀ ਨਿਯਮਾਵਲੀ ਨੂੰ ਸਮਝਾਂ, ਉਹਨੂੰ ਤੁਹਾਡੀ ਰਜ਼ਾ ਕਹਿੰਦੇ ਨੇ। ਜੇ ਮੈਂ ਤੁਹਾਡੀ ਰਜ਼ਾ ਅਨੁਸਾਰ ਚੱਲਾਂ ਤਾਂ ਮੇਰੀ ਵਨਨੈਸ ਵਿਦ ਡਿਵਾਈਨ ਲਾਅ ਹੋ ਸਕਦੀ ਹੈ, ਮੈਂ ਤੁਹਾਡੀ ਰਜ਼ਾ ਅਨੁਸਾਰ ਹੋ ਸਕਦਾ। ਪਰ ਤੁਸੀਂ ਕਹਿੰਦੇ ਹੋ ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਮੈਂ ਆਪਣੇ ਭਾਣੇ ਚੱਲਦਾ, ਤੁਸੀਂ ਮੈਨੂੰ ਸਮਝਾ ਦਿਓ ਮਨ ਮੇਰੇ ਸਤਿਗੁਰ ਕੈ ਭਾਣੇ ਚੱਲ। ਪਰ ਜੇ ਆਪਣੇ ਭਾਣੇ ਜੋ ਚੱਲੇ ਭਾਈ, ਹੁਣ ਕਹਿੰਦੇ ਨਾ ਤੂੰ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਬਟ ਆਪਣੇ ਭਾਣੇ ਜੋ ਚੱਲੇ ਭਾਈ, ਆਪਣੇ ਭਾਣੇ ਮੇਰੇ ਮਨ ਕੀ ਮਤ। When my मन की मत is used, I don't use the ਵਿਵੇਕ ਬੁੱਧੀ, I don't use the ਸਤਿਗੁਰ ਦੀ ਮਤ। ਸੋ ਜਦੋਂ ਅਸੀਂ ਕਾਲਜ ਯੂਨੀਵਰਸਿਟੀ ਵਿੱਚ ਕਰਦੇ ਆ ਨਾ ਸੈਮੀਨਾਰ, ਤੇ ਉਹ ਨੌਜਵਾਨ ਪੁੱਛਦੇ ਨੇ ਗੁਰਮਤ ਦਾ ਗਿਆਨ ਕੀ ਹੈ, what do you mean by ਸਤਿਗੁਰ? ਮੈਂ ਉਹਨੂੰ ਕਹਿੰਦਾ ਸਤ ਗੁਰ, ਸੱਚਾ ਗੁਰ, ਯੂਨੀਵਰਸਲ ਟਰੂਥ, ਟਰੂਥਫੁਲ ਲਿਵਿੰਗ ਨੂੰ ਜੀਣ ਦੀ ਸੱਚਾਈ ਦੀ ਸੁਚੱਜੀ ਯੂਨੀਕ ਨਿਯਮਾਵਲੀ ਦਾ ਨਿਯਮ, ਸਿਸਟਮ, ਵਿਜ਼ਡਮ, ਨਾਮ ਭਾਣਾ ਸਤਿਗੁਰ ਦਾ ਭਾਣਾ ਹੁੰਦਾ ਹੈ।
ਦੁਨੀਆ ਦਾ ਕੋਈ ਮਨੁੱਖ ਉਹਨੂੰ ਜੀ ਸਕਦਾ ਹੈ, ਈਵਨ ਏਥਿਸਟ ਕਮਿਊਨਿਸਟ ਵੀ ਜੀ ਸਕਦਾ ਹੈ, ਜੀਂਦਾ ਹੀ ਹੈ, ਕਦੇ ਨੱਕ ਤੋਂ ਰੋਟੀ ਨਹੀਂ ਖਾਂਦਾ, ਕਦੇ ਹੱਥਾਂ ਦੇ ਭਾਰ ਨਹੀਂ ਚੱਲਦਾ, ਪੈਰਾਂ ਦੇ ਭਾਰ ਹੀ ਚੱਲਦਾ ਹੈ, ਰਜ਼ਾ ਤੋਂ ਉਲਟ ਨਹੀਂ ਚੱਲਦਾ। ਸਤਿਗੁਰ ਦੀ ਰਜ਼ਾ ਫਿਰ ਕੀ ਹੈ? ਸਤਿਗੁਰ ਸਮਝਾਉਂਦਾ ਹੈ, ਮੈਨੂੰ ਵਿਵੇਕ ਬੁੱਧੀ ਦੀ ਐਨਕ ਦਿੰਦਾ, ਮੈਨੂੰ ਵਿਜ਼ਨ ਦਿੰਦਾ, ਮੈਨੂੰ ਅੱਖਾਂ ਦਿੰਦਾ, ਮੈਨੂੰ ਲੋਇਣ ਸੁਰਤ ਕਰੇ ਵਾਲੀ ਅਵੇਅਰਨੈਸ ਦੀ ਅੱਖਾਂ ਦਿੰਦਾ ਹੈ। ਇਹ ਆਈ ਸਪੈਸ਼ਲਿਸਟ ਵਾਲੀਆਂ ਡਾਕਟਰ ਵੱਲੋਂ ਦਿੱਤੀਆਂ ਹੋਈਆਂ ਐਨਕਾਂ ਵਾਲੀ ਅੱਖਾਂ ਦੇ ਵਿਜ਼ਨ ਦੀ ਗੱਲ ਨਹੀਂ ਚੱਲ ਰਹੀ। ਗੁਰੂ ਮੈਨੂੰ ਇੰਟਰੋਸਪੈਕਸ਼ਨ ਕਰਨ ਦੀ ਅੱਖਾਂ ਦਿੰਦਾ ਹੈ। ਉਹਨੂੰ ਕਹਿੰਦੇ ਨੇ, ਜੇ ਤੇਰੇ ਤੂੰ ਨਹੀਂ ਲੈਂਦਾ ਤਾਂ ਅੰਨਾ ਹੈ, ਅੰਦਾ ਸੋਏ ਜੇ ਅੰਧ ਕਮਾਵੇ ਤਿਸਰੀ ਦੈਸੇ ਲੋਚਨ ਨਹੀਂ। ਮੈਂ ਤੇ ਇੱਥੇ ਦੀਆਂ ਅੱਖਾਂ ਸਮਝਦਾ ਸੀ, ਹ੍ਰਿਦੇ ਦੀਆਂ ਅੱਖਾਂ ਕਿਹੜੀਆਂ ਹੁੰਦੀਆਂ ਨੇ? ਗੁਰੂ ਸਾਹਿਬ ਕਹਿੰਦੇ ਉਹ ਵਿਵੇਕ ਬੁੱਧੀ ਦੀਆਂ ਅੱਖਾਂ ਹੁੰਦੀਆਂ ਨੇ। ਨਾਨਕ ਸੇ ਅੱਖਣੀਆਂ ਬਿਆਨ ਜਿਨ੍ਹਾਂ ਦਿਸੰਦੋ ਮਾਪੀੜੀ। ਜੇ ਮੇਰੇ ਕੋਲ ਅੱਜ ਸਮਾਂ ਨਿਕਲਿਆ ਤੇ ਮੈਂ ਉਸ ਸ਼ਬਦ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗਾ, ਲੇਕਿਨ ਅੱਜ ਅਸੀਂ ਹੁਣ ਤੁਹਾਡੇ ਰਜ਼ਾ ਚੋਂ ਇੱਕ ਨਿਯਮ ਸਮਝਦੇ ਹਾਂ, ਬਾਣੀ ਚੋਂ। ਡਾਕਟਰ ਸਾਹਿਬ, ਮੇਰੇ ਕੋਲ ਮੰਨੋ ਤੁਸੀਂ ਕਿਹਾ ਬਈ 45 to 50 ਮਿੰਟਸ ਜਾਂ 60 ਮਿੰਟ ਜਾ ਸਕਦਾ, ਮੈਨੂੰ ਤੁਸੀਂ ਉੱਥੇ ਹੀ ਰੋਕ ਦੇਣਾ, ਕਿਉਂਕਿ ਮੈਨੂੰ 5-5 7-7 10-10 ਘੰਟੇ ਬੋਲਣ ਦੀ ਥੋੜੀ ਗਲਤ ਜੀ ਹੈਬਿਟ ਬਣ ਚੁੱਕੀ ਹੋਈ ਹੈ, ਕਿਉਂਕਿ ਮੈਂ ਬਾਣੀ ਦੀ ਬਹੁਤ ਡਿਟੇਲ ਗਹਿਰਾਈ ਵਿੱਚ ਉਹਨੂੰ ਐਪਲੀਕੇਬਲ ਮੀਨਿੰਗ ਫੈਮਿਲੀ ਰਿਲੇਸ਼ਨਸ਼ਿਪਸ ਤੋਂ ਲੈ ਕੇ ਇਸ ਸਮਾਜ ਦੇ ਅੰਦਰ ਕਰਨ ਦੀ ਆਦਤ ਪਈ ਹੋਈ ਹੈ। ਮੈਨੂੰ ਤੁਸੀਂ ਰੋਕ ਸਕਦੇ ਹੋ, ਕਿਉਂਕਿ ਤੁਸੀਂ ਕਹਿੰਦੇ ਹੋ ਕੁਐਸਚਨ ਆਨਸਰ ਵੀ ਕਰਨੇ। ਆਈ ਵਿਲ ਬੀ ਵੈਰੀ ਹੈਪੀ ਟੂ ਸ਼ੇਅਰ ਦਾ ਕੁਐਸਚਨ ਆਨਸਰ ਸੈਸ਼ਨ, ਪਰ ਮੈਂ ਉਸ ਵਿੱਚ ਸ਼ੇਅਰਿੰਗ ਕਰਨ ਦੀ ਕੋਸ਼ਿਸ਼ ਕਰਾਂਗਾ। ਸੋ ਮੈਂ ਉਹ ਜਲਦੀ ਤੇ ਨਹੀਂ ਬੋਲ ਰਿਹਾ। ਨਹੀਂ, ਠੀਕ ਹੈ, ਚੱਲ ਰਿਹਾ ਜੀ, ਤੁਸੀਂ ਚਲੀ ਜਾਓ, ਹਾਲੇ ਤੇ ਕੋਈ ਪ੍ਰੋਬਲਮ ਨਹੀਂ। ਚਲੋ ਹਾਲੇ ਤੇ 15-20 ਮਿੰਟ ਬੋਲੋ ਜੀ, ਕੋਈ ਗੱਲ ਨਹੀਂ। ਥੈਂਕ ਯੂ। ਦਿਸ ਆਰ ਯੂਰ ਟਾਈਮ। ਹਾਂਜੀ, ਹਾਂ, ਥੋੜਾ ਟਾਈਮ ਦੀ ਜਦੋਂ ਕੰਸਟ੍ਰੇਂਟ ਹੁੰਦਾ ਤੇ ਮੇਰੀ ਥੋੜੀ ਸਪੀਡ ਵੱਧ ਜਾਂਦੀ ਹੈ, ਮੈਂ ਥੋੜਾ ਆਪਣੇ ਮੈਂ ਥੋੜਾ ਐਗਰੈਸਿਵ ਹੋ ਜਾਂਦਾ, ਮੈਨੂੰ ਮਾਫ। ਕੋਈ ਗੱਲ ਨਹੀਂ ਜੀ, ਵੀ ਆਰ ਵਿਦ ਯੂ ਐਨੀ ਵੇ ਯੂ ਵਾਂਟ, ਨੋ ਪ੍ਰੋਬਲਮ। ਥੈਂਕ ਯੂ। ਸੋ ਗੁਰੂ ਸਾਹਿਬ ਜੀ ਦੀ ਬੋਲੀ ਅਸੀਂ ਸਿੱਖ ਰਹੇ ਹਾਂ, ਔਰ ਗੁਰੂ ਸਾਹਿਬ ਦੀ ਬੋਲੀ ਚੋਂ ਅਸੀਂ ਇਹ ਸਮਝ ਰਹੇ ਹਾਂ ਕਿ ਜਦੋਂ ਇੰਟਰੋਸਪੈਕਸ਼ਨ ਕਰਨ ਦੀ ਅੱਖਾਂ ਮਿਲਦੀਆਂ ਨੇ ਨਾ, ਉਹਨੂੰ ਲੋਇਣ ਸੁਰਤ ਕਰੇ ਕਹਿੰਦੇ ਨੇ, ਸੁਰਤ ਦੀਆਂ ਅੱਖਾਂ ਕਹਿੰਦੇ ਨੇ। ਸੁਰਤ ਦੀਆਂ ਅੱਖਾਂ ਕਿਹੜੀਆਂ ਹੁੰਦੀਆਂ? ਇਹ ਵਾਲੀਆਂ ਤੇ ਹੁੰਦੀਆਂ ਨਹੀਂ। ਇਸ ਕਰਕੇ ਅੱਜ ਅਸੀਂ ਜਦੋਂ ਆਪਣੇ ਟੌਪਿਕ ਵੱਲ ਅੱਗੇ ਵਧਾਂਗੇ ਤਾਂ ਅਸੀਂ ਉਸ ਤੋਂ ਪਹਿਲਾਂ ਇੱਕ ਗੱਲ ਸਮਝਾਂਗੇ ਕਿ ਦੁਨੀਆ ਵਿੱਚ ਕੋਈ ਬੰਦਾ ਆਸਤਕ ਹੈ, ਨਾਸਤਕ ਹੈ, ਰੱਬ ਨੂੰ ਮੰਨਦਾ ਹੈ, ਨਹੀਂ ਮੰਨਦਾ, ਏਥਿਸਟ ਹੈ, ਕਮਿਊਨਿਸਟ ਹੈ, ਜੈਸਾ ਮਰਜ਼ੀ ਹੈ, ਸਭ ਉੱਤੇ ਡਿਵਾਈਨ ਲਾਅ ਕੰਮ ਕਰਦਾ ਹੈ। ਉਹ ਡਿਵਾਈਨ ਲਾਅ ਹੈ, ਇਹ ਮਨ ਜੈਸਾ ਸੇਵੇ ਤੈਸੋ ਹੋਏ, ਤੇਹ ਕਰਮ ਕਮਾਏ। ਜੈਸਾ ਫਲਸਫਾ, ਜੈਸਾ ਪੈਰਾਡਿਮ, ਜੈਸਾ ਥਾਟ ਪ੍ਰੋਸੈਸ ਨੂੰ ਮੈਂ ਸਿੱਖਾਂਗਾ ਨਾ, ਵੈਸਾ ਮੇਰਾ ਕੈਰੈਕਟਰ ਬਣ ਜਾਏਗਾ। ਅੱਜ ਅਸੀਂ ਇਸ ਲਾਅ ਨੂੰ ਸਮਝ ਕੇ ਅੱਗੇ ਵਧਦੇ ਹਾਂ। ਇਹ ਲਾਜ਼ ਆਫ ਨੇਚਰ ਇਜ਼ ਦਾ ਵਿਲ ਆਫ ਗੋਡ ਹੁੰਦਾ ਹੈ, ਔਰ ਕੁਦਰਤ ਦੇ ਨਿਯਮਾਂ ਵਿੱਚ ਇੱਕ ਖਰਾ ਸੱਚਾ ਲਾਅ ਹੈ, ਐਜ਼ ਯੂ ਸੋ ਸੋ ਸ਼ੈਲ ਯੂ ਰੀਪ। ਜਿਹਾ ਬੀਜੈ ਸੋ ਲੁਣੈ। ਕਰਮਾ ਸੰਦੜਾ ਖੇਤ। ਕਰਮਾ ਸੰਦੜਾ ਖੇਤ ਹੁੰਦਾ ਹੈ, ਜੈਸਾ ਫਲਸਫਾ, ਕਰਮ, ਫਿਲਾਸਫੀ ਤੂੰ ਸੋਚਦਾ ਹੈ, ਫੋਲੋ ਕਰਦਾ ਹੈ, ਤੂੰ ਵੈਸਾ ਹੀ ਬਣ ਜਾਂਦਾ ਹੈ। ਜੇ ਤੂੰ ਸੋਚਦਾ ਹੈ ਕਿ ਰੱਬ ਮਾਫ ਨਹੀਂ ਕਰਦਾ, ਸਜ਼ਾਵਾਂ ਦਿੰਦਾ ਹੈ, ਤਾਂ ਤੇਰਾ ਕਰੈਕਟਰ ਬਣ ਜਾਏਗਾ, ਤੂੰ ਕਿਸੇ ਨੂੰ ਮਾਫ ਨਹੀਂ ਕਰੇਗਾ। ਜੇ ਤੈਨੂੰ ਲੱਗੇ ਕਿ ਰੱਬ ਮਿੱਠਾ ਬੋਲਦਾ ਹੈ ਤਾਂ ਫਿਰ ਤੂੰ ਵੀ ਮਿੱਠਾ ਬੋਲੇਗਾ, ਲੇਕਿਨ ਜੇ ਤੂੰ ਬਦਲਾ ਲੈਣ ਦੀ ਭਾਵਨਾ ਰੱਖਦਾ ਹੈ ਤਾਂ ਤੂੰ ਫਿਰ ਐਨਿਮਿਟੀ, ਐਨੀਮੋਸਿਟੀ ਰੱਖੇਗਾ, ਬਦਲਾ ਲੈਣ ਦੀ, ਰਿਵੈਂਜ ਲੈਣ ਦੀ ਭਾਵਨਾ ਰੱਖੇਗਾ। ਪਰ ਜੇ ਰੱਬ ਦੀ ਬੋਲੀ ਸਿੱਖੇਗਾ ਤਾਂ ਗੁਰੂ ਸਾਹਿਬ ਕਹਿੰਦੇ ਨੇ ਨਿਰਵੈਰ ਹੈ। ਜੇ ਰੱਬ ਨਿਰਵੈਰ ਹੈ ਤੇ ਮੈਂ ਵੈਰ ਪਾਲਦਾ। ਇਹਦਾ ਮਤਲਬ ਕੁਦਰਤ ਦਾ ਮੈਨੂੰ ਸਮਝਣਾ ਪਏਗਾ, ਇਹ ਮੈਂ ਜੈਸਾ ਸੀਵੇਂ ਤੈਸੋ ਹੋਏ ਤੇਹ ਕਰਮ ਕਮਾਏ। 97 ਵਿੱਚ ਸਾਡੀ ਫਸਟ ਕੈਸੇਟ ਆਈ ਸੀ ਮਿੱਠ ਬੋਲੜਾ ਜੀ, ਉਹਦੇ ਵਿੱਚ ਅਸੀਂ ਪਹਿਲਾ ਲਾਅ ਸਮਝਿਆ। ਬਾਣੀ ਕਹਿੰਦੀ ਹੈ ਰੱਬ ਸਜ਼ਾ ਨਹੀਂ ਦਿੰਦਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹੋ ਸੰਭਲ ਥੱਕੀ ਜੋ ਕਦੇ ਨਾ ਬੋਲੇ ਕੋੜਾ।
कौड़ा बोल ना जाने पूਰਨ भगवान है। पर असी ते नोशन विच पुरानियां थ्योरियां सुनियां होइयां सी, रब लिस्ट बनांदा रहिंदा है, तू की चंगा करना है की मंदा करदा है, लिस्ट बना के अपने ऑफिस दी सारियां फाइलां बड़े स्लो मोशन विच डिलेड रखदा है। जदों तू शरीरक मर जाएगा ना, ऊपर जाके तेरियां फाइलां खोलणगे, फिर उत्थे जम तैनू घसीट के लै जाणगे, फिर तैनू उत्थे सौकाट नरक या स्वर्ग लै जाणगे। ਜਦੋਂ ਪੜਿਆ ਨਾ ਕਿ ਬਾਣੀ ਕਹਿੰਦੀ ਹੈ, हर जी माता हर जी पिता हर जी प्रतिपालक हर जी मेरी सार करे हम हर के बालक, उस शब्द ਵਿੱਚ ਕਹਿੰਦੇ ਨੇ ਔਗੁਣ ਕੋਨਾ ਚਿਤਾਰਦਾ ਗਲ ਸੇਤੀ ਲਾਇਕ। ਇਹਦਾ ਮਤਲਬ ਗੁਰੂ ਸਾਹਿਬ ਜੀ ਦੀ ਬੋਲੀ ਮੁਤਾਬਕ ਰੱਬ ਸਜ਼ਾ ਨਹੀਂ ਦਿੰਦਾ, ਪਰ ਅਸੀਂ ਗੁਰੂ ਸਾਹਿਬ ਦੀ ਬੋਲੀ ਨੂੰ ਸਮਝਣ ਵਾਸਤੇ ਤਿਆਰ ਨਹੀਂ ਆ। ਉਹ ਮਿੱਠ ਬੋਲੜਾ ਹੈ। ਇਹ ਮਿਠਬੋਲਾ ਵਾਲਾ ਲਾਅ ਜੇ ਮੈਂ ਆਪਣੇ ਤੇ ਅਪਲਾਈ ਕਰਾਂ, ਇਹ ਮਨ ਜੈਸਾ ਸੇਵੇ ਤੈਸੋ ਹੋਏ, ਤਾਂ ਮੈਂ ਮਿਠਬੋਲੜਾ ਬਣਾਂਗਾ। ਮੈਂ ਕਿਸੇ ਦੇ ਨਾਲ ਭੈੜੀ ਬੋਲ ਨਹੀਂ ਬੋਲਾਂਗਾ, ਮੈਂ ਉਹਨੂੰ ਟੌਂਟ ਨਹੀਂ ਕਰਾਂਗਾ, ਮੈਂ ਉਹਨੂੰ ਗਾਲਾਂ ਨਹੀਂ ਕੱਢਾਂਗਾ, ਮੈਂ ਉਹਨੂੰ ਟੌਂਟਿੰਗ ਲੈਂਗੁਏਜ ਵਿੱਚ ਉਸਦੇ ਅਵਗੁਣ ਯਾਦ ਕਰਾ ਕੇ ਉਹਨੂੰ ਜ਼ਲੀਲ ਨਹੀਂ ਕਰਾਂਗਾ, ਮਾਫ ਕਰ ਦਿਆਂਗਾ। ਕਿਉਂਕਿ ਮੈਨੂੰ ਬਾਣੀ ਕਹਿੰਦੀ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਡਾਏ। ਅੱਛਾ, पर जी मैं ये लॉ समझा, ये मन जैसा सेवे तैसो होए, तेहे कर्म कमाए। जे ए लॉ एप्लीकेबल है, सब जगह एप्लीकेबल है। दुनियावी किसान खेती करन वाला फार्मर ਨੂੰ ਪਤਾ ਹੈ, ਜੇ ਮੈਂ ਚਾਵਲ ਉਗਾਏ ਨੇ ਤੇ ਐਪਲ ਨਹੀਂ ਨਿਕਲਣਗੇ। ਪਰ ਜੇ ਮੈਂ ਚਾਵਲ ਉਗਾਏ ਨੇ ਔਰ ਕੋਈ ਮੈਨੂੰ ਕਹਿ ਦੇ ਕਿ ਇਹਨਾਂ ਦੇ ਬਦਲੇ ਐਪਲ ਦਾ ਭਾਅ ਜ਼ਿਆਦਾ ਮਿਲਦਾ, ਤੂੰ ਉਹਨਾਂ ਦੇ ਕੋਲ ਬੈਠ ਕੇ ਕੋਈ ਧਰਮ ਦਾ ਨਾਂ ਲੈ ਕੇ ਕੋਈ ਰੱਬ ਜੀ ਕਰੀ ਜਾ, ਤਾਂ ਕਿਸਾਨ ਅਨਪੜ੍ਹ ਮੈਨੂੰ ਕਹੇਗਾ, ਸਰਦਾਰ ਜੀ ਇੱਥੋਂ ਜਾਓ, ਇਹ ਬਾਹਰੋਂ ਮੈਂ ਚਾਵਲ ਬੀਜੇ ਨੇ, ਚਾਵਲ ਹੀ ਨਿਕਲਣਗੇ, ਐਪਲ ਨਹੀਂ ਨਿਕਲ ਸਕਦੇ ਨੇ। ਧਰਮ ਨਾ ਪੜਾਓ ਮਨ ਤੁਸੀਂ ਆਪਣਾ। ਕਿਉਂ? ਕਿਉਂਕਿ ਉਹਨੂੰ ਕੁਦਰਤ ਦਾ ਇਹ ਨਿਯਮ ਪਤਾ ਹੈ, ਜਿਹਾ ਬੀਜਿਆ ਸੋ ਲਾਉਣਾ ਹੈ। ਪਰ ਅਸੀਂ ਆਪਣੀ ਮਨ ਮਰਜ਼ੀ ਕਰਕੇ ਲੋਇਣ ਸੁਰਤ ਕਰੇ ਵਾਲੇ ਵਾਚਫੁਲਨੈਸ ਵਾਲੀਆਂ ਅੱਖਾਂ ਲਏ ਬਗੈਰ ਅਸੀਂ ਕਹਿ ਰਹੇ ਹਾਂ, ਅਸੀਂ ਤੇ ਰੱਬ ਦੀਆਂ ਕਠਪੁਤਲੀਆਂ, ਜਿਵੇਂ ਨਚਾਂਦਾ ਨੱਚ ਰਹੇ ਹਾਂ। ਬੜੀ ਪਹਿਲਾਂ ਮੈਂ ਬਚਪਨ ਵਿੱਚ ਇੱਕ ਆਨੰਦ ਮੂਵੀ ਦੇਖੀ ਸੀ, ਰਾਜੇਸ਼ ਖੰਨਾ ਕਹਿੰਦਾ, ਹਮ ਸਭ ਭਗਵਾਨ ਕੀ कठपुतलियां हैं, जैसे नचाता है नाचते हैं। ਗੁਰਮਤ ਕਹਿੰਦੀ ਹੈ, ਤੇਰਾ ਮਨ ਤੈਨੂੰ ਨਚਾਉਂਦਾ ਹੈ। ਇਹ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਿਤੇ। ਉਹਦੇ ਵਿੱਚ ਮੈਨੂੰ ਕਹਿੰਦੇ ਨੇ, ਕ੍ਰੋਧ ਜਦੋਂ ਤੈਨੂੰ ਚੜਦਾ ਨਾ, ਤੂੰ ਜਥਾ ਮਰਕਟੇ ਬਾਂਦਰ ਵਾਂਗੂ, ਮੈਂ ਪੂਰੀ ਪੰਕਤੀ ਨਹੀਂ ਮੈਨੂੰ ਇਸ ਵੇਲੇ ਕਲੀ ਕੋਰੀ ਕਹਿੰਦਾ, ਤੂੰ ਬਾਂਦਰ ਵਾਂਗੂ ਨੱਚਣਾ ਹੈ, ਤੇਰਾ ਮਨ ਤੈਨੂੰ ਨਚਾਉਂਦਾ ਹੈ। ਜੇ ਤੂੰ ਮਨ ਦੀਆਂ ਤਾਲਾਂ ਤੇ ਨੱਚਦਾ ਹੈ ਨਾ, ਤਾਂ ਸਤਿਗੁਰ ਦੀ ਮੱਤ ਲੈ ਕੇ ਸਿੱਖ ਸਮਝ, ਤਾਂ ਤੂੰ ਕਹਿ ਸਕੇਗਾ ਕਬੀਰ ਸਾਹਿਬ ਵਾਂਗੂ, ਅਬ ਮੋਏ ਨਾਚ ਨੂੰ ਨਾ ਆਵੇ। ਪਰ ਅਸੀਂ ਇੱਕ ਗੱਲ ਬਣਾ ਲਈ ਹੈ, ਗਲਤੀ ਮੈਂ ਕਰਾਂ, ਗਲਤੀ ਮੇਰੇ ਸਮਾਜ ਦੇ ਲੋਕੀ ਕਰਨ, ਕਿਉਂਕਿ ਉਹ ਇਗਨੋਰੈਂਟ ਨੇ, ਔਰ ਅਸੀਂ ਕਹੀਏ ਜਿਵੇਂ ਰੱਬ ਨਚਾਉਂਦਾ ਹੈ ਅਸੀਂ ਨੱਚਦੇ ਹਾਂ, ਕੋਈ ਚੰਗਾ ਹੈ ਕੋਈ ਭੈੜਾ ਹੈ, ਰੱਬ ਨਚਾਉਂਦਾ ਹੈ, ਕਿਉਂਕਿ ਅਸੀਂ ਉਹਦੀ ਕਠਪੁਤਲੀਆਂ। ਸੋਚਣਾ ਪਏਗਾ, ਨੈਗੇਟਿਵਸ ਮੈਂ ਕਰਾਂ, ਕਠਪੁਤਲੀ ਦੀ ਡੋਰੀ ਉਹਦੇ ਹੱਥ ਫੜਾ ਕੇ ਛੁੱਟੀ ਮੈਂ ਲੈ ਲਵਾਂ, ਜਿਵੇਂ ਰੱਬ ਕਰਾਏ। ਇਹਦਾ ਨਾਮ ਮੈਂ ਰੱਬ ਦਾ ਭਾਣਾ ਰੱਖ ਲਿਆ। ਫਿਰ ਕਦੀ ਕਹਿੰਦੇ ਆ, ਮੇਰੇ ਕੋਲੋਂ ਇੱਥੇ ਚੰਗੇ ਜਾਂ ਮੰਦੇ ਕੰਮ ਇਸ ਕਰਕੇ ਹੋ ਜਾਂਦੇ ਨੇ, ਪਿਛਲੇ ਜਨਮ ਦੇ ਭਾਗਾਂ ਕਰਕੇ ਮੰਦੇ ਕਰਮ ਹੋ ਜਾਂਦੇ ਨੇ, ਜਾਂ ਪਿਛਲੇ ਜਨਮ ਦੇ ਭਾਗਾਂ ਕਰਕੇ ਚੰਗੇ ਕਰਮ ਹੋ ਜਾਂਦੇ ਨੇ। ਅਸੀਂ ਫਿਰ ਫੇਟ ਔਰ ਕਿਸਮਤ ਤੇ ਬਿਲੀਵ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਸਾਹਿਬ ਨੂੰ ਪੁੱਛਿਆ ਹੀ ਨਹੀਂ, ਮਸਤਕ ਭਾਗ ਮੰਦੇਰੇ ਕਿਸ ਤਰ੍ਹਾਂ ਪੜ੍ਹਦੇ ਨੇ, ਮਸਤਕ ਭਾਗ ਚੰਗੇਰੇ ਕਿਸ ਤਰ੍ਹਾਂ ਕਰਦੇ ਨੇ, ਤਾਂ ਕਿਸ ਤਰ੍ਹਾਂ ਵੱਡੇ ਭਾਗ ਬਣਦੇ ਨੇ। ਇਸ ਕਰਕੇ ਅਸੀਂ ਪਿਛਲੇ ਸਾਲ ਜਦੋਂ ਮਾਰਚ ਵਿੱਚ ਕੋਵਿਡ ਹੋਇਆ, ਉਸ ਤੋਂ ਪਹਿਲਾਂ 26 ਜਨਵਰੀ ਨੂੰ ਇੰਡੀਆ ਸੈਮੀਨਾਰ ਕੀਤਾ ਸੀ, ਵੀ ਰਾਈਟ ਅਵਰ ਓਨ ਡੈਸਟੀਨੀ। ਅਸੀਂ ਆਪਣੇ ਭਾਗ ਆਪ ਲਿਖਦੇ ਹਾਂ, ਚੰਗੇ ਮੰਦੇ। ਸੋ ਅੱਜ ਅਸੀਂ ਆਪਣੇ ਆਪ ਨੂੰ ਪੁੱਛਣਾ ਹੈ ਕਿ ਮੰਦੇ ਕੰਮ ਕੋਈ ਸ਼ੈਤਾਨ ਮੇਰੇ ਕੋਲੋਂ ਕਰਾ ਰਿਹਾ ਹੈ,
ਜਾਂ ਕੋਈ ਚੰਗੇ ਮੰਦੇ ਕੰਮ ਪਿਛਲੇ ਜਨਮ ਦੇ ਭਾਗਾ ਕਰਕੇ ਕਰਦੇ ਆ, ਜਾਂ ਕੋਈ ਉੱਤੇ ਬੈਠਾ ਰੱਬ ਇੱਕ ਕੌਮ ਨੂੰ ਦੂਜੀ ਕੌਮ ਨਾਲ ਲੜਾ ਦਿੰਦਾ ਹੈ, ਫਿਰ ਕਿੱਥੇ ਕਿਸੇ ਇਸਤਰੀ ਦਾ ਪੱਤ ਲੁੱਟੀ ਜਾਂਦੀ ਹੈ, ਉਸ ਵੇਲੇ ਉਹ ਆਂਦਾ ਨਹੀਂ ਹੈ ਤੇ ਅਸੀਂ ਕਹਿ ਦਿੰਦੇ ਹਾਂ ਅਸੀਂ ਤੇ ਕਠਪੁਤਲੀਆਂ ਹਾਂ। ਫਿਰ ਜਿਸ ਬੰਦੇ ਨੂੰ ਅਸੀਂ ਕਹਿੰਦੇ ਆ ਭਾਜੀ ਤੁਸੀਂ ਸ਼ਰਾਬ ਨਾ ਪੀਆ ਕਰੋ, ਆਪਣੀ ਪਤਨੀ ਨਾਲ ਮਿਸਬਿਹੇਵ ਕਰਕੇ ਤੁਸੀਂ ਉਸ ਨੂੰ ਡੋਰਮੈਟ ਨਾ ਬਣਾਇਆ ਕਰੋ, ਜਾਂ ਕੋਈ ਵੀ ਕੋਈ ਇਸਤਰੀ ਆਪਣੇ ਪਤੀ ਦੇ ਨਾਲ ਜਾਂ ਸੱਸ ਦੇ ਨਾਲ ਵਿਮਨ ਦਾ ਲਾਅ ਯੂਜ਼ ਕਰਕੇ ਮਿਸਯੂਜ਼ ਕਰਦੀ ਆ, ਅਸੀਂ ਉਹਨਾਂ ਕਹਿੰਦਾ, ਉਹ ਕਹਿੰਦੇ ਜਿਵੇਂ ਤੁਸੀਂ ਕਹਿੰਦੇ ਜਿਵੇਂ ਰੱਬ ਕਰਾ ਰਿਹਾ, ਰੱਬ ਆਪੇ ਸ਼ਰਾਬ ਛੁਡਾ ਲੇਗਾ, ਆਪੇ ਸਭ ਕਰ ਲੇਗਾ, ਤੁਸੀਂ ਤੇ ਕਹਿੰਦੇ ਧਰਮ ਦੁਨੀਆ ਵਿੱਚ ਉਹ ਕਿਰਪਾ ਕਰੇਗਾ ਮਨੂੰ। ਇਹ ਸਾਰਾ ਕੁਝ ਅਸੀਂ ਐਸਕੇਪਿਜ਼ਮ ਕੀਤਾ ਹੋਇਆ ਹੈ, ਕਿਉਂਕਿ ਮੈਨੂੰ ਬਾਣੀ ਦੀ ਬੋਲੀ ਸਮਝ ਨਹੀਂ ਆ ਰਹੀ। ਅੱਜ ਬਾਣੀ ਚੋਂ ਨਾ ਇੱਕ ਮਿਕਤਾ ਵਾਸਤੇ ਨਾ ਅੱਗੇ ਵਧਣ ਵਾਸਤੇ ਮੈਂ ਸਿੱਖਾਂਗਾ, ਸਮਝਾਂਗਾ ਕਿ ਬਾਹਰੋਂ ਗੱਲਾਂ ਕਰਨ ਨਾਲ, ਬਾਹਰੋਂ ਇਸ ਤਰੀਕੇ ਨਾਲ ਕਰਨ ਨਾਲ ਮੈਨੂੰ ਸੱਚ ਦਾ ਸਵਾਦ ਨਹੀਂ ਆਏਗਾ। ਗੁਰੂ ਸਾਹਿਬ ਕਹਿੰਦੇ ਨੇ ਦਿਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ। ਇਸ ਤਰ੍ਹਾਂ ਤੈਨੂੰ ਇਹ ਸਪਿਰਿਚੁਅਲਿਟੀ ਦਾ, ਫੁੱਲ ਆਫ ਵਿਜ਼ਡਮ ਦਾ, ਆਈਡੀਅਲ ਜੀਵਨ ਦਾ ਸਵਾਦ ਨਹੀਂ ਆਏਗਾ। ਕਿਉਂ? ਕਹਿੰਦੇ ਨੇ ਰੂਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੈ ਤਾਏ, ਤੈਨੂੰ ਰੱਬ ਨਾਲ ਇਕਮਿਕਤਾ ਆਏਗੀ ਨਹੀਂ। ਤੂੰ ਤੇ ਸਮਝਦਾ ਮਰਨ ਤੋਂ ਬਾਅਦ ਵਾਲਾ ਕੋਈ ਰੱਬ, ਉਹ ਤੇ ਤੂੰ ਪਤਾ ਨਹੀਂ ਕਿੱਥੋਂ ਥਿਉਰੀ ਲੈ ਆਇਆ ਮੈਂ, ਪਰ ਤੇਰੇ ਅੰਦਰ ਰੱਬ ਵਸਦਾ ਹੈ, ਤੈਨੂੰ ਉਹਦੇ ਨਾਲ ਇਕਮਿਕਤਾ ਨਹੀਂ ਆ ਰਹੀ, ਕਿਉਂਕਿ ਅੰਦਰ ਜਾਣ ਵਾਲੀ ਗੱਲ ਤੇ ਤੂੰ ਸਮਝਦਾ ਹੈ ਹੀ ਨਹੀਂ। ਅੱਛਾ ਗੁਰੂ ਸਾਹਿਬ, ਮੈਂ ਰੂਹਲਾ ਸਮਝਦਾ ਸੀ ਜਿਹੜਾ ਬੰਦਾ ਆਪਣੇ ਪੈਰਾਂ ਨਾਲ ਚੱਲ ਨਹੀਂ ਸਕਦਾ। ਤੁਸੀਂ ਕਿਹਨੂੰ ਕਹਿੰਦੇ ਹੋ? ਕਹਿੰਦੇ ਨੇ ਰੂਹਲਾ ਟੁੰਡਾ, ਮੈਂ ਸਮਝਦਾ ਸੀ ਟੁੰਡਾ ਜਿਹਦੇ ਹੱਥ ਨਹੀਂ ਨੇ। ਤੁਸੀਂ ਮੈਨੂੰ ਕਹਿ ਰਹੇ ਹੋ ਮੇਰੇ ਤੇ ਹੱਥ ਵੀ ਨੇ ਪੈਰ ਵੀ ਨੇ। ਰੂਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੈ ਤਾਏ। ਅੱਛਾ ਫਿਰ ਮੈਨੂੰ ਦੱਸ ਦਿਓ, ਫਿਰ ਮੇਰੇ ਬੋਡੀ ਦੇ ਸਾਰੇ ਪਾਰਟਸ ਤੇ ਹਨ, ਤੁਸੀਂ ਕਿਹੜੇ ਪਾਰਟਸ ਮੈਨੂੰ ਦੇਣਾ ਚਾਹੁੰਦੇ ਹੋ? ਗੁਰੂ ਸਾਹਿਬ ਕਹਿੰਦੇ ਨੇ ਅੱਛਾ ਦੇਖ, ਤੇਰੇ ਜਿਹੜੇ ਬੋਡੀ ਦੇ ਪਾਰਟਸ ਨੇ ਇਹਨਾਂ ਦੀ ਗੱਲ ਨਾ ਕਰ, ਇਹਨਾਂ ਵੱਲੋਂ ਤੂੰ ਜਿਨ੍ਹਾਂ ਲੋਕਾਂ ਦੇ ਪਾਰਟਸ ਨਹੀਂ ਨੇ ਤੂੰ ਉਹਨਾਂ ਨੂੰ ਹੈਂਡੀਕੈਪ ਕਹਿੰਦਾ ਹੈ, ਜਿਹਦੀ ਅੱਖ ਨਹੀਂ ਹੈ ਤੂੰ ਉਹਨੂੰ ਕਾਣਾ ਕਹਿੰਦਾ ਹੈ। ਇਹ ਤੇਰੀ ਅਗਿਆਨਤਾ ਹੈ, ਇਹ ਤੇਰੀ ਇਗਨੋਰੈਂਸ ਹੈ। ਤੂੰ ਆਪਣੇ ਬਾਰੇ ਸੋਚ, ਅੰਨਾ ਤੇ ਤੂੰ ਆਪ ਹੈ, ਔਰ ਅਵਰਨ ਹਸਤ ਆਪ ਹੈ ਕਾਣੇ, ਤੂੰ ਦੂਜਿਆਂ ਤੇ ਹੱਸਦਾ ਹੈ, ਦਰਅਸਲ ਕਾਣਾ ਤੂੰ ਹੈ। ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲਿਖ ਆਪ ਨੇੜੇ ਗਿਰਮਾਨ ਮੈਂ ਸੀ ਨੀਵਾ ਕਰ ਵੇਖ, ਆਪਣੇ ਅੰਦਰ ਦੀਆਂ ਅੱਖਾਂ ਦੇਖਣ ਦੀ ਜਾਚ ਸਿੱਖ ਨਾ। ਅੱਛਾ ਤੁਸੀਂ ਮੈਨੂੰ ਰੂਲਾ ਟੁੰਡਾ ਅੰਦਲਾ ਕਹਿੰਦੇ ਪਏ ਹੋ, ਮੈਨੂੰ ਤੁਸੀਂ ਹੈਂਡੀਕੈਪ ਕਹਿੰਦੇ ਪਏ ਹੋ। ਮੈਂ ਲੋਕਾਂ ਨੂੰ ਫਿਜ਼ੀਕਲ ਦੇਖ ਕੇ ਹੈਂਡੀਕੈਪ ਕਹਿੰਦਾ ਸੀ। ਡਾਕਟਰ ਸਾਹਿਬ ਤੁਸੀਂ ਸਭ ਨੇ ਸੁਣਿਆ ਹੋਣਾ, ਦੁਨੀਆ ਦੇ ਅੰਦਰ ਸਟੇਡੀਅਮ ਦੇ ਅੰਦਰ ਸਾਰੀ ਪਬਲਿਕ ਬੈਠੀ ਹੋਈ, ਔਰ ਉੱਥੇ ਸਾਰੇ ਜਿਨ੍ਹਾਂ ਨੂੰ ਅਸੀਂ ਹੈਂਡੀਕੈਪ ਕਹਿੰਦੇ ਨਾ, ਕਿਸੇ ਦੀ ਟੰਗ ਨਹੀਂ ਸੀ, ਕੋਈ ਕਰੈਚਿਸ ਲੈ ਕੇ ਆਇਆ ਸੀ, ਕਿਸੇ ਦੀ ਇੱਕ ਅੱਖ ਨਹੀਂ ਸੀ, ਕਿਸੇ ਦੀ ਬਾਂਹ ਨਹੀਂ ਸੀ, ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ, ਉਹ ਸਾਰਿਆਂ ਦਾ ਓਲੰਪਿਕ ਰੇਸ ਹੋਈ। ਸਾਰਾ ਸਟੇਡੀਅਮ ਹੈਰਾਨ ਰਹਿ ਗਿਆ। ਵਿਸਲ ਤੋਂ ਬਾਅਦ ਸਾਰਿਆਂ ਨੇ ਦੌੜਨਾ ਸ਼ੁਰੂ ਕੀਤਾ, ਔਰ ਕੋਈ 1 ਕਦਮ ਟੁਰਿਆ ਸੀ, ਕੋਈ 2 ਕਦਮ ਟੁਰਿਆ ਸੀ, ਕੋਈ 5 ਟੁਰਿਆ ਸੀ, ਔਰ ਉਹ ਟੈਪ ਪਏ। ਜਿਹੜੇ ਅੱਗੇ ਵੱਧ ਗਏ ਨਾ, ਜਿਨ੍ਹਾਂ ਦਾ ਨਾਂ ਅਸੀਂ ਹੈਂਡੀਕੈਪ ਰੱਖਿਆ ਹੋਇਆ ਬਾਹਰੋਂ, ਜਿਨ੍ਹਾਂ ਨੂੰ ਅਸੀਂ ਲੰਗੜੇ ਲੂਲੇ ਪਿੰਗਲੇ ਕਹਿੰਦੇ ਰਹਿੰਦੇ ਆ ਬਾਹਰੋਂ, ਉਹਨਾਂ ਨੂੰ ਅਸੀਂ ਇਸ ਤਰੀਕੇ ਨਾਲ ਲਫ਼ਜ਼ ਵਰਤਦੇ ਰਹਿੰਦੇ ਆ, ਉਹ ਸਾਰਿਆਂ ਦੇ ਕੋਲ ਪਤਾ ਹੈ ਕਿਆ ਗ੍ਰੇਟਨੈਸ ਨਿਕਲੀ। ਸਾਰਾ ਸਟੇਡੀਅਮ ਖੜਾ ਹੋ ਕੇ ਕਲੈਪਿੰਗ ਕਰਨ ਲੱਗਾ। ਜਿਹੜੇ 5-6 ਕਦਮ ਅੱਗੇ ਲੰਘ ਗਏ ਸੀ ਨਾ, ਉਹ ਸਾਰਿਆਂ ਨੇ ਪਿੱਛੇ ਮੁੜ ਕੇ ਦੇਖਿਆ, ਇਹ ਜਿਹੜੇ ਢਹਿ ਪਏ ਨੇ ਨਾ, ਉਹ ਵਾਪਸ ਗਏ। ਉਹਨਾਂ ਨੇ ਉਹਨਾਂ ਨੂੰ ਚੁੱਕਿਆ, ਆਪਣੀਆਂ ਬਾਹਾਂ 'ਚ ਲਿਆ, ਜੱਫੀਆਂ 'ਚ ਲੈ ਕੇ ਸਾਰਿਆਂ ਨੇ ਰਿਬਨ ਇਕੱਠਾ ਪਾਰ ਕੀਤਾ। ਉਹਨਾਂ ਨੂੰ ਪਿੰਗਲੇ ਨਹੀਂ ਕਹਿੰਦੇ ਨੇ, ਉਹਨਾਂ ਨੂੰ ਹੈਂਡੀਕੈਪ ਨਹੀਂ ਕਹਿੰਦੇ ਨੇ। ਮੈਂ ਲੋਕਾਂ ਨੂੰ ਜਦੋਂ ਐਮਬ੍ਰੇਸ ਨਹੀਂ ਕਰਦਾ ਨਾ, ਮੈਨੂੰ ਰੂਹਲਾ ਟੁੰਡਾ ਕਹਿੰਦੇ ਨੇ। ਮੈਂ ਜਦੋਂ ਲੋਕਾਂ ਨਾਲ ਵਿਤਕਰੇ ਦੀਆਂ ਅੱਖਾਂ ਨਾਲ ਦੇਖਦਾ ਨਾ, ਤਾਂ ਮੈਨੂੰ ਗੁਰੂ ਸਾਹਿਬ ਬਲਾਈਂਡ ਕਹਿੰਦੇ ਨੇ। ਮੇਰਾ ਅੱਜ ਹੈਂਡੀਕੈਪ ਸਮਝਾ ਰਹੇ ਨੇ, ਮੈਨੂੰ ਕਹਿ ਰਹੇ ਨੇ ਰੂਹਲਾ ਟੁੰਡਾ ਅੰਧਲਾ, ਜੇ ਤੂੰ
अपनी जफ्फी चौड़ी नहीं करदा, ना को बैरी नहीं बिगाना वाली अवस्था नहीं बनांदा। तू है पिंगला, तू है टुंडा, तू है अंधला। I'm sorry। अच्छा मन मेरे अंग बना दियो ना गुरु साहब, मैनू वनस दे दियो ना गुरु साहब। कहंदे ने पै के चरण कर पाप के लोयण सुरत करे बना। वाह पै के चरण केड़े हुंदे ने? भी मैं तुहाडी नियमावली अनुसार टुरना चाहता, अदब दे कदम रखना चाहता, आइडियल पाथ ते टुरना चाहता। मैनू पै के चरण कर पाप के मेरे प्यार दे हथ बना दियो। मेरे ए वाले हथ क्रूअल ने, टुंडे वाले हथ ने, दूजियां दी सेवा वास्ते नहीं उठते ने। मैं बड़ा सेल्फिश हां, मैं नार्सिज्म विच फस गया। गुरु साहब कहते पै के चरण कर पाप के लोयण सुरत करे, नानक ऐसे आनी है भी कंत मिला हुआ होए। वाह इंज बन्नस हो जाती है रब नाल। बिन गुण कीते भगत ना होए। जे तू ए गुण ले ला, तेरी वननेस है, वननेस विद गॉड है, वननेस विद रजा है, वननेस विद डिवाइन लॉ है, वननेस वाइल लिविंग है, जीते जी हो जाती है। ਅਸੀਂ थैंक यू ਮਰਨ बहुत ਤੋਂ बहुत ਬਾਅਦ थैंक ਸਮਝਦੇ यू ਸੀ। ਗੁਰਮਤ ਮਰਨ ਤੋਂ ਬਾਅਦ ਸਾਲਵੇਸ਼ਨ ਦੀ ਗੱਲ ਨਹੀਂ ਕਰ ਰਹੀ ਹੈ। ਗੁਰਮਤ ਜੀਂਦੇ ਜੀ ਜਿਉਂਦਿਆਂ ਮੁਕਤੀ ਦੀ ਗੱਲ ਕਰਦੀ ਹੈ, ਸਾਲਵੇਸ਼ਨ ਵਾਈਲ ਲਿਵਿੰਗ ਦੀ ਗੱਲ ਕਰਦੀ ਹੈ। ਗੁਰੂ ਸਾਹਿਬ ਅੱਜ ਤੁਸੀਂ ਮੈਨੂੰ ਸਮਝਾ ਰਹੇ ਹੋ, ਮੈਂ ਤੇ ਭੁਲੇਖੇ ਸਾਂ ਕਿ ਉੱਤੇ ਬੈਠਾ ਕੋਈ ਨਚਾ ਰਿਹਾ, ਉਹਦਾ ਨਾਮ ਮੈਂ ਰੱਬ ਰੱਖਿਆ ਹੋਇਆ। ਮੈਂ ਭੁਲੇਖੇ ਸੀ ਪਿਛਲੇ ਜਨਮ ਦੇ ਭਾਗਾਂ ਕਰਕੇ ਹੁੰਦਾ। ਮੈਂ ਭੁਲੇਖੇ ਸੀ ਕੋਈ ਕਹਿੰਦੇ ਨੇ ਸ਼ੈਤਾਨ ਕਰਾ ਰਿਹਾ। ਗੁਰੂ ਸਾਹਿਬ ਤੁਸੀਂ ਤੇ ਮਾਜ ਰਾਗ ਵਿੱਚ ਕਹਿੰਦੇ ਹੋ ਅੱਖੀ ਬਾਝੋਂ ਵੇਖਣਾ। ਅੱਛਾ ਮੈਂ ਅੱਖਾਂ ਨਾ ਯੂਜ਼ ਕਰਿਆ ਕਰਾਂ? ਤੁਸੀਂ ਮੈਨੂੰ ਕਿਹੜੀ ਅੱਖਾਂ ਸਮਝਾ ਰਹੇ ਹੋ? ਕਹਿੰਦੇ ਨੇ ਅੱਖੀ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਬਿਨ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ। ਅੱਛਾ ਜੀਵਤ ਮਰ ਜਾਂਦੇ ਨੇ? ਮੈਂ ਤੇ ਸਰੀਰਕ ਮਰਨਾ ਸਮਝ ਰਿਹਾ ਸੀ। ਅੱਖੀ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਬਿਨ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ, ਇਹ ਜੀਵਤ ਮਰਨ। ਨਾਨਕ ਹੁਕਮ ਪਛਾਣ ਕੇ ਉਹ ਖਸਮੇ ਮਿਲਣਾ। ਇੰਜ ਵਨਸ ਹੋ ਜਾਂਦੀ ਹੈ ਜੇ ਅੰਦਰ ਦੇ ਅੰਗ ਸਮਝ ਆ ਜਾਣ। ਬਾਹਰਲੇ ਅੰਗਾਂ ਦੀ ਨਹੀਂ ਗੱਲ ਚੱਲ ਰਹੀ। ਇਸ ਕਰਕੇ ਅਸੀਂ ਇਸ ਪ੍ਰੋਗਰਾਮ ਨੂੰ ਡਿਟੇਲ ਵਿੱਚ ਜਦੋਂ ਕੀਤਾ ਸੀ ਨਾ 15 ਅਗਸਤ, ਮੇਰੀ ਬੇਨਤੀ ਹੈ ਇਸ ਦੀ ਡਿਟੇਲ, ਇਹਦੀ ਫੁੱਲ ਜਸਟੀਫਿਕੇਸ਼ਨਸ ਜਿਹੜੀ ਬਾਣੀ ਦੇ ਨਾਲ ਅਸੀਂ ਉਹਦੇ ਵਿੱਚ ਸਾਂਝ ਕੀਤੀ ਹੈ। ਉਸ ਪ੍ਰੋਗਰਾਮ ਦਾ ਨਾਂ ਰੱਖਿਆ ਸੀ ਡਿਵਾਈਨ ਮਕੈਨਿਜ਼ਮਸ ਆਫ ਹਿਊਮਨ ਬੋਡੀ। ਕਿਸ ਤਰ੍ਹਾਂ ਕੁਦਰਤ ਦੇ ਨਿਯਮ ਵਿੱਚ ਰੂਹਾਨੀਅਤ ਘਾੜਤ ਹੋਈ ਹੈ ਮਨੁੱਖ ਦੀ। ਅਸੀਂ ਪੋਸਟਪੋਨ ਨਹੀਂ ਇਹਨੂੰ ਕਰ ਸਕਦੇ। ਇਹ ਕਰ ਕਰੇ ਸੋ ਇਹ ਕਰ ਪਾਏ ਲਾਅ ਬਿਲਕੁਲ ਨਾਲ ਨਾਲ ਚੱਲ ਰਿਹਾ ਹੈ। ਸੋ ਮਰਨ ਤੋਂ ਬਾਅਦ ਨਹੀਂ। ਐਕਸਕਿਊਜ਼ ਮੀ। ਮਰਨ ਤੋਂ ਬਾਅਦ ਨਹੀਂ। ਸਾਨੂੰ ਕਿਸੇ ਨੇ ਭੁਲੇਖਾ ਪਾ ਦਿੱਤਾ ਮਰਨ ਤੋਂ ਬਾਅਦ ਉੱਪਰ ਜਾਵਾਂਗੇ, ਕੋਈ ਰੱਬ ਹੈ, ਸਹੁਰੇ ਘਰ ਜਾਵਾਂਗੇ। जींदे जी आज मिलावा शेख फरीद टाकम कुंजड़ियां, आज हुणे, दिस मोमेंट इन दिस वेरी लाइफ। कीता लोड़िए कम सो हर पे आखिए, कारज दे सवार सतगुर सच साखिए। विआह दे शब्दां ते जो नहीं है पढ़दे हां असीं उस दिन। कीता लोड़िए कम सो हर पे आखिए, अपने घर दा कारज आरंभ करना ना तां सतगुर नूं आख। ਆਪਣੀ ਮਤ ਨੂੰ ਆਪਣੇ ਨਿਜ ਘਰ ਦੇ ਰੱਬ ਜੀ ਦੇ ਨਾਲ ਮਿਲਾਣਾ ਹੈ ਨਾ, ਤੇ ਆਪਣੇ ਮਨ ਨੂੰ ਮਰਜ ਕਰ ਉੱਥੇ।
कीता लोड़िए कम सो हर पै आखिए कारज दे सवार सतगुर सत साखिए संता संग निधान अमृत चाखिए पै पंजन मेरवान फियरलेस होए पै पंजन मेरवान दास की राखिए नानक हर गुण गाए अलख प्रभ लख अलख जो दिसदा नहीं सी प्रभ लख ही है दिखा देंदे हो अंदर दी अखां दे नाल वाह ਅਸੀਂ ਤੇ ਸੋਚ ਰਹੇ ਸੀ ਕੋਈ ਰੱਬ ਆਂਦਾ ਹੈ ਪਤਾ ਨਹੀਂ ਕਿਹੜਾ ਰੂਪ ਹੁੰਦਾ ਹੈ ਕਿਹੜੀ ਸ਼ਕਲ ਹੁੰਦੀ ਹੈ ਅਚਾਨਕ ਦਰਸ਼ਨ ਹੋ ਗਏ ਉਹਨਾਂ ਨੂੰ ਹੋ ਗਏ ਰਾਤੀ ਸੁੱਤੇ ਸੀ ਜਾਗਦੇ ਸੀ ਨਦੀ ਦੇ ਤਾਰ ਪਾਰ ਬੈਠੇ ਸੀ ਨਦੀ ਦੇ ਅੰਦਰ ਬੈਠੇ ਸੀ ਰੱਬ ਦੇ ਦਰਸ਼ਨ ਹੋ ਗਏ ਰੱਬ ਦੀ ਦਰਗਾਹ ਚਲੇ ਗਏ ਗੁਰੂ ਸਾਹਿਬ ਤੁਸੀਂ ਤੇ ਹਰ ਕਿਸੇ ਨੂੰ ਕਹਿੰਦੇ ਹੋ ਤੂੰ ਆਪਣੇ ਅੰਦਰੋਂ ਰੱਬ ਦੇਖ ਸਕਦਾ ਹੈ ਉਹਦੀਆਂ ਅੱਖਾਂ ਦਿੰਦੇ ਹੋ ਨਾਨਕ ਵਿਸਾਖੀ ਪ੍ਰਭਾਵੈ ਸੁਰਤ ਸ਼ਬਦ ਮਨ ਮਾਨੈ ਸੁਰਤ ਦੀਆਂ ਅੱਖਾਂ ਦਿੰਦੇ ਹੋ ਦਿਖਾ ਦਿੰਦੇ ਹੋ ਉਹਨੂੰ ਵਿਵੇਕ ਬੁੱਧੀ ਕਹਿੰਦੇ ਨੇ ਅੱਛਾ ਅੱਜ ਮੈਂ ਕੋਸ਼ਿਸ਼ ਕਰਦਾ ਮੇਰੇ ਨਾਲ ਲਿਵਿੰਗ ਟ੍ਰੇਜਰ ਆਫਿਸ ਤੋਂ ਮੇਰੇ ਵੀਰ ਪੁਸ਼ਪਿੰਦਰ ਸਿੰਘ ਜੀ ਉਹਨਾਂ ਨੇ ਇਹ ਡਾਇਗਰਾਮ ਮੇਰੇ ਨਾਲ ਬਣਾਇਆ ਸੀ ਮੈਂ ਉਹਨਾਂ ਦਾ ਧੰਨਵਾਦੀ ਹਾਂ ਔਰ ਇਹ ਨਾਲ ਦੇ ਨਾਲ ਮੈਨੂੰ ਇਸ ਤਰ੍ਹਾਂ ਨਾਲ ਪੰਕਤੀਆਂ ਦਿਖਾਣੀਆਂ ਨਹੀਂ ਆਉਂਦੀਆਂ ਮੈਂ ਬੋਲੀ ਜਾ ਰਿਹਾ ਉਹ ਤੁਹਾਨੂੰ ਸਕਰੀਨ ਤੇ ਦਿਖਾਈ ਜਾ ਰਹੇ ਨੇ ਉਹ ਇਸ ਵੇਲੇ ਇੰਡੀਆ ਬੈਠੇ ਨੇ ਤਾਂ ਮੈਂ ਨਿਊਯਾਰਕ ਬੈਠਾ ਮੈਂ ਬੜਾ ਧੰਨਵਾਦੀ ਹਾਂ ਕਿ ਉਹ ਕਿਸ ਤਰ੍ਹਾਂ ਸਿੰਕਰਨਾਈਜ਼ ਕਰਕੇ ਨਾਲ ਦੇ ਨਾਲ ਪੰਕਤੀਆਂ ਦਿਖਾ ਰਹੇ ਨੇ ਮੈਂ ਤੇ ਆਪਣੇ ਫਲੋ 'ਚ ਬੋਲੀ ਜਾ ਰਿਹਾ ਤਾਂ ਮੈਂ ਉਹਨਾਂ ਅੱਗੇ ਬੇਨਤੀ ਕਰਦਾ ਕਿ ਜਿਹੜਾ ਉਹਨਾਂ ਨੇ ਮੇਰੇ ਨਾਲ ਇਹ ਵਾਲਾ ਡਾਇਗਰਾਮ ਬਣਾਇਆ ਉਹ ਦਿਖਾਣ ਅਸੀਂ ਇਹਦਾ ਨਾਂ ਰੱਖ ਰਹੇ ਹਾਂ ਡਾਇਗਰਾਮ ਨੰਬਰ 1 ਇਹਦੇ ਵਿੱਚ ਅਸੀਂ ਰੱਖ ਰਹੇ ਹਾਂ ਕਿ ਮੇਰੀ ਬਾਡੀ ਦੇ ਦੋ ਸੀਨ ਨੇ ਇੱਕ ਹੈ ਵਿਜ਼ੀਬਲ ਆਰਗਨਸ ਦੂਜਾ ਹੈ ਇਨਵਿਜ਼ੀਬਲ ਆਰਗਨਸ ਤੁਸੀਂ ਸਾਰੇ ਮੈਕਸਿਮਮ ਇਸ ਗਰੁੱਪ ਵਿੱਚ ਡਾਕਟਰਸ ਹੋ ਮੇਰੀ ਡਾਕਟਰਸ ਦੀ ਲੈਂਗੁਏਜ ਵਿੱਚ ਮੈਡੀਕਲ ਟਰਮਸ ਵਿੱਚ ਅੱਖਰ ਜਿਹੜੇ ਯੂਜ਼ ਕੀਤੇ ਗਏ ਹੋਣ ਔਰ ਉਹ ਗਲਤ ਹੋਣ ਮੈਨੂੰ ਮਾਫ ਕਰ ਦੇਣਾ ਆਈ ਵਾਸ ਨੈਵਰ ਡਾਕਟਰ but I was civil engineer. Now I am no more, nothing. मैं इस वेले कुछ नहीं हाँ हुण ते मैं हार्ट टू हार्ट रोड्स और ब्रिजेस बनाने दी जाच सीख रहा मैं सीख रहा भाख्या पाओ पार किवें सीखीदा मैं सीख रहा कि अभाख्या दी बोली छड्ड के मिठी बोली किवें हार्ट टू हार्ट रोड्स ब्रिजेस किवें बनाईदा हारमोनीयस लाइफ इस करके मेरे को मैडिकल टर्म्स कोई लफज गलत भूल जान मनु माफ कर देना पर मनु ये समझ आ रहा कि मैं पढ़िया हाँ या नहीं पढ़िया हाँ तुसी सारे पढ़े हो या नहीं पढ़े हो पर है लॉ प्रिवेल ट्रुथ प्रिवेल्स ये मन जैसा सेवे तैसो होए ता असी आज ये वाला सीख रहे हैं विजिबल बॉडी दे ऑर्गन्स वर्सेस इनविजिबल ऑर्गन्स असी सीख रहे हैं कि मेरा मन मैनू नचा रहा है कि रब जी नचा रहे ने ਅਸੀਂ ਸਿੱਖ ਰਹੇ ਹਾਂ ਕਿ ਮੇਰੇ ਮਨ ਨੇ ਮੈਨੂੰ ਕਠਪੁਤਲੀ ਬਣਾਇਆ ਹੈ ਮੇਰੇ ਵਿਜ਼ੀਬਲ ਆਰਗਨਸ ਕੋਲੋਂ ਮੇਰੇ ਕੋਲ ਕੰਮ ਕਰਾਂਦਾ ਹੈ ਚੰਗੇ ਜਾਂ ਮੰਦੇ ਜਾਂ ਕੋਈ ਉੱਪਰ ਬੈਠੇ ਰੱਬ ਜੀ ਨਚਾ ਰਹੇ ਨੇ ਕਠਪੁਤਲੀ ਵਾਂਗੂ ਅਸੀਂ ਸਿੱਖ ਰਹੇ ਹਾਂ ਵਿਜ਼ੀਬਲ ਬਾਡੀ ਵਰਸਸ ਇਨਵਿਜ਼ੀਬਲ ਬਾਡੀ ਜਿਹਦੇ ਉੱਤੇ ਅਸੀਂ ਇੱਕ ਸੈਮੀਨਾਰ ਪਹਿਲਾਂ ਕੀਤਾ ਹੈ ਪੈਰਲਲ ਯੂਨੀਵਰਸ ਇੱਕ ਸੈਮੀਨਾਰ ਕੀਤਾ ਹੈ ਮਨ ਕੀ ਹੈ लास्ट सैमीनार ए वाले सैमीनार चो निकल के आया सी ए वाला सैमीनार असी 15 अगस्त कीता सी लास्ट जिहड़ी 15 अगस्त बीत गई है इस तो बाद हुणे 2 अक्तूबर गई है तां इसी सैमीनार चो एक नवा सैमीनार निकल के आया सी इनर वॉइस इज गॉड्स वॉइस आज असी ये समझ रहे हैं विजिबल ऑर्गन्स तुसी सब जानते हो विजिबल ऑर्गन्स ने ब्रेन विजिबल ऑर्गन्स मेरी बॉडी दे ने मेरा हार्ट ते मेरे सारा ए शरीर ते ए सारे जिहड़े साडे बॉडी दे अंग ने ना ये सारे मुताज ने किदे मेरे इनविजिबल ऑर्गन्स दे हुण तुसी सारे डॉक्टर मैनू माफ कर देना पर मैं कार्डियक स्पेशलिस्ट और डॉक्टर अवतार सिंह जी जिन्हां दे बारे ਮੈਨੂੰ ਪਤਾ ਬਾਣੀ ਵੀ ਜਾਣਦੇ ਨੇ ਔਰ ਉਹ ਨਿਊਰੋ ਇਤਨੀ ਜ਼ਬਰਦਸਤ ਉਹਨਾਂ ਦੀ ਪੜ੍ਹਾਈ ਔਰ ਉਹਨਾਂ ਦੀ ਪ੍ਰੈਕਟਿਸ ਹੈ ਡਾਕਟਰ ਜਸਵੰਤ ਸਿੰਘ ਜੀ ਤੁਸੀਂ ਵੀ ਨਿਊਰੋ ਹੋ ਮੈਂ ਸੁਣਿਆ ਸੋ ਇਸ ਪਲੇਟਫਾਰਮ ਤੇ ਬੜੇ ਪੜ੍ਹੇ ਲਿਖੇ ਸਿਆਣੇ ਸੱਜਣ ਹਨ ਪਰ ਮੈਂ ਸਾਈਕੈਟਿਸਟ ਔਰ ਨਿਊਰੋ ਔਰ ਹਾਰਟ ਸਪੈਸ਼ਲਿਸਟ
ਉਹਨਾਂ ਕੋਲੋਂ ਪੁੱਛਿਆ, ਫ੍ਰੈਜ਼ਨੋ ਗਿਆ ਤਾਂ ਉੱਥੇ ਮੈਨੂੰ ਕੁਝ ਡਾਕਟਰਸ ਮਿਲੇ। ਮੈਂ ਉਹਨਾਂ ਨੂੰ ਪੁੱਛਿਆ, ਇਹ ਜਿਹੜਾ ਗਜ਼ਲ ਵਿੱਚ ਗਾਣਾ ਹੈ, ਤੁਸੀਂ ਹਾਰਟ ਸਪੈਸ਼ਲਿਸਟ ਹੋ, ਹਾਰਟ ਸਰਜਨ ਹੋ, ਮੈਨੂੰ ਦੱਸੋ, ਦਿਲ की नाजुक रगें टूटती हैं, याद इतना भी कोई ना आए, ਇਹ ਕਿਹੜੀਆਂ ਰਗਾਂ ਟੁੱਟਦੀਆਂ ਜਦੋਂ ਵਾਹ ਕਿਸੇ ਨੂੰ ਯਾਦ ਕਰੋ। ਵਾਹ ਉਹ ਮੈਨੂੰ ਕਹਿੰਦਾ ਹੈ, ਹਾਂ ਭੁਪਿੰਦਰ ਸਿੰਘ ਜੀ, ਜਦੋਂ ਸਾਡੇ ਕੈਮੀਕਲਸ ਅਪਸੈਟ ਹੋ ਜਾਂਦੇ ਨੇ ਨਾ, ਤਾਂ ਸਾਡੇ ਫਿਜ਼ੀਕਲ ਬਾਡੀ ਦੇ ਆਰਗਨ ਦਾ, ਹਾਰਟ ਦੀਆਂ ਨਸਾਂ ਨੂੰ ਨੁਕਸਾਨ ਪਹੁੰਚਦਾ ਹੈ। ਕਾਰਡੀਅਕ ਸਪੈਸ਼ਲਿਸਟ ਨੂੰ ਜਦੋਂ ਮੈਂ ਪੰਕਤੀ ਪੁੱਛੀ ਤੇ ਮੈਂ ਉਹਨੂੰ ਪੁੱਛਿਆ, ਇੱਕ ਤਾਂ ਹਾਰਟ ਜਿਹੜਾ ਤੁਹਾਡਾ ਮੈਡੀਕਲ ਟਰਮਸ ਵਿੱਚ ਹੈ, ਤੇ ਇੱਕ ਹਾਰਟ ਉਹ ਕਿਹੜਾ ਹੈ ਜਿਹੜਾ ਮੇਰਾ ਮਿੱਤਰ ਡਾਕਟਰ ਜਤਿੰਦਰ ਸਿੰਘ ਜੀ ਨਿਊ ਜਰਸੀ ਨੇ, ਉਹ ਇਸ ਵੇਲੇ ਪ੍ਰੈਕਟਿਸ ਕਰਦੇ ਨੇ ਜੀਰੀਆਟ੍ਰਿਕਸ ਦੀ। ਮੈਨੂੰ ਕਹਿੰਦੇ ਨੇ, ਮੈਂ ਜਦੋਂ ਦਿੱਲੀ ਤੋਂ ਅੱਜ ਤੋਂ 25-30 ਸਾਲ ਪਹਿਲਾਂ ਟੁਰਿਆ ਤਾਂ ਮੇਰੀ ਉੱਥੇ ਦਾਦੀ ਕਹਿੰਦੀ ਹੈ, ਤੂੰ ਜਾ ਤੇ ਰਿਹਾ ਪਰ ਤੂੰ ਮੇਰੇ ਦਿਲ ਵਿੱਚ ਵਸਦਾ ਹੈ। ਵਾਹ ਮੈਂ ਪੁੱਛਿਆ, ਇਹ ਦਿਲ ਕਿਹੜਾ ਹੈ? ਇਹ ਕਾਰਡੀਅਕ ਸਪੈਸ਼ਲਿਸਟ ਵਾਲਾ ਹਾਰਟ ਹੈ ਜਿਹੜਾ ਪੰਪ ਕਰਦਾ ਹੈ, ਇਹ ਦਿਲ ਕਿਹੜਾ ਹੈ? ਫਲਾਣੇ ਨੇ ਮੈਨੂੰ ਇਤਨੀ ਮੰਦੀ ਗੱਲ ਆਖੀ, ਮੇਰਾ ਦਿਲ ਸੜ ਗਿਆ, ਇਹ ਦਿਲ ਕਿਹੜਾ ਹੈ? ਉਹਨੇ ਐਸੀ ਗੱਲ ਕੀਤੀ, ਮੇਰੇ ਕਲੇਜੇ ਤੇ ਵੱਜੀ। ਉਹ ਕਲੇਜਾ ਕਿਹੜਾ ਹੁੰਦਾ ਹੈ? ਇਹਦਾ ਮਤਲਬ ਕੁਛ ਨਾ ਸਾਡੇ ਇਨਵਿਜ਼ੀਬਲ ਆਰਗਨਸ ਨੇ। ਸੋ ਅਸੀਂ ਡਾਇਗਰਾਮ ਨੰਬਰ 1 ਵਿੱਚ ਅਸੀਂ ਸਮਝ ਰਹੇ ਹਾਂ ਕਿ ਮੇਰੇ ਅੰਦਰ ਨਾ ਮੇਨ ਮੇਰੀ ਬਾਡੀ ਦਾ ਰਾਜਾ ਹੈ, ਉਹਨੂੰ ਮਨ ਰਾਜਾ, ਮਨ ਤੇ ਮਾਨਿਆ ਕਹਿੰਦੇ ਨੇ। ਉਹ ਮਨ ਰਾਜਾ, ਮਨ ਸੁਲਤਾਨ ਹੈ ਮੇਰੀ ਬਾਡੀ ਦਾ। ਸਾਡੀ ਸਾਰਿਆਂ ਦੀ ਬਾਡੀ ਨਾ ਮੁਤਾਜ ਹੈ ਸਾਡੇ ਮਨ ਦੀ। ਇਹ ਮਨ ਜੈਸਾ ਸੇਵੇ ਤੈਸੋ ਹੋਏ, ਤੇ ਕਰਮ ਕਮਾਏ। ਸੋ ਇਹ ਜਿਹੜਾ ਮਨ ਹੈ ਨਾ, ਇਹ ਮਨ ਨਾ, ਇਹਦੇ ਕੋਲ ਇੱਕ ਰਿਸੈਪਟਰ ਹੈ ਜਿਹਨੂੰ ਅਸੀਂ ਐਂਟੇਨਾ ਕਹਿੰਦੇ ਹਾਂ। ਉਹ ਇਹਦੀ ਸੁਰਤ ਹੈ, ਉਹ ਵੀ ਇਨਵਿਜ਼ੀਬਲ ਆਰਗਨ ਹੈ, ਉਹਨੂੰ ਕੌਨਸ਼ੀਅਸਨੈਸ ਕਹਿੰਦੇ ਆ। ਤੁਸੀਂ ਇੰਗਲਿਸ਼ ਵਿੱਚ ਉਸ ਸੁਰਤ ਦਾ ਨਾਂ ਕੁਝ ਹੋਰ ਰੱਖ ਸਕਦੇ ਹੋ। ਮੈਨੂੰ ਜਿਸ ਤਰ੍ਹਾਂ ਸਮਝ ਆਇਆ, ਮੈਂ ਡਾਕਟਰ ਅਵਤਾਰ ਸਿੰਘ ਜੀ ਨੂੰ ਪੁੱਛਿਆ, ਉਹਨਾਂ ਨੇ ਕਿਹਾ ਹਾਂ ਇਹਦਾ ਸੁਰਤ ਦਾ ਨਾਂ ਧਿਆਨ, ਕੌਨਸ਼ੀਅਸਨੈਸ ਰੱਖ ਲਓ ਭੁਪਿੰਦਰ ਸਿੰਘ ਜੀ। ਤਾਂ ਮੈਂ ਆਪਣੇ ਡਾਇਗਰਾਮ ਵਿੱਚ ਇਹ ਲਫ਼ਜ਼ ਪਾ ਲਿਆ। ਪਰ ਇਹਦੇ ਵਿੱਚ ਨਾ ਚੰਗੇ ਮੰਦੇ ਦੋਨੋਂ ਖਿਆਲ ਆਉਂਦੇ ਨੇ ਮੈਨੂੰ। ਮੇਰਾ ਐਂਟੇਨਾ ਨਾ ਨੈਗੇਟਿਵ ਪੋਜ਼ਿਟਿਵ ਦੋਨੋਂ ਰਿਸੀਵ ਕਰਦਾ ਹੈ। ਮੇਰਾ ਮਨ ਨਾ ਫੁਰਨਿਆਂ ਦਾ ਘਰ ਹੈ। ਸਾਈਕੈਟ੍ਰਿਸਟ ਦੀ ਲੈਂਗੁਏਜ ਵਿੱਚ ਉਹ ਕਹਿੰਦੇ ਨੇ 60 to 65,000 ਮੈਸੇजेस, ਥਾਟਸ, ਫੁਰਨੇ ਸਾਨੂੰ ਰੋਜ਼ ਆਉਂਦੇ ਨੇ, ਚੰਗੇ ਜਾਂ ਮੰਦੇ। ਜਦੋਂ ਮੈਂ ਗੁਰੂ ਸਾਹਿਬ ਜੀ ਦੀ ਬੋਲੀ ਸਿੱਖ ਰਿਹਾ ਨਾ, ਤਾਂ ਜਪਜੀ ਸਾਹਿਬ ਦੀ ਸਾਡੀ 110 ਘੰਟੇ ਦੀ YouTube ਤੇ ਲੱਗੀ ਹੋਈ ਹੈ ਸਾਰੀ। ਇਹ ਬੜੇ ਸਾਰੇ ਪ੍ਰੋਗਰਾਮ ਤੁਸੀਂ YouTube ਤੇ ਦੇਖਦੇ ਹੋ, ਮੈਂ ਉਹਨਾਂ ਦਾ ਜ਼ਿਕਰ ਨਹੀਂ ਕਰ ਰਿਹਾ, ਪਰ ਉਹਦਾ ਮੈਂ ਇੱਕ ਮੈਸੇਜ ਲੈ ਕੇ ਆ ਰਿਹਾ। ਜਦੋਂ ਕੁੜਿਆਰ ਤੋਂ ਸਚਿਆਰ ਬਣਨ ਦੀ ਜਰਨੀ ਸ਼ੁਰੂ ਕੀਤੀ ਨਾ, ਤਾਂ ਇਹ ਸਾਰੇ ਮੈਨੂੰ ਮੇਰੇ ਸਾਥੀ ਲਿਵਿੰਗ ਟ੍ਰੇਜਰ ਦੇ ਇੰਡੀਆ, ਅਮਰੀਕਾ ਸਾਰੇ ਕਹਿੰਦੇ, ਗੁਰਮਤਿ ਗਿਆਨ ਕਾਲਜ ਦੇ ਪ੍ਰੋਫੈਸਰਸ ਮੈਨੂੰ ਕਹਿੰਦੇ ਕਿ ਇਹਨੂੰ ਲੜੀਵਾਰ ਕਰਨਾ। ਮੈਂ ਲੜੀਵਾਰ ਕਰ ਰਿਹਾ ਸੀ, ਪਹਿਲੀ ਪੌੜੀ ਤੋਂ ਦੂਜੀ ਪੌੜੀ, ਦੂਜੀ ਪੌੜੀ ਤੋਂ ਤੀਜੀ ਪੌੜੀ ਕਰਦੇ 38 ਪੌੜੀ ਤੱਕ ਗਏ। ਤਾਂ ਸਾਰੀ ਜਰਨੀ ਕੁੜਿਆਰ ਤੋਂ ਸਚਿਆਰ ਬਣਨ ਦੀ ਚੱਲ ਰਹੀ ਸੀ। ਤਾਂ ਮੈਨੂੰ ਸਮਝ ਆਇਆ ਮੇਰੇ ਅੰਦਰ ਦੀ ਵੀ ਕੋਈ ਗੱਲ ਚੱਲ ਰਹੀ ਹੈ ਕਿ ਮੈਨੂੰ ਨਿਕੰਮੇ ਜਦੋਂ ਮੰਦੇ ਖਿਆਲ ਆਉਂਦੇ ਨੇ, ਡਿਸਟਰਕਟਿਵ, ਉਹਨਾਂ ਨੂੰ ਪਤਾਲੀ ਖਿਆਲ ਕਹਿੰਦੇ ਨੇ, ਔਰ ਜਦੋਂ ਚੰਗੇ ਖਿਆਲ ਆਉਂਦੇ ਨੇ ਉਹਨੂੰ ਅਗਾਸੀ ਖਿਆਲ ਕਹਿੰਦੇ ਨੇ। ਪਾਤਾਲਾਂ ਪਾਤਾਲ, ਲੱਖ ਅਗਾਸਾਂ ਗਾਸ, ਮੇਰੇ ਅੰਦਰ ਦੀ ਵੀ ਕੋਈ ਗੱਲ ਹੈ। ਸੋ ਮੇਰਾ ਐਂਟੇਨਾ ਰਿਸੈਪਟਰ ਜਿਹੜਾ ਮੇਰਾ ਮਨ ਫੁਰਨਿਆਂ ਦਾ ਘਰ ਹੈ ਨਾ, ਇਹ ਸੁਰਤ ਨਾਲ ਨਾ ਉਹ ਚੰਗੇ ਤੇ ਮੰਦੇ, ਪਲੱਸ ਔਰ ਮਾਈਨਸ ਦੋਨੋਂ, ਮੈਨੀ ਥਾਟਸ, ਮੈਨੀ ਫੁਰਨੇ ਕਲੈਕਟ ਕਰਦਾ ਹੈ। ਮੇਰੇ ਮਨ ਨੂੰ ਹਾਊਸ ਆਫ ਥਾਟਸ ਕਹਿੰਦੇ ਨੇ, ਹਾਊਸ ਆਫ ਵਾਂਟਸ ਕਹਿੰਦੇ ਨੇ, ਫੁਰਨਿਆਂ ਦਾ ਘਰ ਕਹਿੰਦੇ ਨੇ। ਇਹਨਾਂ ਸਾਰੇ ਨੈਗੇਟਿਵਸ ਔਰ ਪੋਜ਼ਿਟਿਵਸ ਨਾ ਬਿਨਾਂ ਵਿਚਾਰਿਆਂ ਮੇਰੀ ਮਤ ਬੁੱਧ ਨੂੰ ਦੇ ਦਿੰਦਾ ਹੈ। ਇੱਥੇ ਆ ਕੇ ਡਾਕਟਰ ਜਸਵੰਤ ਸਿੰਘ ਜੀ, ਮੈਂ ਇੱਕ ਲਿਬਰਟੀ ਲੈਣਾ ਚਾਹੁੰਦਾ ਇਹ ਕਹਿਣ ਵਾਸਤੇ ਕਿ ਟ੍ਰਾਂਸਲੇਸ਼ਨਸ ਕਰਨ ਵੇਲੇ ਦੁਨੀਆ ਨੇ ਹਮੇਸ਼ਾ ਜਦੋਂ ਵੀ ਗੁਰਬਾਣੀ ਵਿੱਚ ਲਫ਼ਜ਼ ਮਨ ਆਇਆ ਨਾ, ਉਹਦੀ ਇੰਗਲਿਸ਼ ਟ੍ਰਾਂਸਲੇਸ਼ਨ ਮਾਈਂਡ ਕਰ ਦਿੱਤੀ।
मन दी ट्रांसलेशन माइंड नहीं हो सकती। माइंड कम्स लेटर ऑन, सब तो पहला है मन। किस तरह? एज पर गुरबानी। किस तरह? गुरु नानक साहब बाणी कहती है, सन कादिक नारिद मुन सेखा, तिन भी तन में मन नहीं पेखा। Wow. सन कादिक नारिद मुन सेखा, तिन भी तन में मन नहीं पेखा। ਉਹਨਾਂ ਨੂੰ ਮਨ ਦੇ ਬਾਰੇ ਸਮਝ ਨਹੀਂ ਆਇਆ, ਇਸ ਕਰਕੇ ਉਹ ਕਹਿੰਦੇ ਸੀ ਮੈਡੀਟੇਸ਼ਨ ਕਰ ਲਓ, ਇੱਕ ਟੰਗ ਤੇ ਖੜੇ ਹੋ ਜਾਓ, ਐਸੇ ਹਟ ਜਾਓ, ਕਰ ਲਓ, ਇਸ ਤਰ੍ਹਾਂ ਅੱਖਾਂ ਨੂਟ ਲਓ, ਮਨ ਨੂੰ ਸ਼ੂਨਯ ਕਰ ਲਓ। ਗੁਰੂ ਸਾਹਿਬ ਕਹਿੰਦੇ ਮਨ ਸ਼ੂਨਯ ਨਹੀਂ ਹੁੰਦਾ, ਆਖੜ ਜ਼ੋਰ, ਚੁੱਪੇ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸ਼ੋਰ। ਤੇਰਾ ਮਨ ਸ਼ੋਰ ਪਾਉਂਦਾ ਹੈ ਕਿਉਂਕਿ ਇਹਨੇ ਨੈਗੇਟਿਵ ਪੋਜ਼ਿਟਿਵ ਸਾਰੇ ਪੁਆਇੰਟ ਇਕੱਠੇ ਕੀਤੇ ਨੇ, ਢੇਰ ਸਾਰੇ। ਇਹ ਜਿਹੜੇ ਤੇਰੇ ਮਨ ਨੇ ਇਕੱਠੇ ਕੀਤੇ ਹੋਏ ਨੇ ਨਾ, ਇਹਨਾਂ ਇਕੱਠਿਆਂ ਦੇ ਕਾਰਨ ਹੀ ਤੂੰ ਹੈਂਡੀਕੈਪ ਹੋ ਗਿਆ, ਅੰਦਰੋਂ ਰੋਲਾ ਟੁੰਡਾ ਅੰਧਲਾ ਹੋ ਗਿਆ। ਅੱਛਾ ਗੁਰੂ ਸਾਹਿਬ, ਫਿਰ ਇਹਦੇ ਨਾਲ ਮਾਈਂਡ ਬਣ ਜਾਂਦਾ ਹੈ? ਹਾਂ, ਮਾਈਂਡ ਬਣਦਾ ਹੈ। ਮਨ ਜੈਸੇ ਫੁਰਨੇ ਇਕੱਠੇ ਕਰਦਾ ਹੈ, ਉਹਨੂੰ ਮਤ ਬੁੱਧ ਕਹਿੰਦੇ ਨੇ, ਉਹਨੂੰ ਨੌਲੇਜ ਇੰਟੈਲੈਕਟ ਕਹਿੰਦੇ ਨੇ। ਇਹ ਮੇਰੇ ਇਨਵਿਜ਼ੀਬਲ ਆਰਗਨਸ ਨੇ। ਇਹਨਾਂ ਸਾਰਿਆਂ ਦੇ ਕਾਰਨ ਮੇਰੀ ਮਤ ਬੁੱਧ ਕੋਲੋਂ ਮੇਰਾ ਮਨ ਮੇਰੇ ਫਿਜ਼ੀਕਲ ਬਾਡੀ ਦੇ ਇਸ ਬ੍ਰੇਨ ਨੂੰ ਆਰਡਰ ਕਰਦਾ ਹੈ। ਅਕੋਰਡਿੰਗ ਟੂ ਦੈਟ ਮੇਰੀ ਬਾਡੀ ਦੇ ਐਕਸ਼ਨਸ ਹੁੰਦੇ ਨੇ। ਕੋਈ ਉੱਤੋਂ ਰੱਬ ਮੇਰੇ ਕੋਲੋਂ ਚੰਗੇ ਮੰਦੇ ਨਹੀਂ ਕਰਾ ਰਿਹਾ। ਮੈਂ ਕਠਪੁਤਲੀ ਨਹੀਂ ਹਾਂ ਰੱਬ ਦੀ। ਰੱਬ ਕੁਰਾਏ ਨਹੀਂ ਪਾਉਂਦਾ। ਮੈਂ ਕਠਪੁਤਲੀ ਬਣਿਆ ਹਾਂ ਮੇਰੇ ਮਨ ਦੇ ਮੰਦੇ ਖਿਆਲਾਂ ਦੀ ਹੈਂਡੀਕੈਪ ਦੇ ਕਾਰਨ। ਇਸ ਡਾਇਗਰਾਮ ਵਿੱਚ ਦੱਸਿਆ ਮੇਰੇ ਬ੍ਰੇਨ ਦੇ ਕਾਰਨ ਮੇਰੇ ਬਾਡੀ ਕੋਲੋਂ ਨੈਗੇਟਿਵ ਤੇ ਪੋਜ਼ਿਟਿਵ ਐਕਸ਼ਨ ਕਰਾ ਲੈਂਦਾ ਹੈ ਮੇਰਾ ਮਨ ਰਾਜਾ ਬਾਡੀ ਦਾ। ਮੈਂ ਰੱਬ ਤੇ ਛੋੜ ਦਿੱਤਾ, ਰੱਬ ਕਰਾਂਦਾ। मैं अपनी जिम्मेवारी नहीं लई। मैं ना एस्केपिज्म तो इतना इग्नोरेंट हाँ। धर्म दे ना हेठा मैं रब ते पा दिता। कोई किसी दी धी नूं दाज दे ना हेठा साड़ दे, सारे समाज विच मैं वर्ड बना दिता जिवें रब कराए, जिवें रब दी रजा, जिवें रब दा भाणा। नो नो नो, दिस इज मेरे मन दा भाणा। बॉडी दे एक्शन मेरे ब्रेन दे कोलों वो वाले केमिकल्स प्रोड्यूस करा के नेगेटिव एक्शन कराए गए क्योंकि मेरे मन दे रिसेप्टर सुरत ने नेगेटिव थॉट्स दित्तियां सी। पॉजिटिव थॉट्स दी वैल्यू कोई नहीं रखी हुई सी। डॉक्टर जसवंत सिंह जी, आई डोंट नो कि मेडिकल टर्म्स किथे एक्सप्लेन होया, पर मनु लगता है कि सिगमंड फ्राइड तो लैके एल्बर्ट आइंस्टाइन तो लैके सिगमंड फ्राइड तो होर कितनियां ने दे बारे गल कीती है मैनू नहीं पता, पर गुरबाणी दा पॉइंट इस दुनिया नू अज लोड़ है मेडिकल साइंस तो लैके सारी दुनिया वास्ते कि बाणी कहंदी है मन नू समझो। मन नू माइंड नहीं कहंदे ने। मन दे कारण माइंड बनता है मत बुद्धि, और मत बुद्धि नू माइंड कहंदे ने। ओनू मेरा नॉलेज इंटलैक्ट कहंदे ने। अकॉर्डिंग टू दैट मैं अपने ब्रेन नू कहंदा और मेरे ब्रेन दे थ्रू मैं अपने बॉडी कोलों एक्शंस करा लैंदा हां। ਇਹਦਾ ਨਾਂ ਅਸੀਂ ਰੱਖਿਆ ਡਾਇਗਰਾਮ ਨੰਬਰ 1, ਜਿੱਥੇ ਮੇਰੀ ਬਾਡੀ ਦੀ ਮੁਥਾਤੀ ਹੈ। ਹੁਣ ਸੋਲੂਸ਼ਨ ਡਾਕਟਰ ਸਾਹਿਬ, ਇਹ ਸੋਲੂਸ਼ਨ ਨੂੰ ਮੈਂ ਕੁਇਕ ਕਰ ਦਿਆਂਗਾ ਤਾਂ ਕਿ ਤੁਸੀਂ ਕੁਐਸਚਨ ਆਨਸਰ ਲੈ ਸਕੋ। ਸਿਰਫ 5 ਮਿੰਟ ਹੋਰ ਲਾ ਲਓ ਜੀ, ਆਪਾਂ ਓਵਰ ਟਾਈਮ। ਠੀਕ ਹੈ ਜੀ। ਹਾਂਜੀ, ਡਾਇਗਰਾਮ ਨੰਬਰ 2। ਹਾਂਜੀ, ਡਾਇਗਰਾਮ ਨੰਬਰ 2 ਦੇ ਵਿੱਚ ਅਸੀਂ ਡਾਇਗਰਾਮ ਨੰਬਰ 2 ਚ ਅਸੀਂ ਸਮਝ ਰਹੇ ਹਾਂ ਕਿ ਸਾਡੇ ਸਭ ਦੇ ਅੰਦਰ ਰੱਬ ਵਸਦਾ ਹੈ। ਸਾਰਿਆਂ ਨੂੰ ਨੋਟ ਕਰ ਦਿਓ, ਉਹ ਨਾ ਹੋ ਜਾਣ ਕਿਤੇ। ਸਾਡੇ ਸਭ ਦੇ ਅੰਦਰ ਰੱਬ ਵਸਦਾ ਹੈ। ਰੱਬ ਦੀ ਗੱਲ ਨੂੰ
ਤੁਰਕੀ ਬਾਣੀ ਕਹਿੰਦੇ ਨੇ, ਰੱਬ ਦੀ ਗੱਲ ਨੂੰ ਗॉड्स ਵੌਇਸ ਕਹਿੰਦੇ ਨੇ, ਰੱਬ ਦੀ ਗੱਲ ਨੂੰ ਸਤਿਗੁਰ ਕਹਿੰਦੇ ਨੇ। ਸਤਿਗੁਰ ਵਿਵੇਕ ਬੁੱਧੀ ਦਿੰਦਾ ਹੈ, ਸਾਡੇ ਸਭ ਦੇ ਅੰਦਰ ਵਿਵੇਕ ਬੁੱਧੀ ਦਾ ਚਿਪ ਲੱਗਾ ਹੋਇਆ ਹੈ, ਉਹਦੇ ਬਾਰੇ ਸਾਨੂੰ ਨੌਲੇਜ ਨਹੀਂ ਹੈ। ਜੇ ਮੈਂ ਵਿਵੇਕ ਬੁੱਧੀ ਦੇ ਚਿਪ ਨੂੰ ਇਗਨੋਰ ਕਰਦਾ ਹਾਂ, ਇਨਰ ਵੌਇਸ ਨੂੰ ਇਗਨੋਰ ਕਰਦਾ ਹਾਂ, ਤੁਰਕੀ ਬਾਣੀ ਨੂੰ ਇਗਨੋਰ ਕਰਦਾ ਹਾਂ, ਤਾਂ ਮੈਂ ਇਗਨੋਰੈਂਟ ਹਾਂ। ਇਸ ਕਰਕੇ ਡਾਇਗਰਾਮ ਨੰਬਰ 1 ਦੇ ਕਾਰਨ ਮੇਰੀ ਬੋਡੀ ਅਤੇ ਮੇਰੇ ਹਾਰਟ ਉੱਤੇ ਗਲਤ ਇਫੈਕਟ ਹੁੰਦੇ ਨੇ, ਮੇਰੀ ਬੋਡੀ ਕੋਲੋਂ ਗਲਤ ਐਕਸ਼ਨ ਹੁੰਦੇ ਨੇ। ਹੁਣ ਜੇ ਅਸੀਂ ਸੋਲੂਸ਼ਨ ਲਗਾਈਏ, ਸੋਲੂਸ਼ਨ ਦਾ ਨਾਂ ਰੱਖਿਆ ਸੀ ਡਾਇਗਰਾਮ ਵਿੱਚ ਵਿਵੇਕ ਬੁੱਧੀ। ਵਿਵੇਕ ਬੁੱਧੀ ਕਿੱਥੋਂ ਲੈ ਕੇ ਨਹੀਂ ਲਗਾਣੀ ਹੈ, ਅੰਦਰ ਪ੍ਰਾਪਤ ਹੈ, ਪਰ ਮੈਂ ਇਗਨੋਰੈਂਟ ਹਾਂ, ਮੈਂ ਉਹਦੇ ਬਾਰੇ ਜਾਣਦਾ ਨਹੀਂ ਹਾਂ। ਸਤਿਗੁਰ ਦੀ ਬਾਣੀ ਮੈਨੂੰ ਕਹਿੰਦੀ ਨੇ, ਆਪ ਨੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਵੇਖ। ਸਤਿਗੁਰ ਦੀ ਬਾਣੀ ਮੈਨੂੰ ਮੇਰੀ ਵਿਵੇਕ ਬੁੱਧੀ ਅੰਦਰ ਦੀ ਮੈਨੂੰ ਜਗਾਉਂਦੀ ਹੈ, ਕਹਿੰਦੀ ਹੈ ਨਾ ਆਪਣੇ ਵਿਵੇਕ ਬੁੱਧੀ ਦਾ ਚਿਪ ਐਕਟਿਵ ਕਰ। ਇਨਐਕਟਿਵ ਕਿਉਂ ਕੀਤਾ ਹੋਇਆ ਹੈ? ਅੱਛਾ ਜੀ, ਹੁਣ ਜਦੋਂ ਵਿਵੇਕ ਬੁੱਧੀ ਦਾ ਚਿਪ ਅਸੀਂ ਦੇਖਦੇ ਹਾਂ, ਮੇਰੀ ਸੁਰਤ ਨੈਗੇਟਿਵ ਤੇ ਪੋਜ਼ਿਟਿਵ ਲੈ ਕੇ ਆਉਂਦੀ ਹੈ। ਅਸੀਂ ਸਾਰੇ ਸਮਾਜ ਵਿੱਚ ਰਹਿੰਦੇ ਹਾਂ, ਨੈਗੇਟਿਵ ਪੋਜ਼ਿਟਿਵ ਆਣਗੇ, ਹੀ ਕੈਨ ਨਾਟ ਸਟਾਪ them। ਚੰਗੇ ਮੰਦੇ ਫੁਰਨੇ ਆਉਂਦੇ ਨੇ। ਮੇਰੇ ਮਨ ਨੂੰ ਅਕਲ ਨਹੀਂ ਹੈ, ਪਰ ਜੇ ਮੇਰਾ ਮਨ ਇਹ ਵਾਲੀ ਵਿਵੇਕ ਬੁੱਧੀ ਦਾ ਚਿਪ ਲਗਾ ਲੇ, ਜਿਹਦਾ ਨਾਂ ਅਸੀਂ ਰੱਖਿਆ ਫਿਲਟਰ, ਡਿਵਾਈਨ ਫਿਲਟਰ, ਇਹਦੇ ਨਾਲ ਕੀ ਹੋਏਗਾ? ਜਾਗਰਤੀ, ਸੁਰਤ ਦੇ ਲੋਇਣ ਮਿਲ ਜਾਣਗੇ, ਸੁਰਤ ਦੇ ਲੋਇਣ ਅੰਦਰ ਪ੍ਰਾਪਤ। ਇਹਦੇ ਤੋਂ ਹੁਣ ਮੈਂ ਫਿਲਟਰ ਕਰਾਂਗਾ ਕਿ ਚੰਗੇ ਤੇ ਮੰਦੇ ਖਿਆਲ ਤੇ ਆਉਂਦੇ ਹਨ, ਪਰ ਮੈਂ ਮੰਦੇ ਖਿਆਲ ਅੱਗੇ ਟ੍ਰਾਂਸਮਿਟ ਮਾਈਂਡ ਤੋਂ ਬ੍ਰੇਨ ਤੱਕ ਨਹੀਂ ਕਰਨੇ। ਇਥੋਂ ਫਿਲਟਰ ਕਰਕੇ ਅਵਗੁਣ ਛੋੜ ਗੁਣਾ ਕੋ ਤਾਵੋ, ਵਰਨਾ ਕਰ ਅਵਗੁਣ ਪਛਤਾਹੀ ਜਿਉ ਵਾਲੇ ਜੀਵਨ ਵਿੱਚ ਨਹੀਂ ਮੈਨੂੰ ਫਸਣਾ। ਮੈਨੂੰ ਚੰਗੇ ਗੁਣ ਲੈਣੇ ਨੇ, ਚੰਗੇ ਫੁਰਨੇ ਲੈਣੇ ਨੇ, ਫਿਲਟਰ ਕਰਕੇ। ਇਹ ਮੇਰਾ ਵੀਰ ਪੁਸ਼ਪਿੰਦਰ ਜੀ ਉਹਨੂੰ ਹਾਈਲਾਈਟ ਕਰ ਰਹੇ ਨੇ ਬਲੂ ਲਾਈਟ ਦੇ ਨਾਲ, ਕਿ ਅਸੀਂ ਨੈਗੇਟਿਵਸ ਨੂੰ ਇੱਥੇ ਫਿਲਟਰ ਕਰਨਾ, ਸਟ੍ਰੇਨ ਕਰਨਾ। ਇਹਨੂੰ ਵਿਵੇਕ ਬੁੱਧੀ ਕਹਿੰਦੇ ਨੇ। ਵਿਵੇਕ ਬੁੱਧੀ ਦਾ ਕੰਮ ਸਿਰਫ ਇਹ ਨਹੀਂ ਹੁੰਦਾ ਚੰਗਾ ਕੀ ਹੈ ਤੇ ਮੰਦਾ ਕੀ ਹੈ। ਵਿਵੇਕ ਬੁੱਧੀ ਦਾ ਇਹ ਕੰਮ ਹੁੰਦਾ ਹੈ ਚੰਗਾ ਮੰਦਾ ਦਾ ਸਪੌਂਟੇਨੀਟੀ ਦੇ ਨਾਲ ਇੱਕਦਮ ਨਿਤਾਰਾ ਕਰਕੇ ਅਵਗੁਣ ਛੋੜ ਦੇਣੇ ਔਰ ਗੁਣਾ ਦੀ ਪ੍ਰੈਕਟਿਸ ਕਰਨੀ। ਇਹ ਫਿਲਟਰ ਲਗਾਇਆ। ਹੁਣ ਅੱਗੇ ਮਤ ਬੁੱਧ, ਇਹਨੂੰ ਕਹਿੰਦੇ ਨੇ ਤਿੱਥੇ ਕੜੀ ਹੈ। ਸੁਰਤ, ਮਤ, ਮਨ, ਬੁੱਧ ਸਾਰੇ ਕੜੇ ਜਾਂਦੇ ਨੇ। ਇਹ ਫਿਲਟਰ ਜਿਹੜੀ ਵਿਵੇਕ ਬੁੱਧੀ ਹੈ ਸਾਨੂੰ ਕੱਢ ਦਿੰਦੀ ਹੈ। ਇਹਦੇ ਨਾਲ ਮੇਰੀ ਮਤ ਅਤੇ ਬੁੱਧ ਕੋਲ ਸਿਰਫ ਪੋਜ਼ਿਟਿਵ ਮੈਸੇजेस ਜਾਂਦੇ ਨੇ, ਔਰ ਮੇਰੀ ਮਤ ਬੁੱਧ, ਜਿਹਨੂੰ ਅਸੀਂ ਇੰਗਲਿਸ਼ ਵਿੱਚ ਮਾਈਂਡ ਕਵਾਂਗੇ, ਉਹ ਡਿਵਾਈਨ ਇੰਟੈਲੈਕਟ ਬਣ ਜਾਂਦਾ ਹੈ, ਉਹ ਡਿਵਾਈਨ ਨੌਲੇਜ ਬਣ ਜਾਂਦੀ ਹੈ। ਉਹਨੂੰ ਅਸੀਂ ਬ੍ਰੇਨ ਨੂੰ ਦਿੰਦੇ ਹਾਂ ਤੇ ਬ੍ਰੇਨ ਸਿਰਫ ਸਾਡੇ ਕੋਲੋਂ ਪੋਜ਼ਿਟਿਵਸ ਕਰਾਂਦਾ ਹੈ। ਡਾਇਗਰਾਮ ਨੰਬਰ 1 ਵਿੱਚ ਮੈਂ ਮੁਤਾਜ ਹੋ ਗਏ ਸੀ। ਉਹਦੇ ਚ ਕੀ ਹੋਇਆ ਸੀ? ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ ਹੋ ਗਿਆ ਸੀ। ਮੈਂ ਅੰਦਰੋਂ ਹੋਰ ਬਾਹਰੋਂ ਹੋਰ ਸੀ। ਹੁਣ ਇਹਦੇ ਵਿੱਚ ਕੀ ਹੋਇਆ? ਹੁਣ ਸਿਰਫ ਪੋਜ਼ਿਟਿਵ ਜਾਂਦੇ ਨੇ। ਹੁਣ ਕਹਿੰਦੇ ਨੇ ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਨਿਰਮਲ, ਜਿਉ ਤਾਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਹੀਂ। ਪਹੁੰਚੇ ਨਹੀਂ। ਵਾਹ ਹੁਣ ਸੁਰਤ ਨੈਗੇਟਿਵ ਲੈਂਦੀ ਹੈ, ਪਰ ਸੁਰਤ ਹੁਣ ਫਿਲਟਰ ਕਰਕੇ ਮਨ ਨੂੰ ਅੱਗੇ ਬ੍ਰੇਨ ਤੱਕ ਪਹੁੰਚਾਉਂਦੀ ਹੈ। ਮੇਰੀ ਸੁਰਤ ਨੂੰ ਕਹਿੰਦੇ ਨੇ ਜਿੱਥੇ ਜਾਏ ਬਈਏ ਭਲਾ ਕਹੀਏ, ਸਿੱਖਿਆ ਕਰ, ਪੋਜ਼ਿਟਿਵਸ ਇਕੱਠੇ ਕਰਿਆ ਕਰ। ਜਿੱਥੇ ਜਾਏ ਨੈਗੇਟਿਵ ਇਕੱਠੇ ਨਾ ਕਰਿਆ ਕਰ। ਤੇਰਾ ਐਟੀਟਿਊਡ ਠੀਕ ਹੋ ਜਾਏਗਾ, ਤੇਰੀ ਹਾਰਟ ਬੀਟ ਵਿਜ਼ੀਬਲ ਆਰਗਨ ਦੀ ਠੀਕ ਹੋ ਜਾਏਗੀ, तेरा ब्रेन साफ हो जाएगा। जियो निर्मल, बाहरों निर्मल, बाहरों निर्मल, जियो ता निर्मल, सतगुर ते करनी कमाणी, कूड़ की सोए पहुंचे नहीं, मनशा सच समाणी। अंदरों बाहरों सचार हो गए। फुरने ते आंदे रहणगे नेगेटिव, पर मैं सतगुर दी ऐनक दे लोयण सुरत करे वाले लैके अपना हैंडीकैप ठीक करके, अपना अंधा रूला टुंडा ठीक करके मैं कबीर साहब वांगू कह सकांगा, गाओ गाओ री दुल्हनी मंगल चारा,
मेरे गृह आए राजा राम पतारा, मेरा मन जाग पिया, वननेस विद गॉड, इनसाइड वाला गॉड, वननेस गुण के गुणी समावणिया मेरे वननेस ਉਹਦੇ ਪ੍ਰਾਪਤ ਹੋ ਗਈ। ਉਹਨੂੰ ਗੁਰੂ ਨਾਨਕ ਸਾਹਿਬ ਮੋਹਰ ਲਗਾਉਂਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅੱਛਾ ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਕਬੀਰ ਸਾਹਿਬ ਤੁਸੀਂ ਕਹਿੰਦੇ ਹੋ ਨਾ, ਉਹਨੂੰ ਪਤਾ ਹੈ ਕੀ ਕਹਿੰਦੇ ਨੇ, ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰਾ। हमरे घर आया राजा राम पतारा, वननेस विवेक बुद्धि ਨੂੰ ਵਰਤ ਕੇ ਸੁਰਤ ਮਤ ਬੁੱਧ ਘੜੀ ਗਈ। ਇਹਨਾਂ ਨੂੰ ਸਖੀਓ ਸਹੇਲੜੀਓ ਕਹਿੰਦੇ ਨੇ, ਵਨਨੈਸ ਹੋ ਗਈ। ਵਾਹਿਗੁਰੂ ਵਾਹਿਗੁਰੂ। ਠੀਕ ਹੈ ਜੀ, ਸੋ ਨਾਈਸ। ਸਰਦਾਰ ਭੁਪਿੰਦਰ ਸਿੰਘ ਜੀ, देयर आर नो वर्ड्स टू थैंक यू, ऑलमोस्ट एवरीबॉडी इज इन ऑ। ਸਾਰੇ ਹੀ ਹੈਰਾਨ ਹੋ ਰਹੇ ਆ, ਪਰੇਸ਼ਾਨ ਹੋ ਰਹੇ ਆ ਕਿ ਕਿਆ ਕਮਾਲ ਦੀ ਗੱਲ ਸੀ, ਤੇ ਤੁਸੀਂ ਛੁਪੇ ਰੁਸਤਮ ਨਿਕਲੇ ਹੋ, ਤੇ ਸਮਝ ਨਹੀਂ ਸੀ ਆਉਂਦੀ ਕਿ ਤੁਹਾਨੂੰ ਅਸੀਂ ਪਹਿਲਾਂ ਕਿਉਂ ਨਹੀਂ ਇੱਥੇ ਬੁਲਾ ਸਕੇ। ਮੈਂ ਬੜਾ ਧੰਨਵਾਦ ਕਰਦਾ, ਤੇ ਜੀ ਕਰਦਾ ਕਿ ਤੁਹਾਡੇ ਜਿੰਨੇ ਜ਼ਿਆਦਾ ਦਰਸ਼ਨ ਹੋਣ ਤੇ ਜਿੰਨੇ ਵਾਰੀ ਤੁਹਾਡੇ ਨਾਲ ਮਿਲ ਸਕੀਏ, ਜਿੰਨੇ ਵਾਰੀ ਵੀ ਤੁਹਾਨੂੰ ਬੁਲਾਇਆ ਜਾ ਸਕੇ, ਉਹਨਾਂ ਹੀ ਸੰਗਤ ਦਾ ਬੈਨੀਫਿਟ ਹੋਵੇਗਾ। ਤੇ ਆਈ ਰੀਅਲੀ ਐਪਰੀਸ਼ੀਏਟ ਬਹੁਤ ਸਾਰੇ ਇੱਥੇ ਤੁਹਾਡੇ ਜਿਹੜੇ ਪ੍ਰੋਗਰਾਮ, ਤੁਹਾਡੀ ਜਿਹੜੀ ਸਿੱਖਿਆ ਅੱਜ ਦੀ, ਉਹਦੇ ਨਾਲ ਆਲਮੋਸਟ देयर आर सो मैनी कमेंट्स ਕਿ ਜੇਕਰ ਮੈਂ ਇੱਕ ਇੱਕ ਕਹਿਣ ਲੱਗ ਜਾਵਾਂ ਤਾਂ ਬੜੀ ਦੇਰ ਲੱਗ ਜਾਏਗੀ। ਪਹਿਲਾਂ ਮੈਂ ਸਿਰਫ 2 ਕੁਐਸਚਨ ਹੀ ਪੁੱਛ ਲੈਣਾ ਜਿਹੜੇ ਕਿ ਪੁੱਛੇ ਗਏ ਆ ਐਕਚੁਅਲੀ। ਸਭ ਤੋਂ ਪਹਿਲਾ ਕੁਐਸਚਨ ਪੁੱਛਿਆ ਗਿਆ ਸੀਗਾ ਸਰਦਾਰ ਰਣਧੀਰ ਸਿੰਘ ਜੀ ਛਤਵਾਲ, ਇਹ ਮੇਰੇ ਖਿਆਲ ਵਾਸ਼ਿੰਗਟਨ ਡੀਸੀ ਤੋਂ ਪੁੱਛ ਰਹੇ ਆ, ਵਰਜੀਨੀਆ ਤੋਂ। ਹਾਂਜੀ ਛਤਵਾਲ ਸਾਹਿਬ ਪਲੀਜ਼। ਜੀ ਵਾਹਿਗੁਰੂ ਜੀ ਕਾ ਖਾਲਸਾ, ਤੁਸੀਂ ਆਪ- ਵਾਹਿਗੁਰੂ ਜੀ ਕੀ ਫਤਿਹ ਜੀ। ਰਾਈਟ। ਹਾਂਜੀ, ਮੈਂ ਜ਼ਿਆਦਾ ਵਰਡ ਤੁਹਾਡੇ ਧੰਨਵਾਦ ਨਹੀਂ ਕਹਿ ਸਕਦਾ, ਪਰ ਜੋ ਡਾਕਟਰ ਸਾਹਿਬ ਨੇ ਕਿਹਾ ਮੈਂ ਪੂਰੀ ਤਰ੍ਹਾਂ ਸਹਿਮਤ ਹੈਗਾ। ਮੇਰਾ ਇੱਕ ਛੋਟਾ ਜਿਹਾ ਸਵਾਲ ਸੀਗਾ ਕਿ ਗੁਰਬਾਣੀ ਦੇ ਅੰਦਰ ਨਾਮ ਵਰਡ ਨਾ ਬਹੁਤ ਵਾਰੀ ਰਿਪੀਟ ਹੋਇਆ ਹੈਗਾ, ਅਲੱਗ-ਅਲੱਗ ਕੰਟੈਕਸਟ ਵਿੱਚ ਸਾਨੂੰ ਸਮਝ ਆਉਂਦਾ ਹੈਗਾ। ਆਪ ਜੀ ਦੇ ਰਿਸਰਚ ਮੁਤਾਬਕ ਗੁਰਬਾਣੀ ਦਾ ਹੀ ਉਹਦੇ ਉੱਤੇ ਕੀ ਅਰਥ ਨਿਕਲਦਾ ਹੈ ਕਿ ਨਾਮ ਨੂੰ ਕਿਸ ਅਰਥ ਵਿੱਚ ਅਸੀਂ ਲਈਏ? ਥੈਂਕ ਯੂ ਜੀ। ਅੱਜ ਇਹ ਬੜਾ ਵੱਡਾ ਸਬਜੈਕਟ ਹੈ, ਬਾਣੀ ਦੀ ਕੋਟੇਸ਼ਨਸ ਦੇ ਨਾਲ ਅਸੀਂ ਬਾਣੀ ਚ ਉਹਦੇ ਅਰਥ ਸਮਝਾਂਗੇ। ਅੱਜ ਮੈਂ ਇਤਨੀ ਸਾਂਝ ਕਰ ਸਕਦਾ ਕਿ ਮੇਰੇ ਅੰਦਰ ਰੱਬ ਜੀ ਵਸਦੇ ਨੇ ਤੇ ਗੁਰੂ ਸਾਹਿਬ ਮੈਨੂੰ ਸਮਝਾ ਰਹੇ ਨੇ, ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇ ਹੀ ਮੈਂ ਇਸਕਾ ਵਿਸ਼ਰਾਮ। ਮੈਨੂੰ ਅੰਦਰੋਂ ਜਿਹੜੀ ਡਿਵਾਈਨ ਮਤ ਦਿੰਦੇ ਨੇ, ਵਿਜ਼ਡਮ ਦਿੰਦੇ ਨੇ, ਉਹ ਸਾਰੀ ਸਤਨਾਮ ਹੈ, ਉਹ ਟਰੂਥਫੁਲ ਲਿਵਿੰਗ ਦਾ ਮੈਸੇਜ ਹੈ। ਮੇਰੇ ਵਾਸਤੇ ਉਹ ਸਾਰਾ ਨਾਮ ਹੈ। ਇਤਨੀ ਹੀ ਮੈਂ ਸਾਂਝ ਕਰ ਸਕਦਾ। ਪਿੱਛੇ ਅਸੀਂ ਪੂਰੇ 6 ਮਹੀਨੇ ਨਾਮ ਸਿਮਰਨ ਉੱਤੇ ਪੂਰਾ ਚਾਰਟ ਬਣਾ ਕੇ ਉਹਦੇ ਉੱਤੇ ਸੈਮੀਨਾਰ ਕੀਤਾ ਸੀ। ਉਹ ਸਾਡੇ ਸਾਰੇ YouTube ਤੋਂ ਲਿੰਕ ਮਿਲ ਜਾਣਗੇ। ਅੱਜ ਮੈਂ ਇਤਨੀ ਸਾਂਝ ਕਰ ਸਕਦਾ। ਠੀਕ ਹੈ ਜੀ, ਠੀਕ ਹੈ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਇਟਸ ਅ ਸਬਜੈਕਟ ਇਨ ਇਟਸੈਲਫ। ਤੇ ਛਤਵਾਲ ਸਾਹਿਬ, ਇਟ ਮੇ ਬੀ ਗੁੱਡ ਆਈਡੀਆ ਫॉर ਯੂ ਐਂਡ ਆਲ ਅਦਰਸ to use that YouTube or read that, listen to that YouTube, but at the same time ਜੇਕਰ ਪਰਮਾਤਮਾ ਨੇ ਟਾਈਮ ਦਿੱਤਾ ਤੇ ਆਪਣੇ ਤੁਹਾਨੂੰ ਫਿਰ ਵੀ ਇੱਕ ਵਾਰੀ ਇੱਥੇ ਰਿਕੁਐਸਟ ਕਰ ਲਾਂਗੇ ਤੇ ਉਹਦੇ ਟੌਪਿਕ ਬਾਰੇ ਤੁਸੀਂ ਵੀਰ ਜੀ ਡਿਸਕਸ ਕਰ ਲੈਣਾ ਤੇ ਅੱਛਾ ਹੋਏਗਾ। ਤੇ ਦੂਸਰਾ ਕੁਐਸਚਨ ਹੈਗਾ ਡਾਕਟਰ ਕਾਲਾ ਸਿੰਘ ਜੀ ਤੋਂ। ਡਾਕਟਰ ਕਾਲਾ ਸਿੰਘ ਜੀ, ਤੁਸੀਂ ਹੈਗੇ ਹੋ? ਹਾਂਜੀ ਹਾਂਜੀ ਹੈਗੇ ਆ ਜੀ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਜੀ, ਐਜ਼ ਯੂਜੂਅਲ ਯੂ ਆਰ ਗ੍ਰੇਟ। ਐਂਡ ਮੈਂ ਤੇ ਦੱਸਦਾ ਜੀ, ਭਾਈ ਭੁਪਿੰਦਰ ਸਿੰਘ ਇੰਨੇ ਗ੍ਰੇਟ ਨੇ ਕਿ ਮੈਂ ਇਹਨਾਂ ਨੇ ਮੈਨੂੰ ਟੈਲੀਫੋਨ ਕਰਕੇ ਵੈਨਕੂਵਰ ਮੇਰੇ ਨਾਲ ਡਿਸਕਸ਼ਨ ਕੀਤੀ ਔਰ ਮੇਰੇ ਸਵਾਲਾਂ ਦੇ ਜਵਾਬ ਦਿੱਤੇ। ਤੇ ਅੱਜ ਮੇਰਾ ਇੱਕ ਸਵਾਲ ਹੈਗਾ ਭੁਪਿੰਦਰ ਸਿੰਘ ਜੀ, ਕਿ ਮੈਨੂੰ ਕਿਸੇ ਨੇ ਪੁੱਛਿਆ ਸੀਗਾ ਕਿ ਮੈਂ ਕੋਸ਼ਿਸ਼ ਕਰ ਰਿਹਾ ਵਾਂ ਕੈਨੇਡਾ ਆਉਣ ਦੀ। ਮੈਂ ਬੜੀ ਕੋਸ਼ਿਸ਼ਾਂ ਕੀਤੀਆਂ, ਬੜੇ ਢੰਗ ਅਪਣਾਏ ਨੇ, ਹਰ ਮਤਲਬ ਕਿ, ਪਰ ਮੈਂ ਮੇਰਾ ਇਹ ਕੰਮ ਸਵਰ ਨਹੀਂ ਰਿਹਾ। ਵੇਅਰ ਡੂ ਆਈ ਸਟਾਰਟ ਥਿੰਕਿੰਗ ਦੈਟ ਦਿਸ ਇਜ਼ ਗੋਡਸ ਵਿਲ ਐਂਡ ਵੇਅਰ ਸ਼ੁਡ ਆਈ ਸਟਾਪ ਟਰਾਈਂਗ? ਤੇ ਇਹਦਾ ਅਗਰ ਤੁਸੀਂ ਜਵਾਬ ਥੋੜਾ ਜਿਹਾ ਸਮਝਾ ਸਕੋ ਤਾਂ। ਐਸ ਪਰ ਗੁਰਬਾਣੀ ਇੰਨਾ ਹੀ ਸਮਝ ਆਇਆ ਕਿ ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ। ਸਤਿਗੁਰ ਦੀ ਆਵਾਜ਼ ਗੋਡਸ ਵਿਲ ਹੁੰਦੀ ਹੈ, ਔਰ ਗੋਡਸ ਵਿਲ ਡਿਸਟਰਕਟਿਵ ਨਹੀਂ ਹੁੰਦੀ, ਕੰਸਟਰਕਟਿਵ ਹੁੰਦੀ ਹੈ। ਜੋ ਮੈਨੂੰ ਕ੍ਰੀਏਟਿਵ ਉਸਾਰੂ ਐਲੀਵੇਸ਼ਨ ਦਾ, ਮੇਰਾ ਐਕਮੀ ਆਫ ਸਪਿਰਿਚੁਅਲ ਲੈਵਲ ਅਚੀਵ ਕਰਨ ਦਾ ਜਿਹੜਾ ਵੀ ਮੈਸੇਜ ਹੁੰਦਾ ਹੈ, ਉਹ ਗੋਡਸ ਵਾਈਸ ਹੁੰਦੀ ਹੈ, ਉਹੀ ਗੋਡਸ ਵਿਲ ਹੁੰਦੀ ਹੈ, ਉਹੀ ਸਤਿਗੁਰ ਦੀ ਮੱਤ ਹੁੰਦੀ ਹੈ। ਜਿਹਦੇ ਵਿੱਚ ਨੈਗੇਟਿਵ ਹੋਵੇ ਉਹਨੂੰ ਡੀਮਨ ਥਾਟ ਕਹਿੰਦੇ ਨੇ, ਉਹਨੂੰ ਮੇਰੇ ਮਨ ਦੀ ਚਤਰਾਈ ਔਰ ਈਵਲਸ ਕਹਿੰਦੇ। ਠੀਕ ਹੈ ਜੀ, ਠੀਕ ਹੈ। ਤੇ ਬਿਫੋਰ ਮੈਂ ਗਿਆਨੀ ਜੀ ਨੂੰ ਤੇ ਡਾਕਟਰ ਓਂਕਾਰ ਸਿੰਘ ਜੀ ਜਾਂ ਆਪਣੇ ਡਾਕਟਰ ਕੁਲਬੀਰ ਸਿੰਘ ਜੀ ਨੂੰ ਕਹਾਂ, ਇਸ ਸਾਈਡ ਤੋਂ ਬੋਲ ਰਹੇ ਹੈ, ਕੁਐਸਚਨ ਪੁੱਛ ਰਹੇ ਹੈ ਸਰਦਾਰ ਗੁਲਬਰਗ ਸਿੰਘ ਜੀ ਬਸੀ। ਤੇ ਜਦੋਂ ਗੁਲਬਰਗ ਸਿੰਘ ਜੀ ਬਸੀ ਤੁਸੀਂ ਇਹ ਗੱਲ ਕੁਐਸਚਨ ਪੁੱਛੋਗੇ, that will be the appropriate time
ਪਰ 5-7 ਮਿੰਟ ਵਾਸਤੇ ਜੇਕਰ ਤੁਸੀਂ ਜਿਹੜਾ ਮੈਨੂੰ ਦਿਲੋਂ ਅੱਜ ਕੱਲ੍ਹ ਇੱਕ ਕੁਐਸਚਨ ਬਾਦਰ ਕਰ ਰਿਹਾ ਹੈ, ਉਹ ਆਲਦੋ ਇਟ ਇਜ਼ ਅਨਰਿਲੇਟਡ ਟੂ ਵਾਟ ਹੈਜ਼ ਬੀਨ ਸਪੋਕਨ ਟੁਡੇ, ਤੁਸੀਂ ਉਹਦੇ ਬਾਰੇ ਵੀ ਗੱਲ ਕਰ ਲੈਣਾ। ਸਰਦਾਰ ਗੁਲਬਰਗ ਸਿੰਘ ਜੀ ਪਹਿਲਾਂ ਕੁਐਸਚਨ ਪੁੱਛ ਲਓ ਤੇ ਫਿਰ ਉਹਦੇ ਬਾਰੇ ਗੱਲ ਕਰ ਲੈਣਾ। ਹਾਂਜੀ ਸਰਦਾਰ ਗੁਲਬਰਗ ਸਿੰਘ ਜੀ ਫਲੋਰੀਡਾ ਤੋਂ। ਹਾਂਜੀ ਵੀਰ ਜੀ, ਆਪ ਜੀ ਦਾ ਜੋ ਕੁਝ ਮੈਂ ਸੁਣਿਆ ਉੱਥੋਂ ਮੈਨੂੰ ਇਹ ਸਾਫ਼ ਜ਼ਾਹਰ ਹੋ ਰਿਹਾ ਕਿ ਜਿਹੜੀ ਰੀਇਨਕਾਰਨੇਸ਼ਨ ਹੈ ਉਹਦੇ ਬਾਰੇ ਆਪ ਜੀ ਦੇ ਵਿਚਾਰ ਟੋਟਲੀ ਵੱਖਰੇ ਆ, ਤੇ ਜਿਹੜੀ ਆਮ ਤੌਰ ਤੇ ਸਾਨੂੰ ਗੁਰਦੁਆਰਾ ਸਾਹਿਬਾਨ ਭਾਈ ਸਾਹਿਬ ਕੋਲੋਂ ਸੁਣਨ ਨੂੰ ਮਿਲਦੀ ਹੈ ਕਿ ਜੀ ਇਹ ਜਨਮ ਤੁਸੀਂ ਕਰੋਗੇ ਤੇ ਤੁਹਾਨੂੰ ਅਗਲੇ ਜਨਮ ਚ ਆਪ ਮਿਲੂਗਾ ਜਾਂ ਸਵਰਗਾਂ ਚ ਜਾ ਕੇ ਆਊਗਾ। ਇੱਕ ਤੇ ਆਪ ਜੀ ਨੂੰ ਆ ਸਵਾਲ ਹੈ ਕਿ ਆਪ ਜੀ ਨੂੰ ਮੈਨੂੰ ਲੱਗਿਆ ਕਿ ਆਪ ਜੀ ਉਹਦੇ ਚ ਨਹੀਂ ਵਿਸ਼ਵਾਸ ਕਰਦੇ, ਲੇਕਿਨ ਮੈਂ ਕਲੀਅਰਲੀ ਸੁਣਨਾ ਚਾਹੁੰਦਾ। ਅੱਛਾ ਜੀ, ਪਹਿਲਾਂ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਕੋਈ ਫਾਈਨਲ ਅਥਾਰਟੀ ਨਹੀਂ ਆ। ਮੈਨੂੰ ਜੋ ਬਾਣੀ ਚੋਂ ਮੇਰੀ ਜੀਵਨ ਜਾਂਚ ਵਾਸਤੇ ਸਮਝ ਆਇਆ, ਤੇ ਇਸ ਕਰਕੇ ਸਾਡੀਆਂ ਜਿਹੜੀਆਂ ਪੁਸਤਕਾਂ ਨੇ, ਜੀਵਨ ਜਾਂਚ ਦਾ ਖਜ਼ਾਨਾ ਵੋਲਿਊਮ 1 ਦੇ ਪ੍ਰੀਫੇਸ ਤੇ ਮੈਂ ਗੱਲ ਸਾਂਝ ਕੀਤੀ ਹੋਈ ਹੈ। ਪਰ ਆਵਾਗਮਨ ਰੀਇਨਕਾਰਨੇਸ਼ਨ ਬਾਰੇ ਸਾਡੀ ਪੁਸਤਕ ਹੈ ਜਿਹੜੀ ਕੈਨੇਡਾ ਤੋਂ ਮੈਗਜ਼ੀਨ ਨਿਕਲਦੀ ਸੀ। ਉਸ ਮੈਗਜ਼ੀਨ ਦੇ ਐਡੀਟਰ ਸਾਹਿਬ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਆਵਾਗਮਨ ਤੇ ਪੁਸਤਕ ਲਿਖੋ। ਉਹਦਾ ਨਾਂ ਰੱਖਿਆ ਸੀ ਜੀਵਨ ਮੁਕਤ। ਔਰ ਜੀਵਨ ਮੁਕਤ ਆਵਾਗਮਨ ਗੁਰਮਤ ਅਨੁਸਾਰ ਅਸੀਂ ਉਹਦੇ ਵਿੱਚ ਸਾਰੇ ਕੁਐਸਚਨ ਸਾਂਝ ਕੀਤੇ ਹੋਏ ਨੇ। ਅੱਜ ਤੁਹਾਡੇ ਨਾਲ ਮੈਂ ਸਿਰਫ ਇਤਨੀ ਸਾਂਝ ਕਰਾਂਗਾ ਕਿ ਜੀਵਨ ਜਾਂਚ ਦਾ ਖਜ਼ਾਨਾ ਵੋਲਿਊਮ 1 ਦੇ ਪ੍ਰੀਫੇਸ ਤੇ ਮੈਂ ਸਾਂਝ ਕੀਤੀ ਹੈ ਕਿ ਜਦੋਂ ਮੈਂ 10-11 ਸਾਲ ਦਾ ਸੀ, ਮੇਰੇ ਨਾਨੀ ਜੀ ਨੇ ਮੈਨੂੰ ਪੁੱਛਿਆ, ਤੂੰ ਪਾਠ ਕਰਦਾ ਹੈ, ਤੋਤਾ ਰਟਨੀ ਵਾਂਗੂ ਤੈਨੂੰ ਯਾਦ ਹੋ ਗਿਆ, ਤੈਨੂੰ ਮੈਂ ਸ਼ੁੱਧ ਉਚਾਰਨ ਕਰਾਇਆ, ਤੈਨੂੰ ਹੋ ਗਿਆ, ਪਰ ਤੂੰ ਥੋੜੇ ਥੋੜੇ ਅਰਥਾਂ ਦੀ ਵੀ ਸਾਂਝ ਕਰਿਆ ਕਰ। ਪਰ ਮੈਨੂੰ ਬੰਟੇ ਗੁੱਲੀ ਡੰਡਾ ਖੇਡਣ ਦਾ ਸ਼ੌਂਕ ਸੀ, ਮੈਂ ਬੜਾ ਬੋਰਿੰਗ ਸੀ, ਬਟ ਸ਼ੀ ਸੈਡ ਕਿ ਨਹੀਂ, ਤੈਨੂੰ ਅੱਜ ਮੈਂ ਅਰਥਾਂ ਵੱਲ ਲਿਜਾਣਾ। ਮੈਂ ਕਿਹਾ ਅੱਛਾ ਮਾਤਾ ਜੀ ਦੱਸੋ। ਮੈਨੂੰ ਉਹਨਾਂ ਨੇ ਪੁੱਛਿਆ, ਗੁਰਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇਹੀ ਪਾਈਏ ਦੇ ਕੀ ਅਰਥ ਕਰੇਗਾ। I was hardly 10, 11, 12 years old। ਤਾਂ ਮੈਂ ਮਾਤਾ ਜੀ ਨੂੰ ਕਿਹਾ, ਮਾਤਾ ਜੀ ਗੁਰੂ ਦੀ ਸੇਵਾ ਕੀਤੀ, ਭਗਤੀ ਕੀਤੀ ਤਾਂ ਮਨੁੱਖਾ ਦੇਹੀ ਮਿਲੀ। She said, ਕਾਕਾ ਤੂੰ ਕਦੇ ਗੁਰੂ ਦੀ ਸੇਵਾ ਕਰਦਿਆਂ ਕਬੂਤਰ, ਕੁੱਤੇ, ਬਿੱਲੀ, ਗਾਵਾਂ ਨੂੰ ਦੇਖਿਆ? ਮੈਂ ਥੋੜਾ ਐਮਬੈਰਸ ਹੋ ਗਿਆ। ਮੇਰੇ ਨਾਨੀ ਜੀ ਮੈਨੂੰ ਕਹਿੰਦੇ ਸੀ, ਮੈਂ ਜ਼ਿੰਦਗੀ 'ਚ ਕਦੇ ਪੜ੍ਹੀ ਨਹੀਂ ਆ, ਪਰ ਜਦੋਂ ਗੱਲਾਂ ਕਰਦੇ ਸਨ ਗੁਰਬਾਣੀ ਦੀਆਂ, ਗੁਰਬਾਣੀ ਦੀ ਜਦੋਂ ਕਹਿੰਦੇ ਸੀ ਹਮ ਸੰਤਨ ਕੀ ਰੇਨ ਪਿਆਰੇ ਕਿ ਰੈਨ ਪਿਆਰੇ, ਮੈਂ ਰੈਨ ਪਿਆਰੇ ਬੋਲਿਆ, ਉਹਨੇ ਕਿਹਾ ਨਹੀਂ, ਰੈਨ ਪਿਆਰੇ ਦਾ ਮਤਲਬ ਹੋਰ ਹੋ ਜਾਂਦਾ, ਹਮ ਸੰਤਨ ਕੀ ਰੇਨ ਪਿਆਰੇ। ਇਸ ਤਰ੍ਹਾਂ ਮੈਨੂੰ ਗ੍ਰਾਮਰ ਵੀ ਨਾਲ ਕਰਾਉਂਦੇ ਸਨ। ਵੈਸੇ ਉਹ ਆਪਣੇ ਆਪ ਨੂੰ ਅਨਪੜ੍ਹ ਹੀ ਕਹਿੰਦੇ ਸਨ, ਕਹਿੰਦੇ ਮੈਂ ਕਦੀ ਸਕੂਲ ਨਹੀਂ ਗਈ। ਖੈਰ ਗੁਰਬਾਣੀ ਦੀ ਉਹਨਾਂ ਦੀ ਜਿਹੜੀ ਨੌਲੇਜ ਸੀ, ਇਹ ਗੱਲ ਵੱਖਰੀ ਹੈ। ਪਰ ਉਹਨਾਂ ਨੇ ਮੈਨੂੰ ਕਿਹਾ, ਕਾਕਾ ਇਹਨੂੰ ਨਹੀਂ ਕਹਿੰਦੇ ਨੇ, ਇਹਨੂੰ ਮਨੁੱਖਾ ਜੂਨ ਨਹੀਂ ਕਹਿੰਦੇ ਨੇ। ਮੈਂ ਕਿਹਾ ਮਾਤਾ ਜੀ ਫਿਰ ਇਸ ਸ਼ਬਦ ਦੇ ਕੀ ਅਰਥ ਬਣਦੇ ਨੇ? ਮੈਨੂੰ ਕਹਿੰਦੇ ਨੇ, ਜੇ ਭੁਪਿੰਦਰ ਸਿੰਘ ਤੂੰ ਆਪਣੀ ਇਸ ਜ਼ਿੰਦਗੀ ਵਿੱਚ ਗੁਰੂ ਦੀ ਸੇਵਾ, ਭਗਤੀ ਭਾਵ ਗੁਰੂ ਦੀ ਮੱਤ ਨੂੰ ਕਮਾਇਆ ਨਾ, ਗੁਰ ਸੇਵਾ ਤੇ ਭਗਤ ਕਮਾਈ, then and only then you are counted ਮਾਨੁਖ ਤਾਬੇ ਮਾਨਸ ਦੇਹੀ ਪਾਈ, ਵਰਨਾ ਕਰਤੂਤ ਪਸ਼ੂ ਕੀ ਮਾਨਸ ਜਾਤ। ਤੇ ਜਦੋਂ ਮੇਰਾ ਵਿਵੇਕ ਦੀਪ ਮਲੀਨ ਹੋ ਜਾਏਗਾ ਤਾਂ ਮੈਨੂੰ ਕਹਿੰਦੇ ਨੇ, ਮਾਧੋ ਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ। ਉਹਦੇ ਚ ਕੀ ਕਹਿੰਦੇ ਨੇ, ਮ੍ਰਿਗ, ਮੀਨ, ਪ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼, 5 ਰੋਗ ਸਾਧ ਜਾਮੇ ਤਾਕੀ ਕੇ ਤਕਾ। ਮਾਈ ਗॉड, ਮੇਰਾ ਵਿਵੇਕ ਦੀਪ ਮਲੀਨ ਕਿਉਂ ਹੋਇਆ? ਮੈਂ ਹੁਣੇ ਹੀ ਜਿਸਕੇ ਅੰਦਰ ਰਾਜ ਮਾਸ ਔਰ ਨਰਕਪਾਤੀ ਹੋਵਤ ਸੋਨ, ਮੈਂ ਹੁਣੇ ਹੀ ਕੁੱਤਾ ਬਣ ਗਿਆ। ਇਹ ਆਵਾਗਮਨ ਗੁਰਮਤ ਦਾ ਨਾ ਸਾਨੂੰ ਐਟ ਪ੍ਰੈਜ਼ੈਂਟ ਆਵਾਗਮਨ ਹੁੰਦਾ ਹੈ, ਫੁਨ ਫੁਨ। ਇਹ ਪਲ ਪਲ ਜਿਹੜਾ ਮੇਰਾ ਹੁੰਦਾ ਹੈ, ਇਹਦੇ ਬਾਰੇ ਗੁਰਬਾਣੀ ਸਾਨੂੰ ਅਲਰਟ ਕਰਾਉਂਦੀ ਹੈ, ਜਗਾਉਂਦੀ ਹੈ। ਠੀਕ ਹੈ ਜੀ, ਬਹੁਤ ਵੱਡਾ ਸਬਜੈਕਟ ਹੈ। ਮੈਂ ਇਸ ਵੇਲੇ ਹਾਂਜੀ ਇਹ ਆਪਾਂ ਫਿਰ ਡਿਸਕਸ ਕਰਨ ਵਾਲਾ ਹੈ। ਤੇ ਬਸੀ ਸਾਹਿਬ ਤੁਸੀਂ ਫਿਰ ਉਹ ਦੂਸਰੀ ਗੱਲ ਵੀ ਕਰ ਲਓ, ਲਾ ਕੇ ਮੈਂ ਹੁਣੇ ਕਰ ਲੈਣਾ। ਆਪ ਜੀ ਸਾਰਿਆਂ ਨੂੰ ਪਹਿਲਾਂ ਦੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਵੀਰ ਜੀ, ਪਿਛਲੀ ਵਾਰ ਜਦੋਂ ਆਪਾਂ ਇਸ ਤੇ ਇੱਦਾਂ ਵਿਚਾਰ ਸੁਣ ਰਹੇ ਸੀ ਤੇ ਇੱਕ ਵਿੱਚ ਨਾਲ ਰੈਫਰੈਂਸ ਆਇਆ ਸੀ ਕਿ ਬਈ ਪਿਛਲੇ ਹਫ਼ਤਿਆਂ ਦੇ ਵਿੱਚ ਪੰਜਾਬ ਦੇ ਵਿੱਚ ਕ੍ਰਿਸਚੀਅਨਿਟੀ ਦੀ ਮੂਵਮੈਂਟ ਕਾਫੀ ਤੇਜ਼ ਹੈ, ਤੇ ਖਾਸ ਕਰਕੇ ਜਿਹੜੇ ਇਕਨੋਮਿਕਲੀ ਵੀਕਰ ਸੈਕਸ਼ਨ ਹੈ,
ਤੇ ਸੋਸ਼ਲੀ ਵੀ ਵੀਕਰ ਸੈਕਸ਼ਨ ਅਸੀਂ ਉਹਨਾਂ ਨੂੰ ਕਹਿ ਦਿੰਦੇ ਆ ਕਿ ਸਿੱਖ ਬਣਨ ਤੋਂ ਪਹਿਲਾਂ ਉਹਨਾਂ ਦੀ ਜਿਹੜੇ ਹਿੰਦੂ ਧਰਮ ਵਿੱਚ ਜਿਸ ਵਰਗ ਤੋਂ ਆਉਂਦੇ ਸੀ ਉਹਨੂੰ ਛੋਟਾ ਵਰਗ ਗਿਆ। ਸਿੱਖੀ ਦੇ ਵਿੱਚ ਆਉਣ ਦੇ ਬਾਅਦ ਤੇ ਸਾਰੇ ਬਰਾਬਰ ਹੈ ਤੇ ਉਹਨਾਂ ਦਾ ਕਨਵਰਜਨ ਬੜੀ ਜ਼ੋਰਾਂ ਸ਼ੋਰਾਂ ਤੇ ਹੋ ਰਿਹਾ। ਤੇ ਮੈਂ ਪੰਜਾਬ ਦੇ ਵਿੱਚ 2-4 ਭਰਾਵਾਂ ਨੂੰ ਕਾਲ ਕਰਕੇ ਪਤਾ ਕੀਤਾ ਕਿ ਬਈ ਹੁਣ ਕੋਈ ਨਵੀਂ ਗੱਲ ਹੋਈ ਆ ਕਿ ਕੀ ਆ। ਤੇ ਮੈਨੂੰ ਇਹ ਪਤਾ ਲੱਗਿਆ ਕਿ ਬਈ ਇਹ ਨਵੀਂ ਗੱਲ ਨਹੀਂ, ਕਿ ਵਾਲੇ ਆਪਣਾ ਪ੍ਰਚਾਰ ਤੇ ਕਈ ਦੇਰ ਤੋਂ ਕਰੀ ਜਾਂਦੇ ਆ, ਲੇਕਿਨ ਬਾਰਡਰ ਡਿਸਟ੍ਰਿਕਟ ਦੇ ਵਿੱਚ ਅੱਜ ਕੱਲ ਕਿਉਂਕਿ ਉਹਨਾਂ ਦੇ ਥੋੜੇ ਜਿਹੇ ਪੈਰ ਜੰਮ ਗਏ, ਇਸ ਨਾਲ ਥੋੜੀ ਜਿਹੀ ਸਪੀਡ ਵੱਧ ਗਈ ਆ। ਤੇ ਇਹ ਜਾਣ ਕੇ ਫਿਰ ਮੈਂ ਉਹ ਪਿਛਲੇ ਹਫਤੇ ਦੀ ਗੱਲ ਮੇਰੇ ਮਨ ਚ ਆਈ ਕਿ ਉਸ ਵੇਲੇ ਵੀ ਗੱਲ ਹੋਈ ਸੀ ਕਿ ਵੀ ਇਹਦਾ ਕੰਸਰਨ ਜ਼ਾਹਰ ਕੀਤਾ ਸੀ ਸੱਜਣਾ ਨੇ। ਮੇਰੇ ਮਨ ਚ ਆਈ ਕਿ ਪਹਿਲਾਂ ਤਾਂ ਸਵਾਲ ਇਹ ਪੁੱਛਣੇ ਵਾਲਾ ਕਿ ਜੇ ਕ੍ਰਿਸਚੀਅਨ ਲੋਕਾਂ ਨੂੰ ਕਨਵਰਟ ਕਰੇ ਸਾਨੂੰ ਕੀ ਫਰਕ ਪੈਂਦਾ। ਆਪਾਂ ਨੂੰ ਲੱਭਣਾ ਪੈਣਾ ਪਏ ਸਾਨੂੰ ਫਰਕ ਪੈਂਦਾ ਕਿ ਨਹੀਂ, ਤੇ ਜੇ ਪੈਂਦਾ ਤੇ ਕਿਉਂ ਪੈਂਦਾ, ਔਰ ਜੇ ਕਿਉਂ ਪੈਂਦੇ ਦਾ ਸਾਨੂੰ ਆਸ ਲਫ਼ਜ਼ ਦਾ ਇਹਦਾ ਅਰਥ ਜਾਂ ਇਹਦਾ ਮਕਸਦ ਲੱਭ ਜੂ, ਮੈਂ ਨਾ ਲੱਭ ਜੂ, ਤਾਂ ਫਿਰ ਅਸੀਂ ਇਹ ਸੋਚਣ ਲੱਗਾਂਗੇ ਕਿ ਜੇ ਮੈਨੂੰ ਫਰਕ ਪੈਂਦਾ ਤਾਂ ਬੜਾ ਮੈਂ ਕੋਨੂੰ ਡੂ ਅਬਾਊਟ ਇਟ। ਬੈਠਣ ਦੀ ਤਾਂ ਗੱਲ ਕੋਈ ਨਹੀਂ। ਅੱਛਾ, ਮੈਂ ਇਸ ਵਿਚਾਰ ਦੇ ਨਾਲ ਵੀ ਸਾਨੂੰ ਕੁਛ ਨਾ ਕੁਛ ਮੈਨੂੰ ਫਰਕ ਪੈਂਦਾ, ਆਮ ਸੌਰੀ ਮੈਨੂੰ ਪਤਾ ਨਹੀਂ ਬਾਕੀ ਭਰਾਵਾਂ ਦਾ, ਲੇਕਿਨ ਮੈਨੂੰ ਫਰਕ ਪੈਂਦਾ। ਮੈਂ ਇਸ ਵਿਚਾਰ ਦੇ ਨਾਲ ਦੋ ਕੁ ਗੱਲਾਂ ਸਰਦਾਰ ਜਸਵੰਤ ਸਿੰਘ ਜੀ ਨਾਲ ਸਾਂਝੀਆਂ ਕੀਤੀਆਂ ਤੇ ਉਹਨਾਂ ਨੇ ਕਿਹਾ ਭਈ ਬਾਕੀ ਸੱਜਣਾ ਦੇ ਨਾਲ ਵੀ ਸਾਂਝੀਆਂ ਕਰੋ। ਜੇ ਅਸੀਂ ਉਸ ਵਰਗ ਨੂੰ ਜਿਹੜਾ ਸਿੱਖੀ ਤੋਂ ਹੌਲੀ ਹੌਲੀ ਦੂਰ ਜਾ ਰਿਹਾ, ਜਿਹਨੂੰ ਸਿੱਖੀ ਬਾਰੇ ਗਿਆਨ ਨਹੀਂ, ਇਸ ਗਰੁੱਪ ਦੇ ਵਿੱਚ ਤਾਂ ਸਾਰਿਆਂ ਨੂੰ ਸਿੱਖੀ ਬਾਰੇ ਬਹੁਤ ਗਿਆਨ ਹੈ। ਮੈਂ ਉਹਨਾਂ ਭਰਾਵਾਂ ਭੈਣਾਂ ਬੱਚਿਆਂ ਦੀ ਗੱਲ ਕਰਦਾ, ਬੀਬੀਆਂ ਦੀ, ਜਿਨ੍ਹਾਂ ਨੂੰ ਸਿੱਖੀ ਬਾਰੇ ਬਹੁਤ ਘੱਟ ਗਿਆਨ ਹੈ ਤੇ ਉਹਨਾਂ ਨੂੰ ਲੋਕੀ ਵਰਗਲਾ ਕੇ ਜਾਂ ਬਾਬੇ ਆਪਣੇ ਮਗਰ ਲਾਈ ਫਿਰਦੇ ਆ ਤੇ ਜਾਂ ਕ੍ਰਿਸਚੀਅਨ ਆਪਣੇ ਮਗਰ ਲਾਈ ਫਿਰਦੇ। ਅਸੀਂ ਉਹਨਾਂ ਨੂੰ ਕਿੱਦਾਂ ਕਿਹੜੇ ਤਰੀਕੇ ਨਾਲ ਅਪਰੋਚ ਕਰ ਸਕਦੇ ਹਾਂ ਤੇ ਗੁਰਬਾਣੀ ਦੇ ਨਾਲ ਦੁਬਾਰਾ ਲਿਆ ਸਕਦੇ ਹਾਂ। ਤੇ ਉਸ ਵੇਲੇ ਇਸ ਵੇਲੇ ਸਾਡੇ ਕੋਲ ਇੱਕ ਸੰਸਥਾ ਹੈਗੀ ਹੈ, ਗਲੋਬਲ ਸਿੱਖ ਇਕਨੋਮਿਕ ਫੋਰਮ। ਉਹ 2020 ਵਿੱਚ US 'ਚ ਰਜਿਸਟਰ ਹੋਈ ਸੀ, 2021 ਵਿੱਚ ਉਹਨਾਂ ਦੀ ਬ੍ਰਾਂਚ ਪੰਜਾਬ ਦੇ ਵਿੱਚ ਰਜਿਸਟਰ ਹੋ ਗਈ ਹੈ। ਤੇ ਉਹਨਾਂ ਦਾ ਮਕਸਦ ਹੈ ਮਕਸਦ ਹੈਗਾ ਹੈਲਪਿੰਗ ਸਿੱਖ ਯੂਥ ਅਚੀਵ ਦੇਅਰ ਫੁੱਲੈਸਟ ਪੋਟੈਂਸ਼ੀਅਲ, ਲੇਕਿਨ ਉਹਦਾ ਮਕਸਦ ਹੈ ਇਸ ਵੇਲੇ ਛੋਟਾ ਪਹਿਲਾ ਪ੍ਰੋਜੈਕਟ ਹੈ ਹੈਲਪਿੰਗ ਨੀਡੀ daughters of widow mothers achieve their fullest potential। ਪੰਜਾਬ ਦੇ ਵਿੱਚ ਸ਼ੁਰੂ ਹੋ ਰਿਹਾ। ਸਾਡੇ ਨਾਲ ਲੱਗੇ ਹੋਏ ਆ ਇਸ ਪ੍ਰੋਜੈਕਟ ਦੇ ਵਿੱਚ ਹਾਈ ਸਕੂਲਾਂ ਦੇ ਪ੍ਰਿੰਸੀਪਲ, ਕਿਉਂਕਿ ਨੈਟਵਰਕ ਆਲਰੇਡੀ ਹੈਗਾ। ਜੇ ਸਾਨੂੰ ਫਰਕ ਪੈਂਦਾ, ਜੇ ਅਸੀਂ ਇਹ ਸਮਝਦੇ ਹਾਂ ਕਿ ਬਈ ਉਹ ਲੋਕੀ ਜਿਹੜੇ ਸਿੱਖੀ ਤੋਂ ਦੂਰ ਜਾ ਰਹੇ, ਅਸੀਂ ਉਹਨਾਂ ਨੂੰ ਸਿੱਖੀ ਦਾ ਅਸਲੀ ਮੈਸੇਜ ਦੇ ਕੇ ਤਾਂ ਵਾਪਸ ਇੱਥੇ ਲੈ ਆਈਏ ਤਾਂ ਕਿ ਉਹਨਾਂ ਦਾ ਜੀਵਨ ਸੁਧਰੇ, ਤਾਂ ਫਿਰ ਸਾਨੂੰ ਉਹ ਇੱਕ ਨੈਟਵਰਕ ਹੈਗਾ ਜਿਹਨੂੰ ਅਸੀਂ ਯੂਜ਼ ਕਰ ਸਕਦੇ ਹਾਂ। ਤੇ ਉਹਨੂੰ ਯੂਜ਼ ਕਰਨੇ ਲਈ ਆਪਾਂ ਨੂੰ ਥੋੜਾ ਬਹੁਤਾ ਪਲਾਨ ਕਰਨਾ ਪੈਣਾ। ਤੇ ਉਹਦੇ ਲਈ ਮੈਂ ਸਾਰਿਆਂ ਅੱਗੇ ਬੇਨਤੀ ਕਰਦਾ ਵੀ ਜਿਹਦੇ ਵੀ ਮਨ ਵਿੱਚ ਇਹ ਆਉਂਦਾ ਕਿ ਸਾਨੂੰ ਕੁਛ ਕਰਨਾ ਚਾਹੀਦਾ, ਉਹ ਮੇਰੇ ਵੀਰ ਜਸਵੰਤ ਸਿੰਘ ਜੀ ਰਾਹੀਂ ਮੇਰੇ ਨਾਲ ਕੰਟੈਕਟ ਕਰ ਲੈਣ ਜਾਂ ਡਾਇਰੈਕਟਲੀ ਮੇਰੇ ਨਾਲ ਕੰਟੈਕਟ ਕਰ ਲੈਣ, ਐਂਡ ਵੀ ਕੈਨ ਪਲਾਨ ਕਿ ਹਾਊ ਡੂ ਵੀ ਡੂ ਇਟ, ਵਾਟ ਡੂ ਵੀ ਡੂ ਐਂਡ ਹਾਊ ਕੈਨ ਵੀ ਰਿਵਰਸ ਦਿਸ ਟ੍ਰੈਂਡ। ਆਪਕੀ ਦਾ ਬਹੁਤ ਬਹੁਤ ਬਸੀ ਸਾਹਿਬ, ਤੁਸੀਂ ਬੜੀ ਅੱਛੀ ਗੱਲ ਕੀਤੀ ਹੈ। ਮੇਰਾ ਪਰਪਸ ਇਹੋ ਸੀਗਾ ਕਿ ਤੁਸੀਂ ਥੋੜਾ ਜਿਹਾ ਇਹਦੇ ਬਾਰੇ ਦੱਸ ਲਓ, ਐਕਚੁਅਲੀ ਟੂ ਲੈਟ ਦੀ ਸੰਗਤ ਨੋ ਦੈਟ ਬਸੀ ਸਾਹਿਬ ਵਿਲ ਬੀ ਆਵਰ ਸਪੀਕਰ 28 ਦਸੰਬਰ ਨੂੰ। ਉਹਨੂੰ ਫਿਰ ਇਹਨਾਂ ਨਾਲ ਬੇਨਤੀ ਕਰਕੇ ਤੇ ਹੋ ਸਕੇ ਤਾਂ ਅੱਧਾ ਟਾਈਮ ਇਹਦੇ ਟਾਪਿਕ ਤੇ ਲਾ ਲਾਂਗੇ ਤੇ ਅੱਧਾ ਟਾਈਮ ਜਿਹੜਾ ਇਹਨਾਂ ਨੇ ਟਾਪਿਕ ਆਲਰੇਡੀ ਮਨ 'ਚ ਸੋਚਿਆ ਹੋਇਆ ਤੇ ਇਨ ਦੀ ਮੀਨ ਮਾਈਨ I will try to contact each one of you and whatever can be done we will try to do that and we'll try to help him out
not help him out, rather help ਉਹਨਾਂ ਨੂੰ ਸਟਾਪ ਲਾਉਣ ਵਾਸਤੇ ਜਿਹੜੇ ਬੰਦੇ ਹੋ ਜਾਂ ਕੰਮ ਸਾਡੇ ਧਰਮ ਦੇ ਲਾਅ ਦੇ ਦੀ ਤਰ੍ਹਾਂ ਲੱਗੇ ਹੋਏ ਆ ਉਹਨਾਂ ਨੂੰ ਆਪਾਂ ਰੋਕਣ ਵਾਸਤੇ। ਆਫ ਕੋਰਸ ਇਹਦੇ ਜਿਵੇਂ ਪਹਿਲਾਂ ਵੀ ਇੱਥੇ ਹੋਇਆ ਸੀਗਾ, ਜਿਹੜੇ ਨਿਊਯਾਰਕ ਦੇ ਹੈਗੇ ਤੇਜਿੰਦਰ ਸਿੰਘ ਜੀ, ਉਹਨਾਂ ਨੇ ਉਹ ਬੀੜਾ ਚੱਕਿਆ ਸੀਗਾ ਜਿਹੜਾ ਸਿੱਖਲੀ ਘਰ ਸਿੱਖਾਂ ਦਾ, ਉਹ ਵੀ ਦੈਟ ਕੇਮ ਆਊਟ ਆਫ ਦਿਸ ਟਾਕ, ਤੇ ਉਹਨਾਂ ਨੇ ਵੀ 10-15 ਬੰਦੇ ਇਕੱਠੇ ਕਰਕੇ ਤੇ ਉਹ ਪ੍ਰੋਗਰਾਮ ਬੜਾ ਵਧੀਆ ਚੱਲ ਰਿਹਾ ਹੈ, ਤੇ ਹੋਪਫੁਲੀ ਦਿਸ ਪ੍ਰੋਗਰਾਮ ਵਿਲ ਆਲਸੋ ਵਰਕ ਅਕਾਰਡਿੰਗਲੀ। ਥੈਂਕ ਯੂ ਵਸੀ ਸਾਹਿਬ, ਆਈ ਐਮ ਰੀਅਲੀ ਪ੍ਰਾਊਡ ਆਫ ਯੂ ਦੈਟ ਯੂ ਬ੍ਰਾਟ ਫਾਰਵਰਡ। ਤੇ ਹੁਣ ਇਹ ਜਿੰਨਾ ਬੰਦਿਆਂ ਨੇ ਕੁਐਸਚਨ ਕਰ ਚੁੱਕੇ, ਜਿਹੜੇ ਬੜੇ ਕਮੈਂਟ ਆਏ ਹੋਏ ਹੈ, ਤੇ ਉਹ ਕਮੈਂਟ ਸਾਰੇ ਜਿੰਨੇ ਮੈਂ ਲਫ਼ਜ਼ ਯੂਜ਼ ਕਰਾਂ ਉਹ ਘੱਟ ਹੈ, ਕਿਉਂਕਿ ਐਵਰੀਬਾਡੀ ਹੈਜ਼ ਸੈਡ ਸਮਥਿੰਗ ਬੈਟਰ ਦੈਨ ਦੀ ਅਦਰ। ਤੇ ਸਾਧੂ ਸਿੰਘ ਰਿਖੀ ਰਾਜ, ਗੁਰੂ ਗਿਆਨ ਪਦਾਰਥ ਨਾਮ ਹੈ ਨਾਮ ਹਿਰਦੇ ਬਸਾਈ, ਤੇ ਉਹਨਾਂ ਨੇ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸਾਧੂ ਸਿੰਘ ਜੀ? ਕਿ ਜੇ ਹੈਗੇ ਹੋ ਤਾਂ ਕਹਿ ਲਓ, ਕਿ ਨਹੀਂ ਤਾਂ ਮੈਂ ਫਿਰ ਆਈ ਸ਼ੁਡ ਮੂਵ ਔਨ। ਦੇयर ਆਰ ਲੋਟ ਆਫ ਕੁਐਸਚਨਸ ਐਂਡ ਕਮੈਂਟਸ ਵਿਚ ਹੈਵ ਟੂ ਬੀ ਡਿਸਕਸਡ। ਹੈਗੇ ਹੋ ਜੀ? ਚਲੋ ਅੱਗੇ ਚੱਲ ਪੈਂਦੇ ਆ। ਕਿਰਪਾਲ ਸਿੰਘ ਜੀ, ਥੈਂਕਸ ਵੈਰੀ ਵੀਰ ਭੁਪਿੰਦਰ ਸਿੰਘ ਜੀ, ਯੂਅਰ ਕੰਪਰੀਹੈਂਸ਼ਨ ਐਂਡ ਐਕਸਪ੍ਰੈਸ਼ਨ ਇਜ਼ ਅਮੇਜ਼ਿੰਗਲੀ ਇਨਡੀਡ। ਕਿਰਪਾਲ ਸਿੰਘ ਜੀ, ਯੂ ਰਾਈਟਲੀ ਸੈਡ, ਡੂ ਯੂ ਵਾਂਟ ਟੂ ਸੇ ਸਮਥਿੰਗ? ਕਿ ਇਹੋ ਕਹਿਣਾ ਚਾਹੀਦਾ ਸੀਗਾ ਜੀ, ਇਹ ਵੀ ਕਹਿ ਰਹੇ ਸੀਗੇ ਕਿਰਪਾਲ ਜੀ? Do you want to add something than what you said? ਆਪਣਾ ਅਨਮਿਊਟ ਕਰ ਲਓ, ਆਪਣੇ ਆਪ ਨੂੰ ਅਨਮਿਊਟ ਕਰ ਲਓ ਜੀ। Is it unmuted now? ਸੁਣ ਰਹੇ ਜੀ ਮੇਰੀ? Yes, yes, absolutely it's unmuted. Yes. ਹਾਂਜੀ ਭਾਈ ਸਾਹਿਬ, ਪਹਿਲਾਂ ਵੀ ਮੈਂ ਤੁਹਾਡਾ ਨਾਮ ਸੁਣਿਆ ਹੈ ਵੀਰ ਭੁਪਿੰਦਰ ਸਿੰਘ ਜੀ, ਪਰ I didn't really know ਇੰਨੇ ਡਿਟੇਲ ਦੇ ਵਿੱਚ ਅੱਜ ਤੁਸੀਂ ਐਕਸਪ੍ਰੈਸ ਕੀਤਾ ਆਪਣਾ ਪ੍ਰੋਗਰਾਮ। This is really marvelous. It's a new way to look at things। ਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬਈ ਜੋ ਗੁਰਬਾਣੀ ਦੇ ਵਿੱਚੋਂ ਹੀ ਗੁਰਬਾਣੀ ਦੇ ਮਤਲਬ ਨਿਕਲਦੇ ਨੇ, ਉਹਦੇ ਨਾਲ ਦੀ ਉਹ ਤੋਂ ਬਗੈਰ ਮਤਲਬ ਸਾਡੀ ਸੁੱਧ ਬੁੱਧ ਠੀਕ ਨਹੀਂ ਹੋ ਸਕਦੀ। ਅੱਜ ਕੱਲ੍ਹ ਇੰਨੇ ਟਰਾਂਸਲੇਸ਼ਨ ਬਣੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ, ਇੱਧਰ ਉੱਧਰ ਹਰ ਇੱਕ ਦੂਜੇ ਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਦੇ ਆਰ ਆਲ ਇਨ ਦਾ ਲਾਈਟ ਆਫ ਜੋ ਬੰਦੇ ਦੀ ਆਪਣੀ ਬੈਕਗਰਾਊਂਡ ਹੁੰਦੀ ਹੈ। ਪਰ ਉਹ ਚੀਜ਼ਾਂ ਜਿਹੜੀਆਂ ਨੇ ਬਦਲਦੀਆਂ ਰਹਿੰਦੀਆਂ, ਜੇ ਤੁਸੀਂ ਮਾਊਸ ਜਿਹੜਾ ਹੈਗਾ ਬੱਚੇ ਲਈ ਇੱਥੇ ਮੀਨਸ ਡਿਫਰੈਂਟ ਦੈਨ ਅਦਰ, ਇਸੇ ਤਰ੍ਹਾਂ ਉਹ ਗੁਰਬਾਣੀ ਦੇ ਜਿਹੜੇ ਅਰਥ ਨੇ ਬਦਲਦੇ ਰਹਿੰਦੇ ਨੇ। ਵੀ ਆਰ ਸਪੈਂਡਿੰਗ ਅ ਹਿਊਜ ਅਮਾਊਂਟ ਆਫ ਮਨੀ ਔਨ ਥੀਸ ਟ੍ਰਾਂਸਲੇਸ਼ਨਸ ਐਂਡ all those kind of things, and I hope we have more interactive sessions like this to improve our understanding. Thank you. Very Fateh ji. Sardar Arvinder Singh ji ਜਾਂ ਬੀਬੀ ਅਰਵਿੰਦਰ ਕੌਰ, ਆਈ ਐਮ ਸੌਰੀ ਮੈਂ ਇੱਥੇ ਖਿਆਲ ਨਹੀਂ ਕੀਤਾ, ਉਹਨਾਂ ਨੇ ਵੀ ਬੜਾ ਤੁਹਾਡਾ ਥੈਂਕ ਯੂ ਕੀਤਾ ਜੀ। ਤੇ ਉਸ ਤੋਂ ਨੈਕਸਟ ਬੀਬੀ ਆਈ ਕੌਰ, ਉਹ ਕਹਿੰਦੇ ਆ ਵੈਰੀ ਪ੍ਰੈਕਟੀਕਲ ਅਪਰੋਚ ਟੂ ਅੰਡਰਸਟੈਂਡ ਗੁਰਬਾਣੀ। ਐਬਸੋਲੂਟਲੀ ਰਾਈਟ ਭੈਣ ਜੀ। ਡਾਕਟਰ ਕਾਲਾ ਸਿੰਘ ਆਲਰੇਡੀ ਗੱਲ ਕਰ ਚੁੱਕੇ ਹੈ। ਸਰਦਾਰ ਗੁਰਮੀਤ ਸਿੰਘ ਜੀ, ਤੁਸੀਂ ਵੀ ਇਹ ਲਫ਼ਜ਼ ਯੂਜ਼ ਕੀਤੇ ਹੈ ਕਿ ਆਈ ਓਪਨਰ ਸੈਸ਼ਨ। ਇੰਡੀਡ ਇਟ ਵਾਜ਼ ਐਨ ਆਈ ਓਪਨਰ, ਐਟ ਲੀਸਟ ਫॉर ਮੀ ਐਂਡ ਆਈ ਐਮ ਸ਼ੋਰ ਫॉर ਅਦਰਸ ਟੂ। ਅਮਨ ਪ੍ਰਤਾਪ ਟੈਂਪਾ ਫਲੋਰੀਡਾ ਤੋਂ, ਵੈਰੀ ਐਕਸੀਲੈਂਟ ਇੰਡੀਡ, ਐਬਸੋਲੂਟਲੀ ਯੂ ਆਰ ਰਾਈਟ। ਤੇ ਮਲਿਕ ਸਾਹਿਬ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਗ੍ਰੇਟ ਪ੍ਰੈਜੈਂਟੇਸ਼ਨ, ਯੂ ਹੈਵ ਸਮਥਿੰਗ ਮੋਰ ਟੂ ਸੇ? Sikhi is all about oneness. It is sad to notice how we have changed this pragmatic way of life into our self-centeredness of meism. Absolutely true. ਤੇ ਮੈਂ ਹੁਣ ਰਿਕੁਐਸਟ ਕਰਦਾ ਡਾਕਟਰ ਬ੍ਰਿਜਪਾਲ ਸਿੰਘ ਜੀ ਨੂੰ ਪਟਿਆਲੇ ਤੋਂ, ਉਹ ਤੁਸੀਂ ਆਪਣੇ ਕੁਝ ਵਿਚਾਰ 1-2 ਮਿੰਟ ਵਾਸਤੇ ਇਸ ਟੌਪਿਕ ਤੇ ਰਿਲੇਟਡ। ਹਾਂਜੀ, ਵਾਹਿਗੁਰੂ। ਮੇਰੀ ਇੱਛਾ ਹੈ ਜੀ। ਮੈਂ ਭੁਪਿੰਦਰ ਸਿੰਘ ਨੂੰ ਬਹੁਤ ਪਹਿਲੇ, ਜਦੋਂ ਉਹਨਾਂ ਪਟਿਆਲੇ ਸਟੇਟ ਲਾਇਬ੍ਰੇਰੀ ਦੇ ਵਿੱਚ ਇੱਕ ਵਾਰ ਸੈਸ਼ਨ ਪਹਿਲਾ ਹੀ ਕੀਤਾ ਸੀ, ਸੁਣਿਆ ਸੀ। ਉਸ ਤੋਂ ਬਾਅਦ ਅੱਜ ਸੁਣਿਆ ਹੈ। ਇਟਸ ਕੰਪਲੀਟਲੀ ਮੈਸਮਰਾਈਜ਼ਿੰਗ। ਮੈਂ ਤਾਰੀਫ ਬਹੁਤੀ ਨਹੀਂ ਕਰਨਾ ਚਾਹੁੰਦਾ। ਮੇਰੀ ਬੇਨਤੀ ਇਹ ਹੈ ਕਿ ਇਸ ਸਾਰੇ ਨੂੰ ਜੋ ਉਹਨਾਂ ਨੇ ਫਰੇਮਵਰਕ ਦਿੱਤਾ ਹੈ, ਉਸ ਦੇ ਵਿੱਚ ਇੱਕ ਮਿਸਿੰਗ ਲਿੰਕ ਮੈਨੂੰ ਜਿਹੜਾ ਲੱਗਦਾ ਹੈ, ਆਈ ਹੋਪ I am not mistaken, ਉਹ ਹੈ ਕਿ ਸਤਿਗੁਰੂ ਦਾ ਰੋਲ ਕੀ ਹੈ। ਵਿਵੇਕ ਬੁੱਧੀ, ਰਾਈਟੀਅਸਨੈਸ, ਕੌਨਸ਼ੀਅਸਨੈਸ, ਜਿਹੜੀ ਸਾਨੂੰ, ਮੈਂ ਮੂਰਖ ਨੂੰ ਨਹੀਂ ਪਤਾ। ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪੜ੍ਹਦਾ ਤਾਂ ਮੈਨੂੰ ਸਭ ਕੁਝ ਪਤਾ ਚੱਲ ਜਾਂਦਾ ਹੈ। ਇਹਨਾਂ ਨੇ ਵੀ ਸਾਰਾ ਕੁਝ ਉੱਥੋਂ ਹੀ ਲਿਆ। ਤਾਂ ਉਹ ਜਿਹੜੇ ਚਾਰਟ 2 ਬਣਾਏ ਨੇ, ਉਹਦੇ ਵਿੱਚ ਸਤਿਗੁਰੂ ਦਾ ਰੋਲ ਜ਼ਰੂਰ ਹੈ। ਮੈਂ ਸਮਝਦਾ ਵਾਂ ਕਿ ਇੱਕ ਓਂਕਾਰ, ਸਤਨਾਮ, ਕਰਤਾ ਪੁਰਖ, ਇਹ ਸਾਰੇ ਅਸੀਂ ਜਾਣਦੇ ਹਾਂ,
ਗੁਰ ਪ੍ਰਸਾਦ ਦਾ ਅਰਥ ਇਹ ਹੈ ਕਿ ਵਾਹਿਗੁਰੂ ਕਿਰਪਾ ਸਰੂਪ ਜਦੋਂ ਬਣਦਾ ਹੈ ਉਹ ਗੁਰੂ ਰੂਪ ਵਿੱਚ ਸਾਹਮਣੇ ਆਉਂਦਾ ਹੈ। ਸੋ ਗੁਰੂ ਕੌਨਸ਼ੀਅਸਨੈਸ ਵੀ ਹੈ, ਗੁਰੂ ਸਾਡੀ ਵਿਵੇਕ ਬੁੱਧੀ ਵੀ ਹੈ, ਗੁਰੂ ਵਾਹਿਗੁਰੂ ਦੀ ਕਿਰਪਾ ਵੀ ਹੈ। ਇਹ ਸਾਰਾ ਜਿਹੜਾ ਹੈ ਇਸ ਤੁਹਾਡੇ ਟੋਟੈਲਿਟੀ ਦੇ ਵਿੱਚ ਮੇਰੇ ਖਿਆਲ ਵਿੱਚ ਐਡ ਹੋ ਜਾਏ ਤਾਂ ਤੁਹਾਡੇ ਅੰਦਰ ਹੈ, ਆਈ ਐਮ ਸ਼ੋਰ। ਔਰ ਮੈਂ ਕਿਉਂਕਿ ਸਾਰਾ ਤੁਹਾਡਾ ਨਹੀਂ ਪੜਿਆ ਪਰ ਜਿਤਨਾ ਕੁ ਜਾਣਦਾ ਉਹ ਹੈ। ਤੁਸੀਂ ਇਹਨੂੰ ਛੋਟੇ ਲੈਕਚਰ ਵਿੱਚ ਵੀ ਐਕਸਪਲਿਸਿਟ ਕਰ ਦਿਆ ਕਰੋਗੇ, ਬੜੀ ਕਿਰਪਾ ਹੋਏਗੀ। ਜਿਵੇਂ ਤੁਸੀਂ ਗੁਰੂ ਦੇ ਅਰਥ ਗੁਰਬਾਣੀ ਤੋਂ ਹੀ ਲੈ ਰਹੇ ਹੋ, ਇਵੇਂ ਹੀ ਗੁਰੂ ਵੀ ਗੁਰਬਾਣੀ ਦੇ ਵਿੱਚ ਹੀ ਹੈ, ਤੇ ਕਿਰਪਾ ਕਰਕੇ ਇਹਨੂੰ ਨਾ ਲੈ ਲਓ। ਮੈਂ ਇਹ ਕੇਵਲ ਛੋਟੀ ਜੀ ਰਿਕੁਐਸਟ ਕਰਦਾ। I'm completely 100% with you, whatever you have said. I'm only saying it needs little more. ਗੁਰੂ ਦੀ ਕਿਰਪਾ ਦਾ ਸਿਧਾਂਤ, ਗੁਰੂ ਦੀ ਬਖਸ਼ਿਸ਼ ਦਾ ਸਿਧਾਂਤ, ਵਾਹਿਗੁਰੂ ਦੀ ਬਖਸ਼ਿਸ਼ ਦਾ ਸਿਧਾਂਤ ਐਡ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤੁਸੀਂ ਕੁਝ ਕਹੋਗੇ ਕਿ? ਹਾਂਜੀ, ਬ੍ਰਿਜਪਾਲ ਸਿੰਘ ਪਾਪਾ ਜੀ, ਤੁਹਾਡੀ ਮਿਹਰਬਾਨੀ। ਥੈਂਕਸ ਫॉर ਸ਼ੇਅਰਿੰਗ, ਥੈਂਕਸ ਟੂ ਹੈਲਪ ਮੀ ਟੂ ਮੂਵ ਫਾਰਵਰਡ। ਮੈਨੂੰ ਬਾਣੀ ਚੋਂ ਨਾ ਇਤਨਾ ਸਮਝ ਆਇਆ ਸੀ ਕਿ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਜ ਜਨਾ ਸੋ ਸੰਗ ਨਾ ਛੁਟਕੇ, ਆਦਿ ਕਾਮ ਬਰਾਦੇ प्यारे इन किए नेका हार पड़ियो, स्वामी के द्वारा दीजे बुद्ध रहाओ। विवेक बुद्ध ਨੂੰ ਕਬੀਰ ਸਾਹਿਬ ਕਹਿੰਦੇ ਨੇ, ਕੋ ਕਬੀਰ ਮੈਂ ਸੋ ਗੁਰ ਪਾਇਆ ਜਾਕਾ ਨਾਉ ਵਿਵੇਕੋ। ਤਾਂ ਮੈਨੂੰ ਬਾਣੀ ਚੋਂ ਸਮਝ ਆ ਰਿਹਾ ਹੈ ਕਿ ਸਾਡੇ ਅੰਦਰ ਰੱਬ ਹੈ, ਸਾਡੇ ਅੰਦਰ ਰੱਬ ਦੀ ਆਵਾਜ਼ ਨੂੰ ਸਤਿਗੁਰ ਦੀ ਆਵਾਜ਼ ਕਹਿੰਦੇ ਨੇ। ਸਾਡੇ ਅੰਦਰ ਹੀ ਉਹ ਜਿਹੜੀ ਸਤਿਗੁਰ ਦੀ ਆਵਾਜ਼ ਹੈ ਉਸੇ ਨੂੰ ਵਿਵੇਕ ਬੁੱਧੀ ਕਹਿੰਦੇ ਨੇ, ਔਰ ਉਸੇ ਦੇ ਬਾਰੇ ਗੁਰੂ ਸਾਹਿਬ ਕਹਿੰਦੇ ਨੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਪੁਰਖੇ ਸਭ ਮੇਰਿਆ ਸਮਾਏ, ਸਭੇ ਘਟ ਰਾਮ ਬੋਲੇ। ਇਹੀਓ ਹੈ, ਇਹੀ ਵਿਵੇਕ ਬੁੱਧੀ, ਇਹੀ ਸਤਿਗੁਰ, ਇਹੀ यूनिवर्सल ट्रूथ, यही इनएविटेबल, यही इटर्नल है। ठीक है जी, ब्यूटीफुल ब्यूटीफुल। ज्ञानी जी तुसी थके हुए लग रहे हो जी, पहला तुसी तरह कमेंट कर लो जी। मैं हाँ जी, सरदार भुपिंदर सिंह जी, वाहिगुरू जी का खालसा, वाहिगुरू जी की फतेह। वाहिगुरू जी की फतेह। मैं सुनिया जो कुछ तुहाडे कोलों अज तुसां मैनू ये जो कुछ भी मौका मिलिया सुनने वास्ते तुहाडे कोलों, मैं रब अगे तुहाडी चढ़दी कला दी अरदास करदा हां ते होर सज्जन जिहड़े गुरबाणी दे बारे कुछ कहना चाहते ने उन्हां दे भी हथ जोड़ के बेनती करदा हां कि सानू इस गल दी लोड़ है कि असीं जो भी कुछ समझना चाहिए गुरबाणी नूं समझण दी लोड़ है। गुरबाणी नूं पढ़ीए ਅਤੇ ਗੁਰਬਾਣੀ ਨੂੰ ਵਿਚਾਰੀਏ, ਔਰ ਰੱਬ ਤੁਹਾਨੂੰ ਕਿਰਪਾ ਕਰੇ, ਇਹ ਸਮਰੱਥਾ ਦੇਵੇ ਕਿ ਜਿਹੜਾ ਅੱਜ ਦਾ ਸੈਸ਼ਨ ਸੀ, ਜੋ ਕੁਝ ਤੁਸੀਂ ਅੱਜ ਕਿਹਾ ਹੈ, ਇਹ ਬਾਰ-ਬਾਰ ਤੁਸੀਂ ਕਹਿ ਸਕੋ ਤੇ ਅਸੀਂ ਸਾਰੇ ਬੜੇ ਧਿਆਨ ਨਾਲ ਸੁਣ ਸਕੀਏ ਕਿ ਜੇ ਕੁਝ ਰੱਬ ਦੀ ਕਿਰਪਾ ਹੋਵੇ ਤੇ ਅਸੀਂ ਆਪਣੇ ਹਿਰਦੇ 'ਚ ਦਿਖਾਈਏ। ਬਹੁਤ ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। थैंक यू। सरदार जसबीर सिंह भाटिया साहब, तुसी लिखिया होया जी आउटस्टैंडिंग एक्सप्रैशन इन डेप्थ अंडरस्टैंडिंग। तुसी कुछ होर कहना जी? हैगे हो जी? चलो अगे चलते हैं जी। ते डॉक्टर ओंकार सिंह जी, हाँ जी प्लीज। वाहिगुरू जी की फतेह। वीर भुपिंदर साहब मैं टाइम टू टाइम सुनदा रहना वा, जिस परपक्ता नाल उन्हां ने अज गल कीती आ ओह ते करना ਜਾਂ ਉਹਦੇ ਵਿੱਚ ਕੋਈ ਕਮੀ ਪੇਸ਼ੀ ਕੱਢਣੀ ਨਾਮੁਮਕਿਨ ਆ। ਮੈਂ ਥਿਓਲੋਜੀ ਦਾ ਵਿਦਿਆਰਥੀ ਹਾਂ ਤੇ ਉਹਨਾਂ ਨੇ ਜਿਵੇਂ ਦੱਸਿਆ ਕਿ ਆਤਮ ਚਿੰਤਨ ਕਰਦੇ ਆ ਔਰ ਚੰਗੀਆਂ ਆਦਤਾਂ ਨੂੰ ਆ ਕੇ ਤੇ ਪਰਮ ਮਨੁੱਖ ਬਣਨਾ, ਇਹ ਇਸ ਮਾਰਗ ਦੇ ਉੱਤੇ ਤੁਰਨਾ ਨਤਮਸਤਕ ਕਿਹਾ ਜਾ ਸਕਦਾ, ਨਮਨ ਕੀਤੀ ਜਾ ਸਕਦੀ ਹੈ ਉਹਨਾਂ ਨੂੰ। ਮੇਰੀ ਇੱਕ प्रश्न नहीं है, मैं प्रश्न नहीं कर सकता, माड़ी जी शंका है। विवेक बुद्ध की गल, कृपा की गल, रहमत की गल, गुरु की गल, जिन्हां दा समझ है, जिन्हां दे हृदय अंदर ये चिणग है, उन्हां वास्ते ठीक है। वो इस गल मार्ग उत्ते
ਕਰਨਗੇ ਗੁਰਬਾਣੀ ਦੀਆਂ ਚੰਗੀਆਂ ਗੱਲਾਂ ਅਨੁਸਾਰ, ਤੁਹਾਡੇ ਵਰਗੇ ਸੋਹਣੇ ਜੇ ਮਨੁੱਖਾਂ ਦੇ ਅਨੁਸਾਰ। ਜਿਹਨਾਂ ਅੰਦਰ ਇਹ ਸਮਰੱਥਾ ਹੈ ਹੀ ਨਹੀਂ, ਜਾਂ ਕਿਸੇ ਕਾਰਨ ਕਰਕੇ ਅੰਦਰੋਂ ਨਹੀਂ ਬਾਹਰੋਂ ਫਿਜ਼ੀਕਲੀ ਹੈਂਡੀਕੈਪ ਨੇ, ਮੰਦਬੁੱਧੀ ਨੇ, ਉਹਨਾਂ ਵਾਸਤੇ ਫਿਰ ਇਹ ਗੱਲ ਜਿਹੜੀ ਆ ਕਿਵੇਂ ਕਰ ਸਕਦੇ ਹੋ? ਥੋੜੀ ਸ਼ੰਕਾ ਹੈ ਬਸ, ਬਾਕੀ ਤੇ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਵੀਰ ਭੁਪਿੰਦਰ ਜੀ। ਹਾਂ, ਜਿਹੜੇ ਬਾਹਰਲਾ ਫਿਜ਼ੀਕਲ ਹੈਂਡੀਕੈਪ ਹੈ ਨਾ, ਉਹਦੇ ਬਦਲੇ ਅੱਜ ਦੀ ਬਾਣੀ ਚੋਂ ਸਿੱਖਿਆ ਹੈ ਕਿ ਦੇਖਣ ਵਿੱਚ ਮੇਰੇ ਕੋਲ ਬਾਹਰਲੀਆਂ ਅੱਖਾਂ ਵੀ ਹਨ, ਹੱਥ ਪੈਰ ਵੀ ਹਨ, ਸਾਰੀ ਬਾਡੀ ਮੇਰੇ ਕੋਲ ਚੇਤਨ ਹੈ, ਸਭ ਕੁਝ ਹੈ, ਲੇਕਿਨ ਮੈਨੂੰ ਨਰ ਅਚੇਤ ਕਿਉਂ ਕਹਿੰਦੇ ਨੇ? ਨਰ ਅਚੇਤ ਪਾਪ ਤੇ ਡਰ ਰਹੇ, ਕਿਉਂਕਿ ਮੈਂ ਸੁਰਤ ਕਰਕੇ ਸੁੱਤਾ ਹੋਇਆ, ਮਨ ਕਰਕੇ ਸੁੱਤਾ ਹੋਇਆ, ਮੈਂ ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ ਬਣਿਆ ਹੋਇਆ, ਅਛਤ ਰਾਤ ਵਿਚਰਤ ਦੁੱਖ ਪਾਇਆ, ਇਹ ਗਤ ਪਈ ਹਮਾਰੀ, ਮੇਰੀ ਬਣੀ ਹੋਈ ਹੈ। ਜਦੋਂ ਤੱਕ ਮੈਂ ਆਪਣੀ ਖੁਆਰੀ ਨੂੰ ਆਪ ਨਹੀਂ ਪੜਾਂਗਾ ਨਾ, ਤਾਂ ਤੱਕ ਬਾਹਰੋਂ ਬਿਲਕੁਲ ਇੰਝ ਹੀ ਗੱਲ ਹੋਏਗੀ, ਸੂਰਜ ਚੜਿਆ ਹੋਇਆ ਹੈ ਪਰ ਮੈਂ ਆਪਣੀ ਬਾਰੀ ਤੇ ਕਾਲੇ ਪਰਦੇ ਰੱਖੇ ਹੋਏ ਨੇ। ਮੈਂ ਸੂਰਜ ਨੂੰ ਅੰਦਰ ਆਣ ਨਹੀਂ ਦਿੰਦਾ, ਸੂਰਜ ਨੂੰ ਅੰਦਰ ਨਹੀਂ ਆਣ ਦਿੰਦਾ, ਹਨੇਰੇ ਵਿੱਚ ਠੁੱਡੇ ਠੇਲੇ ਮੈਂ ਖਾ ਰਿਹਾ ਵਾਂ, ਔਰ ਮੈਂ ਬਲੇਮ ਸੂਰਜ ਤੇ ਨਹੀਂ ਲਗਾ ਸਕਦਾ। ਜਦੋਂ ਤੱਕ ਮੈਂ ਆਪਣੇ ਉੱਤੇ ਆਪ ਕਿਰਪਾ ਦਇਆ ਨਹੀਂ ਕਰਾਂਗਾ ਕਿ ਮੈਂ ਕਿਹੜੇ ਕਾਰਨਾਂ ਕਰਕੇ ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ, ਮੈਂ ਸਾਰਾ ਡਿਸਟਰਬ ਹੋ ਜਾਂਦਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੋ ਜਾਂਦਾ ਹੈ। ਤਾਂ ਮੈਨੂੰ ਪਹਿਲਾਂ ਵਿਚਾਰਨਾ ਪਏਗਾ ਆਪਣੀ ਕਲਯੁਗੀ ਅਵਸਥਾ ਬਾਰੇ। ਤਾਂ ਮੈਂ ਜਦੋਂ ਆਪਣੇ ਤੇ ਦਇਆ ਕਰਾਂਗਾ, ਕਿਰਪਾ ਕਰਾਂਗਾ, ਇਹਨੂੰ ਜੀ ਦਇਆ ਕਹਿੰਦੇ ਨੇ, ਤਾਂ ਇਹਨੂੰ ਗੁਰਪ੍ਰਸਾਦ ਕਹਿੰਦੇ ਨੇ, ਕਿਉਂਕਿ ਅੰਦਰ ਦੇ ਡੋਰਸ ਓਪਨ ਹੋਏ, ਉੱਥੇ ਤੱਕ ਹਰੀ ਮੈਂ ਅੰਮ੍ਰਿਤ ਭਰਪੂਰ ਹੈ। ਲੇਕਿਨ ਸਭ ਮੈਂ ਜੋਤ, ਜੋਤ ਹੈ ਸੋਇ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਜੋਤ ਤੇ ਅੰਦਰ ਹੈ, ਪਰ ਮੇਰਾ ਵਿਵੇਕ ਦੀਪ ਮਲੀਨ ਦਾ ਮਤਲਬ ਹੋ ਗਿਆ ਜੋਤ ਤੇ ਹੈ। ਉਹ ਮੇਰਾ ਜਿਹੜਾ ਬਾਹਰ ਦਾ ਸ਼ੀਸ਼ਾ ਸੀ ਨਾ, ਉਹ ਕਾਲਖ ਨਾਲ ਜੋਤ ਨੂੰ ਬਾਹਰ ਨਹੀਂ ਆਣ ਦੇ ਰਿਹਾ ਸੀ। ਉਹ ਮੇਰੇ ਮਨ ਕੀ ਮਤ, ਮੇਰੇ ਮਨ ਦਾ ਇੰਟੈਲੈਕਟ, ਮੇਰੇ ਮਨ ਦੇ ਡੀਮਨ ਥਾਟਸ ਦੀ ਰੁਕਾਵਟ ਸੀ। ਉਹਨੂੰ ਕੂੜ ਕਹਿੰਦੇ ਨੇ। ਕੂੜ ਹਟਾਉਣ ਵਾਸਤੇ ਮੈਨੂੰ ਮਿਹਨਤ ਕਰਨੀ ਪਏਗੀ। ਸਭ ਮੈਂ ਜੋਤ ਜੋਤ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ ਚਾਨਣ। ਇਹੀ ਕਿਰਪਾ ਹੈ, ਇਹੀ ਗੁਰਪ੍ਰਸਾਦ ਹੈ, ਇਹੀ ਰੱਬ ਜੀ ਨੇ, ਇਹੀ ਸਤਿਗੁਰ ਹੈ। Unless I surrender, unless I do ਸਮਰਪਣ। ਬਹੁਤ ਦੁਖੀਆਂ, ਮੈਨੂੰ ਬਹੁਤ ਸਿਆਣਪਾਂ ਚਤਰਾਈਆਂ ਅਕਲਾਂ ਨੇ, ਪਰ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਸਰਦਾਰ ਹਰਵਿੰਦਰ ਸਿੰਘ ਜੀ ਚੱਡਾ ਉਹ ਕਹਿ ਰਹੇ हैं कि an eye-opening presentation, an excellent explanation of ਗੁਰਬਾਣੀ। ਥੈਂਕ ਯੂ ਵੀਰ ਜੀ। ਐਂਡ ਜੀ ਹਰਵਿੰਦਰ ਜੀ ਤੁਸੀਂ ਹੈਗੇ ਹੋ? Are you there? Anji Virji, I am here. Thank you. Please say a few words. It was an amazing presentation. I had heard something like this before, but there is no comparison how Virji has explained it. Thank you, Virji. So nice of you. ਤੇ ਮਹਿੰਦਰ ਪਾਲ ਜੀ ਤੁਸੀਂ ਹੈਗੇ ਹੋ? You said it is beautiful. Your words today are eye-opening. ਤੁਸੀਂ ਕੁਝ ਕਹਿਣਾ ਚਾਹੋਗੇ ਮਹਿੰਦਰ ਪਾਲ ਜੀ ਕਿ this is all you wanted to say? ਸਰਦਾਰ ਸਾਧੂ ਸਿੰਘ ਜੀ, ਰਿਖੀ ਰਾਜ ਤੁਸੀਂ ਦੁਬਾਰਾ ਗੱਲ ਕੀਤੀ ਸੀ ਕਿ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ। Are you still there? And now I don't think there is anybody who said something and I didn't say. ਤੇ ਜੇਕਰ ਹੁਣ ਸਰਦਾਰ ਅਮਨ ਪ੍ਰਤਾਪ ਸਿੰਘ ਜੀ ਮੇਰੇ ਖਿਆਲ ਫਲੋਰੀਡਾ ਟੈਂਪਾ ਤੋਂ ਕਹਿ ਰਹੇ ਹਨ ਕਿ ਵੀਰ ਜੀ ਵੈਰੀ ਐਕਸੀਲੈਂਟ ਸੈਸ਼ਨ, ਹੀ ਇਜ਼ ਰੀਅਲੀ ਪ੍ਰਾਊਡ। ਤੇਜੀ ਮਲਿਕ, great presentation. Sikh is all about oneism. It is sad to notice how we have changed this pragmatic way of life into our self-centeredness, meism. ਮੇਰੇ ਖਿਆਲ ਮੈਂ ਪਹਿਲਾਂ ਪੜ੍ਹ ਚੁੱਕਿਆ ਇਹ ਗੱਲ। ਤੇ ਜੇ ਹੋਰ ਮੇਰਾ ਇੱਕ ਕਮੈਂਟ ਸੀ ਜੀ। ਹਾਂਜੀ ਪਲੀਜ਼, ਕੌਣ ਬੋਲ ਰਹੇ ਹੋ ਤੁਸੀਂ? ਇਰਵਨਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਇਰਵਨ ਜੀ, ਚਲੋ ਹਾਂ ਆਈ ਫੋਰਗਾਟ ਯੂ, ਪਲੀਜ਼ ਗੋ ਹੈਡ। ਹਾਂਜੀ ਹਾਂਜੀ ਨਹੀਂ, ਦੋ ਸਨ। ਇੱਕ ਤਾਂ ਮੇਰੇ ਵੀ ਬਾਕੀਆਂ ਵੱਲੋਂ ਵਾਂਗੂ ਬਹੁਤ ਸ਼ਲਾਘਾਯੋਗ ਪ੍ਰੈਜੈਂਟੇਸ਼ਨ ਬਾਰੇ ਤਾਂ ਸ਼ਬਦ ਨਹੀਂ ਹਨ। ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਸੀਗਾ ਕਿ ਜਿਵੇਂ ਗੁਰਬਾਣੀ ਚੋਂ ਗੁਰਬਾਣੀ ਦੇ ਅਰਥ ਕੱਢਣ ਵਿੱਚ ਕਈ ਵਾਰੀ ਇਹ ਹੁੰਦਾ ਹੈਗਾ ਕਿ ਇੱਕੋ ਸ਼ਬਦ ਦੇ ਦੋ ਮਤਲਬ ਹੁੰਦੇ ਨੇ, ਜਾਂ ਦੋ ਤੋਂ ਵੱਧ ਵੀ ਹੋ ਸਕਦੇ ਨੇ ਗੁਰਬਾਣੀ ਵਿੱਚ, ਤੇ ਉਸ ਚੀਜ਼ ਦਾ
ਨਿਰਣਾ ਜਿਹੜਾ ਹੈਗਾ ਕਿਵੇਂ ਕੀਤਾ ਜਾਏ, ਉਹਦੇ ਇਸ ਵੇਲੇ ਮੇਰੇ ਸਾਹਮਣੇ ਐਗਜ਼ਾਮਪਲ ਤਾਂ ਨਹੀਂ ਹੈ। ਇੱਕ ਤਾਂ ਇਹ ਸੀਗਾ, ਤੇ ਦੂਸਰਾ ਸੀਗਾ ਕਿ ਜਿਵੇਂ ਐਜ਼ ਅ ਕਾਊਂਟਰ ਐਗਜ਼ਾਮਪਲ, ਜਿਵੇਂ ਇੱਕ ਬੜਾ ਆਮ ਆਪਾਂ ਉਦਾਹਰਨ ਦਿੰਦੇ ਹੈਗੇ ਆ ਗੁਰਬਾਣੀ ਵਿੱਚੋਂ, ਇਹ ਤੁਕ ਸਾਰੇ ਸੁਣਾਉਂਦੇ ਹੈਗੇ ਨੇ ਕਿ ਅਕਲ ਇਹ ਨਾ ਆਖੀਏ ਅਕਲ ਗਵਾਈਏ ਬਾਦ, ਅਕਲੀ ਸਾਹਿਬ ਸੇਵੀ ਅਕਲੇ ਪਾਈਏ ਮਾਨ। ਤੇ ਇਹਦੇ ਵਿੱਚ ਜਿਵੇਂ ਬਾਦ, ਬੱਬਾ ਕੰਨਾ ਦੱਦੇ ਨੂੰ ਸਿਹਾਰੀ, ਇਹਦੇ ਵਿੱਚ ਸਿਰਫ ਇਸ ਸ਼ਬਦ ਵਿੱਚ ਹੀ ਅਸੀਂ ਬਾਦ ਨੂੰ ਆਰਗੂਮੈਂਟ ਕਹਿ ਕੇ ਇਹਦਾ ਅਰਥ ਕਰਦੇ ਹੈਗੇ ਆ, ਜਦ ਕਿ ਸਾਰੀ ਗੁਰਬਾਣੀ ਵਿੱਚ ਵੀ ਜਿੱਥੇ ਇਹ ਮੰਤਰ ਆਈ ਹੈਗੀ ਹੈ ਬੱਬਾ ਕੰਨਾ ਦੱਦੇ ਨੂੰ ਸਿਹਾਰੀ, ਉੱਥੇ ਹੈਗਾ ਕਿ ਉਹਨੂੰ ਅਕਲ ਨੂੰ ਜਿਵੇਂ ਮਤਲਬ ਉਹਨੂੰ ਫਜ਼ੂਲ ਗਵਾ ਲੈਣਾ, ਵੀ ਇਹਦਾ ਮਤਲਬ ਇਹਦਾ ਐਕਚੁਅਲੀ ਆਪੋਜ਼ਿਟ ਬਣਦਾ ਹੈਗਾ ਕਿ ਵੀ ਇਹ ਕਾਹਦੀ ਅਕਲ ਹੋਈ ਜੇ ਅਕਲ ਨੂੰ ਤੁਸੀਂ ਵਰਤਿਆ ਹੀ ਨਹੀਂ ਸੋਰਟ ਆਫ। ਤੇ ਮਤਲਬ ਜੇ ਬਾਤ ਦਾ ਤੁਸੀਂ ਵੇਖੋਗੇ ਅਰਥ, ਤੇ ਇਹ ਦੋ ਕਮੈਂਟਸ ਹਨ। ਬਾਕੀ ਤਾਂ ਥੈਂਕ ਯੂ ਵੈਰੀ ਮਚ ਜੀ। ਕੁਝ ਕਹਿਣਾ ਚਾਹੋਗੇ ਜੀ ਵੀਰ ਜੀ? ਇਰਵਨਪ੍ਰੀਤ ਸਿੰਘ ਜੀ, ਥੈਂक्स फॉर योर शेयरिंग। ਤੁਹਾਡਾ ਜਿਹੜਾ ਪਹਿਲਾ ਕੁਐਸਚਨ ਆ ਉਹਦਾ ਮੈਂ ਬਰੀਫ ਬਸ ਇਤਨਾ ਕਰ ਲੈਂਦਾ ਕਿ ਸਾਡੇ ਬੜੀ ਜਗ੍ਹਾ ਬਾਣੀ ਦੀ ਬਣਤਰ ਦੇ ਕੰਪਾਈਲੇਸ਼ਨ ਆਫ ਇੰਟਰਨਲ ਲੌਜਿਕ ਆਫ ਬਾਣੀ ਦੀ ਬਣਤਰ ਦੇ ਬੜੇ ਸਾਰੇ ਸੈਮੀਨਾਰਸ ਹੁੰਦੇ ਨੇ, ਕਾਫੀ ਵੱਡਾ ਟੌਪਿਕ ਹੈ। ਲੇਕਿਨ ਜਿਹੜਾ ਬਾਣੀ ਦੇ ਬਣਤਰ ਦਾ ਇੰਟਰਨਲ ਲੌਜਿਕ ਹੈ, ਉਹਦੇ ਵਿਚਕਾਰ ਸਾਨੂੰ ਰਹਾਉ ਤੋਂ ਲੈ ਕੇ ਉਸ ਸ਼ਬਦ ਦੀ ਪੂਰੀ ਕਾਊਂਟਿੰਗ ਤੋਂ ਲੈ ਕੇ ਪਿੱਛੇ ਜਿਹੜੇ ਕੌਂਟੈਕਸਟ ਤੋਂ ਚੱਲ ਰਿਹਾ ਹੈ, ਹਮੇਸ਼ਾ ਰਾਗ ਵਿੱਚ ਪਹਿਲਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਹੁੰਦਾ ਹੈ। ਜੇ ਉਸ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਨਾ ਹੋਏ ਤੇ ਮਹਿਲਾ ਤੀਜਾ ਤੋਂ ਚੌਥਾ ਪੰਜਵਾਂ ਤੋਂ ਸ਼ਬਦ ਸ਼ੁਰੂ ਹੁੰਦਾ ਹੈ। ਫਿਰ ਗੁਰੂਆਂ ਦੇ ਸ਼ਬਦਾਂ ਤੋਂ ਬਾਅਦ ਉਸੇ ਟੌਪਿਕ ਤੇ ਉਸੇ ਚੈਨਲ ਵਿੱਚ ਉਸੇ ਪਾਈਪਲਾਈਨ ਵਿੱਚ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ। ਇਸ ਤਰੀਕੇ ਦੇ ਨਾਲ ਸ਼ਬਦ ਨੂੰ ਲੌਕਅਪ ਕੀਤਾ ਜਾਂਦਾ ਹੈ। ਇਹ ਸਾਨੂੰ ਖੋਜਣਾ ਚਾਹੀਦਾ ਹੈ। ਮੇਰੀ ਜਿਗਿਆਸਾ ਹੋਣੀ ਚਾਹੀਦੀ ਹੈ, ਮੇਰੀ ਸਿੰਸੀਅਰ ਐਫਰਟ ਹੋਣਾ ਚਾਹੀਦਾ, ਮੇਰਾ ਹੰਬਲ ਰਿਕੁਐਸਟ ਹੋਣੀ ਚਾਹੀਦੀ ਹੈ ਕਿ ਗੁਰੂ ਸਾਹਿਬ ਇਸ ਸ਼ਬਦ ਰਾਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਸੋ ਜਦੋਂ ਅਸੀਂ ਸਾਰੇ ਲਿਵਿੰਗ ਟ੍ਰੈਜਰ ਦੇ ਮੈਂਬਰਸ ਸਾਂਝ ਕਰਦੇ ਹਾਂ ਤਾਂ ਅਸੀਂ ਉਹਦੇ ਬਾਰੇ ਉਸਦੀ ਗਹਿਰਾਈ 'ਚ ਜਾ ਕੇ ਉਹਦੇ ਬਾਰੇ ਫਾਈਨਲ ਤੇ ਅਸੀਂ ਕਹਿ ਨਹੀਂ ਸਕਦੇ ਕਿ ਅਸੀਂ ਫਾਈਨਲ ਵਰਡਿਕਟ ਦੇ ਸਕਦੇ ਹਾਂ ਜਾਂ ਸਾਡੇ ਅਰਥ ਫਾਈਨਲ ਨੇ, ਲੇਕਿਨ ਉਹਦੀ ਕਾਫੀ ਉਸ ਦੇਸ਼ 'ਚ ਜਾਣ ਦੀ ਡਾਇਰੈਕਸ਼ਨ ਸਮਝ ਆਉਂਦੀ ਜਾਂਦੀ ਹੈ। ਫਰਜ਼ ਕਰੋ ਜੇ ਗੁਰਬਾਣੀ ਤੀਰਥ ਨਹੀਂ ਮੰਨਦੀ, ਕਿਉਂਕਿ ਗੁਰਬਾਣੀ ਵਿੱਚ ਖੰਡਨ ਔਰ ਮੰਡਨ ਦੋਨੋਂ ਚੀਜ਼ਾਂ ਨਹੀਂ ਨੇ। ਗੁਰਬਾਣੀ यूनिक है, सेल्फ एक्सप्लेनेटरी है, कंट्राडिक्ट किधरे नहीं है। जे बाणी तीरथ नहीं मनती तो फिर बाणी तीरथ नहीं मनती। किसी जगह जे पंक्ति कोई लगा के अपनी बस ते बैठ के और सारी संगत ਨੂੰ बिठा के अगे पोस्टर लगा दे तीरथ नहाइए सुख फल पाइए मैल ना लागे काई, तो पंक्ति ਨੂੰ मिसयूज कर रहे हैं, क्योंकि गुरबाणी तीरथ मनती नहीं है। गुरबाणी कहती है अंतरगत तीरथ मल लाओ, अंदर दे तीरथ की गल करती है, गुर समान तीरथ नहीं कोई गुरबाणी कहती है। ਤੇ ਗੁਰਬਾਣੀ ਇਸ ਤਰੀਕੇ ਦੇ ਨਾਲ ਜਦੋਂ ਆਪਣੇ ਲੌਜਿਕ ਆਪ ਪੇਸ਼ ਕਰਦੀ ਹੈ, ਉਹਨਾਂ ਨੂੰ ਅਸੀਂ ਲੈ ਕੇ ਚੱਲਾਂਗੇ, ਸਾਨੂੰ ਬਿਲਕੁਲ ਯੂਨੀਕ ਅਰਥ ਮਿਲਦੇ ਜਾਣਗੇ। ਪਰ ਸਾਨੂੰ ਸਾਡੀ ਨੋਸ਼ਨ ਵਾਲੇ, ਦੁਨਿਆਵੀ ਪੜ੍ਹਾਈਆਂ ਚਤਰਾਈਆਂ ਵਾਲੇ, ਦੁਨੀਆ ਦੇ ਸੁਣੇ ਹੋਏ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੇ ਫਲਸਫੇ ਨੂੰ ਛੱਡ ਕੇ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ ਉਹਨਾਂ ਨੂੰ ਲੱਭਣਾ ਪਏਗਾ। ਜਿਸ ਤਰ੍ਹਾਂ ਅੱਜ ਮੈਂ ਸਾਂਝ ਕੀਤੀ ਹੈ, ਅੰਨੇ ਦੀ ਡੈਫੀਨੇਸ਼ਨ, ਮਿਰਤਕ ਦੀ, ਦਰਗਾਹ ਦੀ ਬਾਣ ਦੀ, ਇਸ ਤਰੀਕੇ ਦੇ ਨਾਲ ਸਾਨੂੰ ਕਾਫੀ ਉਹ ਹੈਲਪ ਹੋ ਜਾਂਦੀ ਹੈ। ਠੀਕ ਹੈ ਜੀ, ਠੀਕ ਹੈ ਜੀ। ਅਰਵਿੰਦ ਜੀ, ਆਈ ਥਿੰਕ ਇਫ ਯੂ ਸਟਿਲ ਹੈਵ ਸਮ ਕੁਐਸਚਨਸ, ਆਈ ਵਿਲ ਬੀ ਮੋਰ ਦੈਨ ਹੈਪੀ ਟੂ ਕਨੈਕਟ ਬੋਥ ਆਫ ਯੂ। ਹਰਵਿੰਦਰ ਸਿੰਘ ਚੱਡਾ ਨੇ ਇੱਕ ਗੱਲ ਲਿਖੀ ਸੀ, ਮੈਂ ਕਿਹਾ ਨਹੀਂ, ਉਹ ਲਿਖਿਆ ਹੋਇਆ ਜੀ, ਡਾਕਟਰ ਸਾਹਿਬ ਜੀ ਕੈਨ ਯੂ ਪਲੀਜ਼ ਸ਼ੇਅਰ ਦਾ YouTube ਲਿੰਕ ਆਫ ਦਿਸ ਸੈਸ਼ਨਸ ਰਿਕਾਰਡਿੰਗ। ਹਾਂਜੀ, ਤੇ ਮੇਰੇ ਕੋਲ ਹੀ ਬੈਠਾ ਹੋਇਆ ਜੀ ਅੰਗਦ ਸਿੰਘ, ਤੇ ਆਈਲ ਟੈਲ ਹਿਮ ਟੂ ਹੈਲਪ ਯੂ ਆਊਟ ਔਰ ਪੁੱਟ ਦਿਸ ਔਨ ਦਾ YouTube। ਵੀ ਸਰਟਨਲੀ ਵਿਲ ਡੂ ਇਟ, ਦਿਸ ਇਜ਼ ਅ ਗੁੱਡ ਸੁਜੈਸ਼ਨ। ਤੇ ਮੈਨੂੰ ਲੱਗਦਾ ਨਹੀਂ ਕਿ ਮੈਂ ਕਿਸੇ ਨੂੰ ਭੁੱਲ ਗਿਆ ਹਾਂ। ਹਾਂ, ਯਾਦਵਿੰਦਰ ਸਿੰਘ ਜੀ ਨੇ ਲਿਖਿਆ ਹੋਇਆ, ਥੈਂਕ ਯੂ ਵੈਰੀ ਮਚ ਫਾਰ ਦੀ ਲਿੰਕ ਜਿਹੜਾ ਵਿੱਚ ਪ੍ਰੋਵਾਈਡ ਕੀਤਾ ਗਿਆ ਸੀਗਾ। ਤੇ ਹੋਰ ਤੇ ਸਾਧੂ ਸਿੰਘ ਜੀ ਰਿਖੀ ਰਾਗ ਮੇਰੇ ਖਿਆਲ ਹੁਣ ਹੈ ਨਹੀਂ, ਉਹਨਾਂ ਨੇ ਦੁਬਾਰਾ ਕੁਐਸਚਨ ਕੀਤਾ ਹੋਇਆ ਸੀਗਾ। ਤੇ ਵਿਦ ਦਿਸ ਹੁਣ ਮੈਂ ਆਈ ਥਿੰਕ ਵੀ ਆਰ ਵੇ ਅਹੈਡ ਆਫ ਆਵਰ ਟਾਈਮ ਟੂਡੇ, ਆਲਮੋਸਟ ਪੌਣੇ ਲੱਗਦਾ ਕਿ 2.5 ਘੰਟੇ ਤੋਂ ਉੱਪਰ, 2 ਘੰਟੇ ਤੋਂ ਉੱਪਰ ਹੋ ਗਏ हैं, ਪੌਣੇ 3 ਘੰਟੇ ਹੋਣ ਲੱਗੇ हैं। ਐਂਡ ਹਾਂਜੀ 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 ਮੈਂ ਅਮਰਪਾਲ ਸਿੰਘ ਬੋਲ ਰਿਹਾ ਜੀ ਜੀ, ਬੋਲੋ 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 ਪਲੀਜ਼। ਹਾਂਜੀ ਇੱਕ ਛੋਟਾ ਜਿਹਾ ਕੁਐਸਚਨ ਸੀ, ਮੈਂ ਤੁਹਾਨੂੰ ਮੈਸੇਜ ਪਾਇਆ ਸੀ। ਸਭ ਤੋਂ ਪਹਿਲੇ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹੈਗਾ। ਬਹੁਤ ਹੀ ਐਨਲਾਈਟਨਿੰਗ ਟਾਕ ਸੀਗੀ, ਇਹਨਾਂ ਜਿਹਨਾਂ ਨੇ ਅੱਖਾਂ ਖੋਲ ਦਿੱਤੀਆਂ
ਕਿ ਵੀ ਹਾਊ ਟੂ ਕੰਟੀਨਿਊ ਪ੍ਰੋਸੀਡਿੰਗ ਵਿਦ ਗੁਰਬਾਣੀ ਦੇ ਮਤਲਬ ਕੱਢਣ ਦਾ ਨਵਾਂ ਤਰੀਕਾ ਜਿਹੜਾ ਕਿ ਮੈਨੂੰ ਸਮਝ ਨਹੀਂ ਸੀ ਪਹਿਲੇ। ਤੇ ਮੇਰਾ ਕੁਐਸਚਨ ਇਹ ਹੈਗਾ ਜੀ, ਤੁਸੀਂ ਜ਼ਿਕਰ ਕੀਤਾ ਹੈ ਕਿ ਵੀ ਅਸੀਂ ਐਸਕੇਪ ਮੋਡ ਵਿੱਚ ਚਲੇ ਜਾਂਦੇ ਹਾਂ ਤੇ ਰੱਬ ਅਸੀਂ ਆਪਣੇ ਆਪ ਨੂੰ ਕਠਪੁਤਲੀਆਂ ਸਮਝਣ ਲੱਗ ਜਾਂਦੇ ਹਾਂ ਰੱਬ ਦੀਆਂ, ਵਿਚ ਇਜ਼ ਨਾਟ ਐਕਚੁਅਲੀ ਦਾ ਵੇ ਵੀ ਸ਼ੁੱਡ ਬੀ ਡੂਇੰਗ ਇਟ। ਪਰ ਹਾਊ ਡੂ ਵੀ ਕਨੈਕਟ ਇਟ ਟੂ ਜਿਹੜਾ ਕੁਐਸਚਨ ਆਨਸਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਜਗ੍ਹਾ ਤੇ ਆਉਂਦਾ ਹੈ ਕਿ ਵਹਿਨ ਨਾ ਕੰਦੀ ਢਾਏ ਤੋ ਵੀ ਲੇਖਾ ਦੇਵ ਨਾ। ਜਦੋਂ ਦਰਿਆ ਨੂੰ ਪੁੱਛਿਆ ਜਾਂਦਾ ਤਾਂ ਅੱਗੋਂ ਜਵਾਬ ਦਿੰਦਾ ਵੀ ਜਿੱਧਰ ਰੱਬ ਰਜਾਏ ਵਹਿਨ ਤਦਾਉ ਗਉ ਕਰੇ। ਉੱਚੋਂ ਰੱਬ ਨੂੰ ਵਾਪਸ ਉਹ ਬਲੇਮ ਦਿੰਦੇ ਵੀ ਰੱਬ ਹੀ ਕਰਵਾ ਰਿਹਾ ਮੇਰੇ ਕੋਲੋਂ ਤੋੜ ਭੱਜ। ਇਹ ਕਿਸ ਤਰ੍ਹਾਂ ਇਹਨਾਂ ਨੂੰ ਕਨੈਕਟ ਕੀਤਾ ਜਾ ਸਕਦਾ? ਹਾਂਜੀ, ਇਹ ਸਾਰੇ ਕਾਫੀ ਸਾਨੂੰ ਡੈਪਥ ਵਿੱਚ ਜਾਣ ਦੀ ਲੋੜ ਹੈ ਤੇ ਮੈਂ ਬਿਲਕੁਲ ਇਸ ਤਰ੍ਹਾਂ ਨਹੀਂ ਕਹਿ ਸਕਦਾ ਕਿ ਸਾਰੇ ਮੇਰੇ ਮੁਤਾਬਕ ਦੇਖਿਆ ਕਰਨ, ਮੇਰੇ ਮੁਤਾਬਕ ਪੜਿਆ ਕਰਨ। ਮੈਂ ਇਤਨੀ ਸਾਂਝ ਕਰ ਸਕਦਾ ਕਿ ਬਾਣੀ 'ਚ ਜਦੋਂ ਤੂੰ ਆਏਗਾ, ਸਾਹਿਬ ਆਏਗਾ, ਆਪ ਆਏਗਾ, ਆਪ ਦੇ ਪੱਪੇ ਨੂੰ ਸਿਹਾਰੀ ਆਏਗੀ, ਮਨ ਦੇ ਨੰਨੇ ਨੂੰ ਸਿਹਾਰੀ ਆਏਗੀ, ਇਹ ਸਾਰਾ ਕੁਝ ਮੁਖਾਤਿਬ ਜਦੋਂ ਕਰਤਾਰ ਲਫ਼ਜ਼ ਤੋਂ ਲੈ ਕੇ ਪ੍ਰਭ ਲਫ਼ਜ਼ ਤੱਕ ਅਸੀਂ ਜਾਵਾਂਗੇ ਔਰ ਜਦੋਂ ਅਸੀਂ ਉਸ ਨੂੰ ਮੁਖਾਤਿਬ ਮੇਰੇ ਮਨ ਦੇ ਨਾਲ ਕਰਾਂਗੇ ਤਾਂ ਸਾਡੇ ਅਰਥ, ਸਾਡੇ ਸਮਝਣ ਦੇ ਔਰ ਡਾਇਰੈਕਸ਼ਨ ਦੇ ਹੋਰ ਹਾਇਰ ਲੈਵਲ ਤੇ ਚਲੇ ਜਾਣਗੇ। ਜਦੋਂ ਅਸੀਂ ਕਹਿੰਦੇ ਹਾਂ ਲੇਖ ਨਾ ਮਿਟੇ ਹੈ ਸਖੀ ਜੋ ਲਿਖਿਆ ਕਰਤਾਰ, ਤਾਂ ਉੱਥੇ ਕਰਤਾਰ ਦਾ ਮੈਨਾ ਮੈਂ ਆਪਣੇ ਮਨ ਨੂੰ ਸਮਝਾਂਗਾ ਔਰ ਮੇਰਾ ਮਨ ਜਦੋਂ ਮੰਦੇ ਲੇਖੇ ਲਿਖਦਾ ਹੈ ਤੇ ਉਹ ਮੈਨੂੰ ਭੁਗਤਣੇ ਪੈਂਦੇ ਨੇ। ਫਿਰ ਖੇਡ ਹੋਰ ਬਣਦੀ ਜਾਂਦੀ ਹੈ, ਫਿਰ ਰਿਸਪੌਂਸਿਬਿਲਿਟੀ ਮੇਰੇ ਤੇ ਆਉਂਦੀ ਜਾਂਦੀ ਹੈ ਕਿਉਂਕਿ ਮੈਨੂੰ ਹੀ ਕਿਹਾ ਤੂੰ ਲੇਖੇ ਸਮਝਣੇ ਨੇ, ਮੰਦੇ ਲੇਖੇ ਮੈਂ ਹੀ ਲਿਖਦਾ। ਕਰਨੀ ਕਾਗਤ ਮਨ ਮਨ ਸੁਆਣੀ, ਬੁਰਾ ਭਲਾ ਦੋਈ ਲੇਖ ਪਏ, ਮੈਂ ਲਿਖਦਾ ਹਾਂ ਲੇਖੇ। ਇਹਦਾ ਮਤਲਬ ਲੇਖ ਨਾ ਮਿਟੇ ਹੈ ਸਖੀ, ਮੇਰੀ ਮੱਤ ਨੂੰ, ਮਨ ਕੀ ਮੱਤ ਨੂੰ ਯੂਜ਼ ਕਰਕੇ ਜਿਹੜੇ ਮੈਂ ਲੇਖੇ ਲਿਖੇ ਨੇ ਉਹ ਮੈਨੂੰ ਭੁਗਤਣੇ ਪੈਂਦੇ ਨੇ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਬਾਬਾ ਰੇ, ਮੈਨੂੰ ਸਮਝਾਇਆ ਨਾ। ਤਾਂ ਜੇ ਮੈਂ ਮੰਦੇ ਲੇਖੇ ਲਿਖਦਾ ਤਾਂ ਮੇਰੇ ਅੰਦਰੋਂ ਨਰੂ ਮਰ ਜਾਂਦਾ ਹੈ, ਨਰੂ ਮਰੇ ਨਰ ਕਾਮ ਨਾ ਹੋਵੇ। ਪਰ ਜੇ ਮੈਂ ਸਤਿਗੁਰ ਦੀ ਮੱਤ ਨਾਲ ਲੇਖੇ ਲਿਖਾਂ, ਪਸ਼ੂ ਮਰੇ 10 ਘਾਹ ਸਵਾਰੇ ਹੋ ਸਕਦਾ ਹੈ। ਇਸ ਤਰ੍ਹਾਂ ਫਿਰ ਉਹ ਜਿਹੜੇ ਬਾਹਰਲੇ ਮੈਟਾਫਰਸ ਨੂੰ ਮਿਸਟਿਕ ਦੇ ਢੰਗ ਦੇ ਨਾਲ, ਬਾਹਰਲੇ ਐਗਜ਼ਾਮਪਲਸ ਨੂੰ ਯੂਜ਼ ਕਰਕੇ, ਕੋਇਲ ਦਾ ਐਗਜ਼ਾਮਪਲ ਵੀ ਦਿੱਤਾ, ਪੇੜ ਦਾ ਵੀ ਐਗਜ਼ਾਮਪਲ ਦਿੱਤਾ, ਸਿੰਬਲ ਰੁੱਖ ਦਾ ਵੀ ਐਗਜ਼ਾਮਪਲ ਦਿੱਤਾ, ਕਿੱਕਰ ਦਾ ਵੀ ਦਿੱਤਾ, ਪਰ ਕੇਲੇ ਦੇ ਪੱਤੇ ਦਾ ਵੀ ਦਿੱਤਾ, ਕੇਲੇ ਨਿਕਟ ਜਿਉ ਬੇੜ ਦਾ ਦਿੱਤਾ, ਪਰ ਸਾਰਾ ਮੇਰੇ ਨਾਲ ਰਿਲੇਟ ਕਰਨਾ ਹੈ। ਮੇਰਾ ਮਨ ਐਸੀਆਂ ਕੰਧਾਂ ਢਾਂਦਾ ਹੈ, ਸੱਚ ਦੀਆਂ ਦੀਵਾਰਾਂ ਤੋੜਦਾ ਹੈ। ਮੇਰੇ ਮਨ ਨੂੰ ਅਲਟੀਮੇਟਲੀ ਸਮਝਣ ਵਾਸਤੇ ਸ਼ਬਦ ਨੂੰ ਫਸਟ ਪਰਸਨ ਦੀ ਲੈਂਗੁਏਜ ਤੇ ਲੈ ਕੇ ਆਉਣਾ ਪਏਗਾ। ਉਹਨੂੰ ਭਾਵ-ਅਰਥ ਕਹਿੰਦੇ ਨੇ ਔਰ ਭਾਵ-ਅਰਥ ਹੁੰਦੇ ਨੇ ਐਪਲੀਕੇਬਲ ਮੀਨਿੰਗਸ। ਐਪਲੀਕੇਬਲ ਮੀਨਿੰਗਸ ਉਹ ਵਾਲੇ ਨਹੀਂ ਜਿਹੜਾ ਮੈਂ ਇਸ ਵੇਲੇ ਕੁਲਬੀਰ ਸਿੰਘ ਜੀ ਨੂੰ ਪੜਾਵਾਂ ਜਾਂ ਡਾਕਟਰ ਜਸਵੰਤ ਸਿੰਘ ਜੀ ਨੂੰ ਪੜਾਵਾਂ ਜਾਂ ਦੁਨੀਆ ਨੂੰ ਪੜਾਵਾਂ, ਉਹ ਐਪਲੀਕੇਬਲ ਮੀਨਿੰਗ। ਐਪਲੀਕੇਬਲ ਮੀਨਿੰਗ ਭਾਵ-ਅਰਥ ਹੁੰਦੇ ਨੇ ਫਸਟ ਪਰਸਨ ਦੀ ਲੈਂਗੁਏਜ ਤੇ ਮੇਰੇ ਉੱਤੇ ਕਿਵੇਂ ਇਹ ਟੁਕਦੇ ਹਨ, ਤਾਂ ਕਿ ਮੇਰਾ ਅਵਤਰਣ ਹੋ ਗਿਆ, ਮੈਂ ਆਪਣੇ ਲੈਵਲ ਤੋਂ ਮਨੁੱਖਤਾ ਦੇ ਤਲ ਤੋਂ ਡਿੱਗ ਪਿਆ, ਮੈਂ ਐਕਮੀ ਆਫ ਸਪਿਰਿਚੁਅਲ ਲੈਵਲ ਦੁਬਾਰਾ ਕਿਵੇਂ ਅਚੀਵ ਕਰ ਸਕਦਾ। ਇਹ ਭਾਵ ਅਰਥਾਂ ਤੱਕ ਪਹੁੰਚਣ ਵਾਸਤੇ ਮੈਨੂੰ ਸ਼ਬਦ ਦੇ ਮੈਟਾਫਰਸ ਔਰ ਬਾਹਰਲੇ ਸੀਨਸ ਤੋਂ ਅੰਦਰ ਆਣਾ ਹੈ। ਕੀ ਮੈਂ ਸਿੰਬਲ ਰੁੱਖ ਬਣਿਆ ਹੋਇਆ? ਯੈਸ, ਸਿੰਬਲ रुख सरायरा दीरगत मुझ में बाहरों देखा बड़ा चिट्टे जिनके कपड़े मैले चित कठोर जियो, लेकिन अंदरों मैं मैले चित कठोर हाँ। मैं सिंबल रुख हाँ, उत्तों तो बड़ा सुंदर अब दीरगत मुझ ओए जे हमें आस कर जाए रासे कित फल फिक्के फुल बक बके कम ना मैं पत। मेरी बॉडी लैंग्वेज और मेरे फिक्के बोल मेरे सिंबल रुख नू कह रहे ने, तब बारला टुकांदे ही नहीं गुरु साहब। ठीक। I think the discussion could be continued between the two of you. This was excellent job so far I am concerned, and I think time बहुत हो गया जी। साਰਿਆਂ ਨੂੰ ਰਲ ਕੇ ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਵੀਰ ਭੁਪਿੰਦਰ ਸਿੰਘ ਜੀ, ਸੋ ਨਾਈਸ ਆਫ ਯੂ। ਪਰਮਾਤਮਾ ਤੁਹਾਨੂੰ ਹਿੰਮਤ ਬਖਸ਼ੇ ਤੇ ਤੁਸੀਂ ਇਦਾਂ ਹੀ ਹੋਰ ਵੱਡੇ ਫੁੱਲੇ, ਸਿਹਤ ਵਿੱਚ ਨਹੀਂ ਦਿਮਾਗ ਵਿੱਚ, ਤਾਂ ਜੇ ਤੁਸੀਂ ਸੇਵਾ ਕਰ ਸਕੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ ਫॉर कमिंग। God bless you all.